ਵਾਹਿਗੁਰੂ ਜੀ। ਹਾਂਜੀ, ਆਪਾਂ ਅਰਦਾਸ ਕਰਕੇ ਫਿਰ ਸ਼ੁਰੂ ਕਰ ਲਈਏ। ਵਾਹਿਗੁਰੂ ਹਾਮੀ ਆਵਗੁਣ ਭਰੇ ਅੰਮ੍ਰਿਤ ਛਾੜ ਵਿਖ ਵਿਖ ਖਾਈ, ਭਰਮ ਪੈ ਭੂਲੇ ਦੁਆਰਾ ਸਿਉ ਪੀਤ ਲਗਾਈ। ਉਤਮ ਪੰਥ ਨਿਉ ਗੁਰ ਸੰਗਤ, ਤੇਰੀ ਜਮ ਥਾਸ ਇੱਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ, ਇੱਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਉਕੜਦੇ ਕਰ ਰਹੇ ਸੀਗੇ ਕੁਝ ਚੀਜ਼ਾਂ ਇੱਦਾਂ ਦੀਆਂ ਬਈ ਜਿਹੜੀਆਂ ਸੰਗਤਾਂ ਪਿਆਰ ਨਾਲ ਬਾਣੀ ਪੜ੍ਹਦੀਆਂ ਆ, ਉਹਨਾਂ ਦੇ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਸਿਰਫ ਬਾਣੀ ਪੜ੍ਹਨਾ, ਆਪਾਂ ਟਾਈਮ ਉੱਧਰ ਲਾਈਏ। ਪਰ ਇਹ ਚੀਜ਼ਾਂ ਜ਼ਰੂਰੀ ਸੀਗੀਆਂ, ਕੁਛ ਸਮਝ ਪੈ ਜਾਵੇ, ਆਪਾਂ ਨੂੰ ਸਮਝ ਪੈ ਜਾਵੇ ਥੋੜ੍ਹੀ ਬਹੁਤੀ ਜਿੰਨੀ ਹੈਗੀ ਆ। ਇਹ ਗੁਰਬਾਣੀ ਵਿਆਕਰਣ ਦਾ, ਜਿਹੜੀ ਗੁਰਬਾਣੀ ਗ੍ਰਾਮਰ ਹੈਗੀ ਆ, ਇਹ ਵਿਸ਼ਾ ਕਾਫੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਵਾਈਡ ਆ, ਇਹਨੂੰ ਹੋਰ ਵਿਚਾਰਨ ਦੀ ਲੋੜ ਹੁੰਦੀ ਆ। ਪਰ ਕੁਝ ਚੀਜ਼ਾਂ ਜਿਹੜੀਆਂ ਆਪਾਂ ਥੋੜ੍ਹੀਆਂ ਜਿਹੀਆਂ ਜ਼ਰੂਰ ਸਾਂਝੀਆਂ ਕਰਾਂਗੇ। ਜਦੋਂ ਆਪਣਾ ਫਿਰ ਚੱਲ ਪਈਆਂ ਸੰਥਿਆ, ਫਿਰ ਆਪਾਂ ਨਾ ਜਿਹੜਾ ਆ ਉਹ ਗੁਰਬਾਣੀ ਦੇ ਨਾਲ ਰਸ ਵੱਧ ਜਾਣਾ ਆ। ਪਰ ਇਹ ਵੀ ਗੁਰਬਾਣੀ ਹੋਣ ਕਰਕੇ ਆਪਾਂ ਚੀਜ਼ ਕੀਤੀ ਸੀਗੀ। ਬਾਣੀ ਵਿੱਚ ਔਂਕੜ ਵੀ ਵਰਤਦੇ ਆਪਾਂ ਕੁਝ ਨਿਯਮ ਦੇਖੇ ਸੀ, ਜਿਵੇਂ ਕਿ ਆਪਾਂ ਦੇਖਿਆ ਸੀ ਕਿ ਜਿਹੜੇ ਨਾਉਨ ਦੇ ਆਪਾਂ ਨਿਯਮ ਦੇਖ ਰਹੇ ਸੀਗੇ, ਕਿ ਨਾਉਨ ਦੇ ਨਿਯਮ ਦੇ ਵਿੱਚ ਆਪਾਂ ਦੇਖਿਆ ਸੀ ਕਿ ਗੁਰਬਾਣੀ ਦੇ ਜੇ ਇੱਕ ਵਚਨ ਹੋਵੇ ਨਾਉ ਤੇ ਪੁਲਿੰਗ ਹੋਵੇ, ਮੈਸਕੁਲਿਨ ਹੈਗਾ ਆ, ਤਾਂ ਫਿਰ ਔਂਕੜ ਅਖੀਰਲੇ ਅੱਖਰ ਨੂੰ ਲੱਗਦਾ ਹੈ। ਜੇ ਉਹ ਇਸਤਰੀਵਾਚਕ ਸ਼ਬਦ ਆ ਜਾਂ ਬਹੁ ਵਚਨ ਹੈਗਾ ਆ, ਤੇ ਫਿਰ ਔਂਕੜ ਨਹੀਂ ਲੱਗਦਾ। ਦੋ ਨਿਯਮ ਇਹ ਸੀਗੇ। ਜੇ ਨਾਉ ਹੈ, ਪੁਲਿੰਗ ਹੈ, ਕਿ ਨਾਉਨ ਆ, ਮੈਸਕੁਲਿਨ ਆ ਤੇ ਸਿੰਗੂਲਰ ਆ, ਤੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ। ਦੂਸਰਾ ਸੀਗਾ ਜੇ ਇਸਤਰੀਵਾਚਕ ਫੈਮਿਨੀਨ ਹੈਗਾ ਆ, ਫੈਮਿਨੀਨ ਆ, ਤੇ ਉਸ ਤੋਂ ਇਲਾਵਾ ਪਲੂਰਲ ਹੈਗਾ ਆ, ਤੇ ਜੇ ਨਾਉਨ ਹੈਗਾ ਆ ਤੇ ਉਹਦੇ ਜਿਹੜੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਲੱਗਦਾ ਹੈਗਾ। ਉਸ ਤੋਂ ਬਾਅਦ ਦੇ ਵਿੱਚ ਆਪਾਂ ਕੀਤਾ ਸੀਗਾ, ਆਪਾਂ ਐਗਜ਼ਾਮਪਲਾਂ ਲਈਆਂ ਸੀਗੀਆਂ ਗੁਰਬਾਣੀ ਦੇ ਵਿੱਚ, ਜਿਹਦੇ ਵਿੱਚ ਆਪਾਂ ਨੂੰ ਬੱਚਿਆਂ ਨੇ ਦੱਸਿਆ ਸੀਗਾ, ਤਾਂ ਫਿਰ ਆਪਾਂ ਵੱਖਰੀਆਂ ਵੱਖਰੀਆਂ ਐਗਜ਼ਾਮਪਲਾਂ ਕੀਤੀ। ਫਿਰ ਆਪਾਂ ਤੀਸਰਾ ਨਿਯਮ ਜਿਹੜਾ ਕੀਤਾ ਸੀ, ਉਹ ਕੀਤਾ ਸੀਗਾ ਸੰਬੰਧਕ। ਇੱਥੇ ਪ੍ਰੈਪੋਜੀਸ਼ਨਸ ਲੱਗੀਆਂ ਹੋਈਆਂ, ਤੇ ਦਾ, ਦੇ, ਦੀ, ਕਾ, ਕੇ, ਕੀ, ਨੂੰ, ਨੇ, ਨਾਲ, ਪਾਸ, ਤੋਂ, ਬਾਹਰ, ਅੰਦਰ, ਨੇੜੇ, ਉੱਤੇ, ਹੇਠਾਂ, ਮੈਂ ਦਾ ਦੇਖਿਆ ਸੀ, ਮੈਂ ਵਿੱਚ ਹੁੰਦਾ ਆ, ਤੇ ਸੰਗ, ਮੈਂ, ਇਹ ਸਾਰੀਆਂ ਪ੍ਰੈਪੋਜੀਸ਼ਨਸ ਹੈਗੀਆਂ। ਉਹਨਾਂ ਦੇ ਨਾਲ ਜਦੋਂ ਆਪਾਂ ਦੇਖਿਆ ਕਿ ਉਸ ਦੇ ਨਾਲ ਜਿਹੜਾ ਸ਼ਬਦ ਆਇਆ ਆ, ਨਾਉ ਜਾਂ ਪ੍ਰਣਾਉ, ਜਿਹੜਾ ਵੀ ਸ਼ਬਦ ਆਇਆ ਹੈ, ਉਹਦੇ ਨਾਲ ਆਪਾਂ ਹਲੇ ਨਾਉ ਦੀ ਗੱਲ ਕਰ ਰਹੇ ਸੀ, ਉਹਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਸੀਗਾ। ਤੇ ਸਗਲ ਉਦਮ, ਮੈਂ ਉਦਮ ਭਲਾ। ਫਿਰ ਆਪਾਂ ਦੱਸਿਆ ਇਹਦੇ ਵਿੱਚ ਵੀ ਕੁਝ ਜਿਹੜੇ ਸੰਬੰਧਕ ਸੀਗੇ, ਜਿਹੜੀਆਂ ਉਹ ਲੱਗੀਆਂ ਸੀਗੀਆਂ, ਤੇ ਕੁਝ ਜਿਹੜੀਆਂ ਉਹ ਗੁਪਤ ਸੀਗੀਆਂ। ਵਾਹਿਗੁਰੂ ਜੀ। ਹਾਂਜੀ, ਕੋਈ ਠੀਕ ਹੈ। ਕੁਝ ਪ੍ਰੈਪੋਜੀਸ਼ਨ ਲੱਗੀਆਂ ਸੀਗੀਆਂ, ਕਈਆਂ ਦੇ ਵਿੱਚ ਨਹੀਂ ਲੱਗੀਆਂ ਹੁੰਦੀਆਂ, ਉਹ ਵੀ ਆਪਾਂ ਦੇਖੇ ਸੀਗੇ ਸ਼ਬਦ ਜਿਹੜੇ ਸੀਗੇ। ਜਿਸ ਤਰ੍ਹਾਂ ਇਹ ਸ਼ਬਦ ਆਪਾਂ ਆਏ ਸੀਗੇ ਲੁਪਤ ਸੰਬੰਧਕ ਜਿੱਥੇ ਆ ਗਏ ਸੀਗੇ, ਤੇ ਉਹਦੇ 'ਚ ਆਪਾਂ ਇੱਕ ਐਗਜ਼ਾਮਪਲ ਲਈ ਸੀਗੀ। ਤੇ ਇਹਦੇ ਵਿੱਚ ਆਪਾਂ ਦੇਖਿਆ ਸੀ ਵੀ ਕਿ ਜੇ ਗੁਰੂ, ਗੁਰ ਜਿਹੜਾ ਸ਼ਬਦ ਆਉਂਦਾ, ਜੇ ਰਾਰਾ ਮੁਕਤਾ ਆ ਗੁਰ ਦਾ, ਵੀ ਰਾਰੇ ਨੂੰ ਔਂਕੜ ਨਹੀਂ ਹੈਗਾ, ਤੇ ਉਹਦਾ ਅਰਥ ਬਣੂਗਾ ਦਾ, ਦੇ, ਦੀ, ਇੱਦਾਂ ਉਹਦਾ ਅਰਥ ਆਊਗਾ, ਗੁਰੂ ਦੇ, ਗੁਰੂ ਦਾ। ਤੇ ਜੇ ਉਹ ਰਾਰੇ ਨੂੰ ਔਂਕੜਿਆ, ਫਿਰ ਉਹਦਾ ਦਾ, ਦੇ, ਦੀ, ਕਾ, ਕੇ, ਕੀ, ਇਹ ਪ੍ਰੈਪੋਜੀਸ਼ਨ ਲੱਗ ਕੇ, ਸੰਬੰਧਕ ਲੱਗ ਕੇ ਉਹਦਾ ਅਰਥ ਨਹੀਂ ਆਉਣਾ। ਫਿਰ ਉਹਦਾ ਅਤੇ ਆਪਾਂ ਵਿੱਚ ਉਹਦੇ ਨਾਲ ਜੋੜ ਸਕਦੇ ਹਾਂ, ਜਾਂ ਕਹਿ ਸਕਦੇ ਹਾਂ, ਅਤੇ ਕਹਿ ਸਕਦੇ ਹਾਂ। ਸੋ ਇਸ ਤਰ੍ਹਾਂ ਇਹਦਾ ਸੀਗਾ। ਤੇ ਆਪਾਂ ਇਹ ਦੇਖਿਆ ਸੀਗਾ ਕਿ ਜੇ ਕਿਸੇ ਵੀ ਨਾਉ ਦੇ ਆਖਰ ਵਿੱਚ ਔਂਕੜ ਲੱਗਾ ਹੋਵੇ, ਤਾਂ ਉਹਦਾ ਅਰਥ ਕਰਨ ਲੱਗਿਆ ਕਾ, ਕੇ, ਕੀ, ਕਉ, ਦਾ, ਦੇ, ਨੂੰ, ਤੋਂ, ਮੈਂ, ਬਿਨ, ਮੈਂ ਆਦਿ ਨਹੀਂ ਲੱਗ ਸਕਦੇ।
ਤੇ ਇਸ ਕਰਕੇ ਇਹਦਾ ਅਰਥ ਦਾ ਦੇ ਦੀ ਨਹੀਂ ਹੋ ਸਕਦਾ ਜੇ ਅਖੀਰਲੇ ਅੱਖਰ ਨੂੰ ਔਂਕੜ ਲੱਗਿਆ ਹੋਇਆ। ਤੇ ਫਿਰ ਆਪਾਂ ਉਹਦੇ 'ਚ ਐਗਜ਼ਾਮਪਲ ਦੇਖੀ ਸੀਗੀ, ਪ੍ਰਾਣ ਦਾ ਆਪਾਂ ਅਰਥ ਪ੍ਰਾਣ ਦੀ ਨਹੀਂ ਕਰਾਂਗੇ, ਇਹ ਆਪਾਂ ਦੇਖ ਲਿਆ ਸੀਗਾ। ਤੇ ਇਹ ਹੁਣ ਆਪਾਂ ਜਿਹੜਾ ਇੱਥੇ ਆਪਾਂ ਸਮਾਪਤੀ ਕੀਤੀ ਸੀ ਤੇ ਇੱਥੋਂ ਸ਼ੁਰੂ ਕਰਦੇ ਹਾਂ। ਜਿਹੜੇ ਪਿਛਲੇ 4 ਆਪਣੇ ਨਿਯਮ ਹੋ ਗਏ ਸੀਗੇ, ਤੇ 5ਵੇਂ ਦੇ ਵਿੱਚ ਹੈਗਾ ਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਆਉਂਦਾ ਆ, ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਦੇ ਨਾਲ ਕੱਕੇ ਨੂੰ ਜਿੱਦਾਂ ਆਪਾਂ ਨਿਯਮ ਕੀਤੇ ਸੀ ਉਹਨਾਂ ਵਿੱਚ ਸੀਗਾ ਔਂਕੜ ਹੋਣਾ ਚਾਹੀਦਾ ਆ। ਤੇ ਆਪਾਂ ਫਿਰ ਨਾਨਕ ਕੀ ਬੇਨੰਤੀ ਆ ਜਾਂ ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਆਪਾਂ ਇਹ ਸ਼ਬਦ ਵਰਤੇ ਸੀਗੇ। ਇਹ ਤੁਕਾਂ ਪਾਵਨ ਤੁਕਾਂ ਲਈਆਂ ਸੀ। ਉਹਦੇ ਵਿੱਚ ਫਿਰ ਕਬੀਰ ਦੇ ਰਾਰੇ ਨੂੰ ਔਂਕੜ ਨਹੀਂ ਸੀ, ਨਾਨਕ ਪਾਤਸ਼ਾਹ ਦੇ ਕੱਕੇ ਨੂੰ ਔਂਕੜ ਨਹੀਂ ਸੀਗਾ, ਕਿਉਂਕਿ ਉੱਥੇ ਕੀ ਲੱਗਿਆ ਹੋਇਆ ਸੀ, ਕੋ ਲੱਗਿਆ ਹੋਇਆ ਸੀ, ਜੋ ਸੰਬੰਧਕ ਸੀਗੇ। ਪਰ ਕਈਆਂ ਥਾਵਾਂ ਤੇ ਸੰਬੰਧਕ ਵੀ ਨਹੀਂ ਹੁੰਦੇ, ਲੁਪਤ ਸੰਬੰਧਕ ਵੀ ਨਹੀਂ ਹੁੰਦੇ। ਉੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਂ ਦੇ ਨਾਲ, ਕਬੀਰ ਜੀ ਦੇ ਨਾਂ ਦੇ ਨਾਲ, ਨਾਮਦੇਵ ਜੀ ਦੇ ਨਾਂ ਦੇ ਨਾਲ, ਰਵਿਦਾਸ ਜੀ ਦੇ ਨਾਮ ਦੇ ਨਾਲ ਔਂਕੜ ਨਹੀਂ ਆਉਂਦਾ। ਉੱਥੇ ਸੰਬੰਧਕ ਵੀ ਨਹੀਂ ਲੱਗਿਆ ਹੁੰਦਾ। ਉੱਥੇ ਉਹ ਮਤਲਬ ਇਸ ਤਰ੍ਹਾਂ ਦੀ ਕੋਈ ਬਹੁਵਚਨ ਵੀ ਨਹੀਂ ਹੈਗੇ, ਕਿਉਂਕਿ ਖਾਸ ਨਾਮ ਆ ਸਾਰੇ। ਸੋ ਉਹਨਾਂ ਦੇ ਸੰਬੰਧ ਦੇ ਵਿੱਚ ਸੀਗਾ, ਜਦੋਂ ਸੰਬੋਧਨ ਵਾਲੇ ਸ਼ਬਦਾਂ ਦਾ ਔਂਕੜ ਜਿਹੜਾ ਉਹ ਉੱਡ ਜਾਂਦਾ। ਸੰਬੋਧਨ ਵਾਲੇ ਸ਼ਬਦ ਦੇ ਜਦੋਂ ਅਸੀਂ ਕਿਸੇ ਨੂੰ ਸੰਬੋਧਨ ਕਰਕੇ ਕੋਈ ਗੱਲ ਕਰਦੇ ਹਾਂ, ਜਾਂ ਉਹਨੂੰ ਹੁਕਮ ਦੇ ਕੇ ਜਾਂ ਉਹਨੂੰ ਆਵਾਜ਼ ਮਾਰ ਕੇ, ਜਿਵੇਂ ਮੈਂ ਆਵਾਜ਼ ਮਾਰਦਾ, ਓਏ ਕਾਕੇ ਕੀ ਕਰਦੇ ਆ ਤੁਸੀਂ, ਕੁੜੀਓ ਕੀ ਕਰਦੀਆਂ ਤੁਸੀਂ, ਮਤਲਬ ਇਹ ਕੁੜੀਓ ਉਹ ਕੁੜੀਓ ਇੱਦਾਂ ਸ਼ਬਦ ਵਰਤਿਆ ਮੈਂ, ਉਹ ਲੋਕੋ ਕੀ ਕਰਦੇ ਆ ਤੁਸੀਂ। ਉੱਥੇ ਉਹ ਜਿਹੜਾ ਲੋਕੋ ਸ਼ਬਦ ਆ ਉਹ ਜਿਹੜਾ ਆ ਸੰਬੋਧਨ ਸ਼ਬਦ ਹੈਗਾ ਆ। ਜਾਂ ਕਿਸੇ ਨੂੰ ਆਵਾਜ਼ ਮਾਰਨੀ ਹੋਵੇ, ਪਿਤਾ ਜੀ, ਉਹ ਸੰਬੋਧਨ ਸ਼ਬਦ ਹੋ ਗਿਆ, ਬਾਬਾ ਸੰਬੋਧਨ ਸ਼ਬਦ ਹੋ ਗਿਆ। ਸੋ ਇਹ ਕੁਛ ਸੰਬੋਧਨ ਸ਼ਬਦ ਹੈਗੇ, ਜਿੱਦਾਂ ਇਹ ਮਨ ਮੇਰਿਆ, ਮਨ ਨੂੰ ਸੰਬੋਧਨ ਕੀਤਾ, ਇਹ ਸਰੀਰਾ ਮੇਰਿਆ, ਸਰੀਰ ਨੂੰ ਸੰਬੋਧਨ ਕੀਤਾ ਹੋਇਆ। ਮੇਰੇ ਸਤਿਗੁਰਾ, ਸਤਿਗੁਰੂ ਜੀ ਨੂੰ ਆਵਾਜ਼ ਮਾਰੀ ਹੋਈ ਆ। ਸਤਿਗੁਰ, ਸਤਿਗੁਰ ਨੂੰ ਆਵਾਜ਼ ਮਾਰੀ ਹੋਈ ਆ। ਪੰਡਤ, ਪੰਡਤ ਨੂੰ ਕਿਹਾ ਗਿਆ ਆ। ਬਾਬਾ, ਬਾਬੇ ਨੂੰ ਕਿਹਾ ਗਿਆ ਆ। ਸੋ ਇਹ ਸਾਰੇ ਸੰਬੋਧਨ ਸ਼ਬਦ ਹੁੰਦੇ ਆ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ, ਜਿਸ ਤਰ੍ਹਾਂ ਸਤਿਗੁਰ ਮੈਂ ਬਲਿਹਾਰੀ ਤੋਰ, ਸਤਿਗੁਰ, ਸਤਿਗੁਰ ਸ਼ਬਦ ਜਿਹੜਾ ਸੰਬੋਧਨ ਕੀਤਾ ਹੋਇਆ ਆ, ਆਵਾਜ਼ ਮਾਰੀ ਹੋਈ ਆ ਸਤਿਗੁਰੂ ਜੀ ਨੂੰ। ਤਾਂ ਉੱਥੇ ਰਾਰੇ ਦਾ ਜਿਹੜਾ ਔਂਕੜ ਆ ਉਹ ਉੱਡ ਗਿਆ ਹੈ। ਸਤਿਗੁਰ ਮੈਂ ਬਲਿਹਾਰੀ ਤੋਰ, ਜਿੱਦਾਂ ਆਵਾਜ਼ ਮਾਰ ਕੇ ਗੱਲ ਕੀਤੀ ਹੋਈ, ਸੰਬੋਧਨ ਕਰਕੇ ਗੱਲ ਕੀਤੀ ਹੋਈ ਹੈ। ਪੰਡਤ ਦੇਖੋ ਹਿਰਦੈ ਵਿਚਾਰ, ਪੰਡਤ ਨੂੰ ਸੰਬੋਧਨ ਕੀਤਾ ਹੋਇਆ। ਇਹ ਪੰਡਤ, ਇੱਥੇ ਪੰਡਤ ਪਲੂਰਲ ਨਹੀਂ ਹੈਗਾ, ਇੱਕ ਵਚਨ ਹੀ ਆ। ਇੱਥੇ ਤੱਤੇ ਨੂੰ ਔਂਕੜ ਆਉਣਾ ਚਾਹੀਦਾ ਸੀ, ਪਰ ਸੰਬੋਧਨ ਸ਼ਬਦ ਹੋਣ ਕਰਕੇ ਇਹ 5ਵਾਂ ਨਿਯਮ ਆ। ਸੰਬੋਧਨ ਸ਼ਬਦ ਹੋਣ ਕਰਕੇ ਪੰਡਤ ਦੇ ਤੱਤੇ ਦਾ ਔਂਕੜ ਉੱਡ ਗਿਆ। ਮੋਹਨ ਘਰ ਆਵੋ ਕਰੋ ਜੋ ਦਰੀਆ, ਸੋ ਮੋਹਨ ਨੂੰ ਆਵਾਜ਼ ਮਾਰੀ ਹੋਈ ਆ। ਗੁਰਸਿੱਖ ਮੀਤ ਆਵਾਜ਼ ਮਾਰੀ ਹੋਈ ਆ, ਮਿੱਤਰੋ ਗੁਰਸਿੱਖੋ ਗੱਲ ਕਹੀ ਹੋਈ ਆ, ਸੰਬੋਧਨ ਸ਼ਬਦ ਹੈਗੇ ਆ। ਇਸ ਕਰਕੇ ਖੱਖੇ ਨੂੰ ਤੇ ਤੱਤੇ ਨੂੰ ਔਂਕੜ ਨਹੀਂ ਆਇਆ, ਗੁਰਸਿੱਖ ਦੇ ਖੱਖੇ ਨੂੰ ਔਂਕੜ ਨਹੀਂ ਆਇਆ, ਮੀਤ ਦੇ ਤੱਤੇ ਨੂੰ ਔਂਕੜ ਨਹੀਂ ਆਇਆ। ਮੈਨੂੰ ਲੱਗਦਾ ਆ ਕਿ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਹੈਗੀਆਂ, ਜਿਸ ਤਰ੍ਹਾਂ ਨਾਨਕ ਭਗਤਾਂ ਸਦਾ ਵਿਗਾਸ, ਨਾਨਕ, ਨਾਨਕ ਕਹਿ ਰਹੇ ਹਨ, ਸੰਬੋਧਨ ਕੀਤਾ ਹੋਇਆ, ਨਾਨਕ ਕਹਿ ਰਹੇ ਹਨ, ਨਾਨਕ ਨੀਚ ਕਹੇ ਵਿਚਾਰ, ਇੱਥੇ ਕੱਕੇ ਨੂੰ ਔਂਕੜ ਲੱਗਿਆ। ਜਪਜੀ ਸਾਹਿਬ ਜੀ ਦੇ ਪਾਠ ਦੇ ਵਿੱਚ 2 ਥਾਵਾਂ ਤੇ ਨਾਨਕ ਪਾਤਸ਼ਾਹ ਦੇ ਕੱਕੇ ਨੂੰ ਔਂਕੜ ਆਉਂਦਾ, ਬਾਕੀ ਕਿਤੇ ਨਾਨਕ ਪਾਤਸ਼ਾਹ ਦੇ ਕੱਕੇ ਨੂੰ ਔਂਕੜ ਨਹੀਂ ਹੁੰਦਾ। ਇੱਕ ਹੈਗਾ ਨਾਨਕ ਨੀਚ ਕਹੇ ਵਿਚਾਰ, ਇੱਕ ਸੋਦਰ ਵਾਲੀ ਪੌੜੀ ਦੇ ਵਿੱਚ ਉੱਥੇ ਆਉਂਦਾ ਹੈਗਾ ਆ ਨਹੀਂ ਹੋਰ ਕਿਤੇ ਗਾਵਨ ਸਿਮੈ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਉੱਥੇ ਜਿਹੜਾ ਆ ਉੱਥੇ ਕੱਕੇ ਨੂੰ ਔਂਕੜ ਆਊਗਾ, ਬਾਕੀ ਕਿਤੇ ਨਹੀਂ ਹੈਗਾ। ਤੇ ਆਨੰਦ ਸਾਹਿਬ ਜੀ ਦੀਆਂ 40 ਪੌੜੀਆਂ ਆ, ਕਹੇ ਨਾਨਕ ਕਹੇ ਨਾਨਕ, ਉੱਥੇ ਸਾਰਿਆਂ ਨੂੰ ਔਂਕੜ ਆਇਆ ਹੋਇਆ ਹੈਗਾ। ਸੋ ਜਿਸ ਤਰ੍ਹਾਂ ਹੁਣ ਇਹ ਸ਼ਬਦ ਹੈਗਾ ਆ, ਪਾਵਨ ਤੋਂ ਕਾਈਆ ਸਤਿਗੁਰ ਮੇਰਾ ਸਦਾ ਦਇਆਲਾ, ਮੋਹੇ ਦੀਨ ਕੋ ਰਾਖ ਲਿਆ, ਰਾਖ ਲਿਆ। ਇੱਥੇ ਜਿਹੜਾ ਸਤਿਗੁਰ ਸ਼ਬਦ ਆ ਇਹ ਸੰਬੋਧਨ ਕੀਤਾ ਹੋਇਆ, ਜਿਸ ਤਰ੍ਹਾਂ ਉੱਪਰ ਸੀਗਾ ਸਤਿਗੁਰ ਮੈਂ ਬਲਿਹਾਰੀ ਤੋਰ, ਕੀ ਇੱਥੇ ਸੰਬੋਧਨ ਕੀਤਾ ਹੋਇਆ ਵੀ ਸਤਿਗੁਰ ਮੇਰਾ ਸਦਾ ਦਿਆਲਾ ਜਾਂ ਸਤਿਗੁਰ ਮੇਰਾ ਸਦਾ ਦਿਆਲਾ, ਸਤਿਗੁਰ ਮੇਰਾ ਆਪਸ ਵਿੱਚ ਸੰਬੰਧ ਰੱਖਦਾ, ਇਹ ਸੰਬੋਧਨ ਸ਼ਬਦ ਨਹੀਂ ਹੈਗਾ। ਇਸ ਕਰਕੇ ਇੱਥੇ ਰਾਰੇ ਨੂੰ ਔਂਕੜ ਆਉਣਾ ਚਾਹੀਦਾ ਹੈ। ਤੇ ਗੁਰਬਾਣੀ ਵਿੱਚ ਇਸੇ ਤਰ੍ਹਾਂ ਹੀ ਆ, ਸਤਿਗੁਰ ਮੇਰਾ ਸਦਾ ਦਿਆਲਾ
मोहे दीन को रख लिया। जे सतगुर संबोधन शब्द हुंदा ते फिर रारे नूं औंकड़ नहीं सी होना। ਇਹ ਸੰਬੋਧਨ ਵਾਲੇ ਸ਼ਬਦਾਂ ਦਾ ਔਂਕੜ ਜਿਹੜਾ ਆ, ਅਖੀਰਲੇ ਅੱਖਰ ਦਾ ਔਂਕੜ ਜਿਹੜਾ ਆ, ਉਹ ਉੱਡ ਜਾਂਦਾ ਆ, ਉਹ ਨਹੀਂ ਆਉਂਦਾ ਹੈ। ਮੂਰਖ ਬਾਹਮਣ, ਬਾਹਮਣ ਮੂਰਖ ਪ੍ਰਭੂ ਸਮਾਰ, ਇੱਥੇ ਇਹਨਾਂ ਦਾ ਨਾਨਕ ਕਾਢ ਲਿਓ ਪ੍ਰਭ ਦਇਆਲ, ਇੱਥੇ ਵੀ ਜਿਹੜਾ ਆ ਸ਼ਬਦ ਜਿਹੜਾ ਆ ਬੇਨਤੀ ਰੂਪ ਦੇ ਵਿੱਚ ਸੰਬੋਧਨ ਕੀਤਾ ਹੋਇਆ ਆ। ਇਸੇ ਤਰ੍ਹਾਂ ਹੀ ਮੇਲ ਲਹਿਓ ਦਇਆਲ ਟਹਿ ਪੈ ਦੁਆਰਿਆ। ਇਸੇ ਤਰ੍ਹਾਂ ਹਰ ਕੇ ਜਨ ਸਤਗੁਰ, ਹਰ ਕੇ ਜਨ ਸਤਗੁਰ, ਸਤਪੁਰਖਾ, ਮਤਲਬ ਇਹ ਸੰਬੋਧਨ ਸ਼ਬਦ ਹੈਗੇ। ਇਹਨਾਂ ਦੇ ਨਾਲ ਲਾਲ, ਰੰਗੀਲੇ, ਪ੍ਰੀਤਮ, ਮਨਮੋਹਨ, ਇਹ ਸਾਰੇ ਸੰਬੋਧਨ ਸ਼ਬਦ ਹੈਗੇ, ਆਵਾਜ਼ ਮਾਰ ਮਾਰ ਕੇ ਕਹੇ ਹੋਏ ਆ ਸ਼ਰਧਾ ਦੇ ਵਿੱਚ। ਇਹ ਸੀਗੇ। ਜੇ ਨਾਨਕ ਨੂੰ ਔਂਕੜ ਨਾ ਹੋਵੇ, ਮਤਲਬ ਕਿ ਨਾਨਕ ਕਹਿੰਦੇ ਆ ਨਹੀਂ, ਉਹਦੀਆਂ ਇੱਕ ਤਾਂ ਹੈਗਾ ਵੀ ਉਹਦੇ ਨਾਲ ਕੋਈ ਪ੍ਰੈਪੋਜੀਸ਼ਨ ਲੱਗੀ ਹੋ ਸਕਦੀ ਆ, ਲੁਪਤ ਸੰਬੰਧਕ ਹੋ ਸਕਦਾ ਆ। ਤੀਸਰਾ ਹੈਗਾ ਕਿ ਉਹ ਨਾਨਕ ਕਹਿ ਰਹੇ, ਹੇ ਨਾਨਕ, ਨਾਨਕ ਕਹਿੰਦਾ, ਠੀਕ ਹੈ ਨਾ, ਇਸ ਤਰ੍ਹਾਂ ਹੋਊਗਾ। ਹਾਂਜੀ, ਹੁਣ ਹੈਗੇ ਅੱਗੇ ਵਿਸ਼ੇਸ਼ਣ ਦੇ ਨਿਯਮ। ਇਹ ਸੀਗੇ ਨਾਉਨ ਦੇ। ਜਿਹੜੇ ਨਾਉਨ ਦੇ ਨਿਯਮ ਆ ਉਹੀ ਪੜਨਾਉ ਤੇ ਵਿਸ਼ੇਸ਼ਣ ਤੇ ਲਾਗੂ ਹੁੰਦੇ ਆ, ਇਸ ਕਰਕੇ ਵਿਸ਼ੇਸ਼ਣ ਦੇ ਨਿਯਮ ਵੀ ਉਹੀ ਰਹਿਣੇ। ਪਰ ਇਹਦੇ 'ਚ ਇਹ ਆ ਕਿ ਜਿਹੜੇ ਨਾਉ ਦੇ ਨਾਲ ਵਿਸ਼ੇਸ਼ਣ ਲੱਗਿਆ ਹੋਇਆ ਆ ਉੱਥੇ ਉੱਥੇ ਜਿਹੜਾ ਆ ਔਂਕੜ ਪ੍ਰਭਾਵਿਤ ਆ। ਜਿਹੜੇ ਨਾਉ ਜਾਂ ਪੜਨਾਉ ਨਾਲ ਲੱਗ ਕੇ ਵਿਸ਼ੇਸ਼ਣ ਹੁੰਦਾ, ਜਿੱਦਾਂ ਕਿਸੇ ਦੀ ਵਿਸ਼ੇਸ਼ਤਾ ਦੱਸ ਦੇਣੀ, ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸ ਦੇਣੀ, ਜਿੱਦਾਂ ਬਈ ਲਾਲ ਘੋੜਾ, ਘੋੜੇ ਦੀ ਵਿਸ਼ੇਸ਼ਤਾ ਦੱਸੀ ਹੋਈ ਵੀ ਲਾਲ ਰੰਗ ਦਾ ਘੋੜਾ ਆ। ਚਿੱਟੀ ਕਾਰ, ਕਾਰ ਦੀ ਵਿਸ਼ੇਸ਼ਤਾ, ਕਾਰ ਨਾਉਨ ਆ, ਕਾਰ ਦੀ ਵਿਸ਼ੇਸ਼ਤਾ ਦੱਸੀ ਹੋਈ ਆ ਵੀ ਚਿੱਟੇ ਰੰਗ ਦੀ ਆ। ਕਮੀਜ਼ ਦੀ ਵਿਸ਼ੇਸ਼ਤਾ ਦੱਸੀ ਹੋਈ ਆ ਵੀ ਨੀਲੇ ਰੰਗ ਦੀ ਆ। ਪੱਗ ਦੀ ਵਿਸ਼ੇਸ਼ਤਾ ਦੱਸੀ ਹੋਈ ਆ ਵੀ ਇਹ ਕੇਸਰੀ ਪੱਗ ਆ। ਜਿਹੜਾ ਕੇਸਰੀ, ਨੀਲੀ, ਚਿੱਟੀ, ਲਾਲ, ਇਹ ਸਾਰੇ ਵਿਸ਼ੇਸ਼ਣ ਆ। ਇੱਦਾਂ ਹੀ ਵਾਹਿਗੁਰੂ ਜੀ ਦੇ ਜਿੰਨੇ ਵੀ ਆ ਸਾਰੇ ਵਿਸ਼ੇਸ਼ਣ ਹੀ ਅਸੀਂ ਵਰਤਦੇ ਹਾਂ। ਵਾਹਿਗੁਰੂ ਜੀ ਦੇ ਵੀ ਦਿਆਲੂ ਆ, ਵਾਹਿਗੁਰੂ ਜੀ ਕਿਰਪਾਲੂ ਆ, ਸਾਰੇ ਵਿਸ਼ੇਸ਼ਣ ਹੀ ਹੈਗੇ ਆ। ਤੇ ਕਿਹੜਾ ਰੰਗ, ਕਿਹੜੇ ਜਦੋਂ ਆਇਆ ਕਿਹੜਾ ਰੰਗ, ਇਹ ਵੀ ਵਿਸ਼ੇਸ਼ਣ ਆ। ਲਾਲ ਰੰਗ, ਹਰਾ ਰੰਗ, ਕੇਸਰੀ ਰੰਗ। ਇਹ ਤਾਂ ਕਿਹੜਾ ਸਮਾਂ ਆਪਾਂ ਕਹਿ ਸਕਦੇ, ਸਵੇਰ ਦਾ ਸਮਾਂ, ਦੁਪਹਿਰ ਦਾ ਸਮਾਂ, ਸ਼ਾਮ ਦਾ ਸਮਾਂ। ਸੋ ਜਿਹੜਾ ਇਹ ਸ਼ਬਦ ਆਉਂਦਾ, ਇਹ ਸਾਰੇ ਵਿਸ਼ੇਸ਼ਣ ਦਾ ਰੂਪ ਲੈ ਜਾਂਦੇ ਹੈਗੇ ਆ। ਇਸੇ ਤਰ੍ਹਾਂ ਕਵਣ ਸੁਵੇਲਾ, ਵਕਤ ਕਵਣ, ਕਵਣ ਥਿਤ, ਕਵਣ ਵਾਰ, ਇਹ ਜਿਹੜਾ ਸ਼ਬਦ ਹੈਗਾ ਇਹ ਵਿਸ਼ੇਸ਼ਣ ਦਾ ਰੂਪ ਧਾਰਨ ਕਰ ਗਿਆ। ਹੁਣ ਦੇਖੋ ਇਹਦੇ ਵਿੱਚ ਕਵਣ ਸੁਵੇਲਾ, ਵੇਲਾ ਜਿਹੜਾ ਆ ਉਹ ਨਾਉ ਆ ਤੇ ਪੁਲਿੰਗਵਾਚਕ ਸ਼ਬਦ ਆ। ਵੇਲਾ ਇਸ ਕਰਕੇ ਨਾਣੇ ਨੂੰ ਔਂਕੜਿਆ। ਵੇਲਾ ਵਕਤ, ਵਕਤ ਵੀ ਨਾਉ, ਜਿਹੜਾ ਨਾਉ ਆ ਤੇ ਪੁਲਿੰਗ ਸ਼ਬਦ ਹੈ, ਇਸ ਕਰਕੇ ਨਾਣੇ ਨੂੰ ਇੱਥੇ ਵੀ ਔਂਕੜ ਆਊਗਾ। ਵਕਤ ਕਵਣ, ਕਵਣ ਥਿਤ, ਜਿਹੜੀ ਥਿਤੀ ਹੈਗੀ ਆ ਇਹ ਇਸਤਰੀਵਾਚਕ ਸ਼ਬਦ ਆ, ਇੱਥੇ ਨਾਣੇ ਨੂੰ ਔਂਕੜ ਨਹੀਂ ਆਊਗਾ। ਵਾਰ ਫੇਰ ਪੁਲਿੰਗ ਆ ਤੇ ਇੱਥੇ ਨਾਣੇ ਨੂੰ ਔਂਕੜ ਆਊਗਾ। ਇਸੇ ਤਰ੍ਹਾਂ ਗੁਰਬਾਣੀ ਵਿੱਚ ਹੈਗਾ ਆ। ਕਵਣ ਸੁਵੇਲਾ, ਵੇਲਾ ਦਾ ਕਰਕੇ ਕਵਣ ਦੇ ਨਾਣੇ ਨੂੰ ਔਂਕੜ ਆਇਆ। ਵਕਤ ਦਾ ਕਰਕੇ ਕਵਣ ਦੇ ਨਾਣੇ ਨੂੰ ਔਂਕੜ ਆਇਆ। ਥਿਤ ਜਿਹੜੀ ਆ ਇਸਤਰੀਵਾਚਕ ਸ਼ਬਦ ਆ ਗਿਆ, ਥਿਤੀ ਜਿਹੜੀ ਆ, ਇਸ ਕਰਕੇ ਨਾਣੇ ਨੂੰ ਔਂਕੜ ਨਹੀਂ ਹੈਗਾ। ਕਵਣ ਵਾਰ, ਵਾਰ ਦਾ ਕਰਕੇ ਨਾਣੇ ਨੂੰ ਔਂਕੜ ਆ ਗਿਆ। ਸੋ ਇਹ ਵਿਸ਼ੇਸ਼ਣ ਦੇ ਵੀ ਇਸ ਤਰ੍ਹਾਂ ਦੇ ਨਿਯਮ ਹੈਗੇ ਆ। ਵਿਸ਼ੇਸ਼ਣ ਦਾ ਵੀ ਤਕਰੀਬਨ ਉਹਦੇ ਨਾਲ ਮਿਲਦਾ ਜੁਲਦਾ ਹੀ ਆ। ਥੋੜਾ ਜਿਹਾ ਆਪਾਂ ਨੂੰ ਜਦੋਂ ਦੋ ਚਾਰ ਵਾਰੀ ਇਹ ਚੀਜ਼ ਨੂੰ ਸੁਣਦੇ ਦਾ ਫੱਕੜ ਜਾਤੀ, ਫੱਕੜ ਨਾਉ, ਇਹਨੂੰ ਧਿਆਨ ਨਾਲ ਦੇਖਿਓ ਇੱਕ ਮਿੰਟ। ਫੱਕੜ ਜਾਤੀ, ਫੱਕੜ ਨਾਉ, ਫੱਕੜ ਜਾਤੀ, ਫੱਕੜ ਨਾਉ। ਜਾਤੀ ਜਿਹੜਾ ਇਸਤਰੀਵਾਚਕ ਸ਼ਬਦ ਆ, ਇਸ ਕਰਕੇ ਅੜਾੜੇ ਨੂੰ ਔਂਕੜ ਨਹੀਂ ਆਇਆ। ਨਾਉ ਉੱਥੇ ਅੜਾੜੇ ਨੂੰ ਔਂਕੜ ਆ ਗਿਆ। ਸੋ ਇਹ ਵਿਸ਼ੇਸ਼ਣ ਦਾ ਸੀਗਾ। ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਆਹ ਦੇਖਦੇ ਆ ਵਿਸ਼ੇਸ਼ਣ ਲੱਗੇ ਹੋਏ ਆ, ਇਹ ਵਿਸ਼ੇਸ਼ਣ ਲੱਗਿਆ ਹੋਇਆ, ਇਹਦੇ ਨਾਲ ਪੜਨਾਉ ਲੱਗੇ ਹੋਣ, ਵਿਸ਼ੇਸ਼ਣ ਲੱਗੇ ਹੋਣ। ਇੱਥੇ ਪੜਨਾਉ ਆ ਗਿਆ ਵੀ ਇਹ ਤੇ ਉਹ ਆਪਾਂ ਪੜਨਾਉ ਦੇ ਤੌਰ ਤੇ ਵਰਤਦੇ ਹੈਗੇ। ਇਹ ਪੜਨਾਉ ਲੱਗੇ ਹੋਏ ਆ ਤੇ ਇਸੇ ਤਰ੍ਹਾਂ ਇਹਨਾਂ ਦਾ ਵੀ ਉਹੀ ਨਿਯਮ ਹੁੰਦਾ। ਇਹ ਮਾਇਆ, ਮਾਇਆ ਜਿਹੜੀ ਇਸਤਰੀਵਾਚਕ ਆ, ਇਸ ਕਰਕੇ ਹਾਹੇ ਨੂੰ ਔਂਕੜ ਨਹੀਂ ਆਊਗਾ, ਇਹ ਮਾਇਆ ਹੀ ਰਹੂਗਾ। ਕੁਟੁੰਬ ਜਿਹੜਾ ਆ ਪੁਰਸ਼ਵਾਚਕ ਆ, ਪੁਲਿੰਗ ਆ, ਇੱਥੇ ਹਾਹੇ ਨੂੰ ਔਂਕੜ ਆਊਗਾ, ਮਾਇਆ ਦੇ ਨਾਲ ਨਹੀਂ ਆਇਆ, ਇੱਥੇ ਹਾਹੇ ਨੂੰ ਔਂਕੜ ਆਊਗਾ। ਲੇਖਾ ਜਿਹੜਾ ਆ, ਲੇਖਾ ਕੀ ਆ, ਇਸਤਰੀਵਾਚਕ ਆ ਜਾਂ ਪੁਰਸ਼ਵਾਚਕ ਆ? ਪੁਰਸ਼ਵਾਚਕ, ਪੁਲਿੰਗ, ਹਾਂ, ਇੱਥੇ ਆਊਗਾ। ਇਹ ਅੰਤ ਦੇ ਪਹਿਲਾਂ ਹੀ ਲੱਗਿਆ ਹੋਇਆ। ਬੇਨੰਤੀ, ਬੇਨੰਤੀ ਇਸਤਰੀਵਾਚਕ ਆ ਜਾਂ ਪੁਰਸ਼ਵਾਚਕ ਆ? ਇਸਤਰੀਵਾਚਕ। ਬੱਚੇ ਮੇਰੇ ਕੋਲ ਬੈਠੇ, ਮੈਂ ਉਹਨਾਂ ਨੂੰ ਪੁੱਛ ਰਿਹਾ ਸੀ
ਇਸਤਰੀਵਾਚਕ ਹੈਗਾ, ਇਸ ਕਰਕੇ ਇੱਥੇ ਨਹੀਂ ਔਂਕੜ ਆਊਗਾ। ਜਿੱਥੇ ਉਹ ਇਹ ਬੇਨਤੀ ਆਊਗਾ। ਸੋਹਿਲਾ ਪੁਰਸ਼ਵਾਚਕ ਆ, ਸੰਸਾਰ ਪੁਰਸ਼ਵਾਚਕ ਆ। ਸੋ ਇਹ ਜਿਨ ਮਤਲਬ ਪੂਰਾ ਤਾਂ ਮੈਨੂੰ ਵੀ ਨਹੀਂ ਪਤਾ ਹੈਗਾ, ਆਪਾਂ ਵੀ ਸੁਣ ਕੇ ਜਾਂ ਪੁਸਤਕਾਂ ਪੜ੍ਹ ਕੇ ਜਾਂ ਉਹੀ ਆਪਾਂ ਤੁਹਾਡੇ ਨਾਲ ਥੋੜ੍ਹਾ ਜਿਹਾ ਸਾਂਝਾ ਕਰ ਰਹੇ ਹੈਗੇ ਆ। ਪਰ ਇਹ ਨਿਯਮ ਜਿਹੜੇ ਆ ਲਾਗੂ ਹੋਏ ਆ ਗੁਰਬਾਣੀ 'ਚ, ਇਹ ਆਪਾਂ ਸਾਰੇ ਦੇਖ ਸਕਦੇ ਹਾਂ। ਜਦੋਂ ਆਪਾਂ ਗੁਰਬਾਣੀ ਪੜ੍ਹਾਂਗੇ, ਦਰਸ਼ਨ ਕਰਾਂਗੇ, ਤਾਂ ਉਹ ਕੋਈ ਵੀ ਸ਼ਬਦ ਲੈ ਕੇ ਉਹਦੇ 'ਚ ਕੱਢ ਸਕਦੇ ਵੀ ਔਂਕੜ ਇੱਥੇ ਕਿਉਂ ਨਹੀਂ ਹੈਗਾ, ਇੱਥੇ ਹੈਗਾ ਆ। ਤੇ ਆਪਾਂ ਨੂੰ ਇਹ ਚੀਜ਼ਾਂ ਜਿਹੜੇ ਆਪਾਂ ਮਤਲਬ ਪ੍ਰਣਾਮ ਦੇ ਨਿਯਮ ਜਿਹੜੇ ਹੁੰਦੇ ਆ, ਪ੍ਰਣਾਮ ਦੇ ਹੁੰਦੇ, ਪ੍ਰਣਾਮ ਉਹਨੂੰ ਕਹਿੰਦੇ ਜਿਹੜਾ ਨਾਉ ਦੀ ਥਾਂ ਤੇ ਵਰਤਿਆ, ਜਿੱਦਾਂ ਉਹ ਇਹ ਆਪਾਂ ਨਾਉ ਦੀ ਥਾਂ ਤੇ ਵਰਤ ਲੈਣਾ। ਮੈਂ, ਉਹ, ਕਿਸ, ਜਿਸ, ਕਿਸ, ਤਿਸ, ਜਿਤ, ਤਿਤ, ਜਿਨ, ਜਿਹੜਾ, ਕਿਹੜਾ, ਇਹ ਸਾਰੇ ਪੜਨਾਉ ਹੀ ਆ ਜੀ। ਇਹ ਪੜਨਾਉ ਦੇ ਠੀਕ ਹੈ, ਥੈਂਕ ਯੂ। ਹਾਂਜੀ, ਪੜਨਾਉ ਦੇ ਰੂਪ ਦੇ ਵਿੱਚ ਹੀ ਆ ਰਹੇ ਹੈਗੇ ਆ। ਸੋ ਇਹਦੇ ਲਈ ਥੋੜਾ ਜਿਹਾ ਆਪਾਂ ਧਿਆਨ ਦੇਣਾ ਆ। ਨਾਉ ਦੇ ਆਪਾਂ ਨੂੰ ਥੋੜੀ ਜਿਹੀ ਸਮਝ ਪੈ ਗਈ ਆ, ਇਹ ਨਹੀਂ ਹੈ ਵੀ ਆਪਾਂ ਨੂੰ ਨਹੀਂ ਪਈ, ਸਮਝ ਪੈ ਗਈ ਆ। ਕਿਉਂਕਿ ਜੇ ਛੋਟੀ ਬੱਚੀ ਭਾਵਨੀ ਕੌਰ ਸੀ ਉਹਦੇ ਨਾਲ ਆਪਣੇ ਨਾਲ, ਹੁਣ ਵੀ ਹੋਣਗੇ ਮੈਨੂੰ ਲੱਗਦਾ, ਤੇ ਉਹਨਾਂ ਨੇ ਆਪਾਂ ਨੂੰ ਦੱਸਿਆ, ਇਹਦਾ ਮਤਲਬ ਇਹ ਆਪਾਂ ਨੂੰ ਉਹ ਚੀਜ਼ ਜਿਹੜੀ ਆ ਸਮਝ ਪੈ ਸਕਦੀ ਆ। ਇਸੇ ਤਰ੍ਹਾਂ ਹੀ ਪੜਨਾਉ ਦੇ ਹੈਗੇ ਆ। ਪੜਨਾਉ ਦਾ ਨਾਉ ਦੀ ਥਾਂ ਤੇ ਵਰਤਿਆ ਜਾਣ ਵਾਲਾ ਸ਼ਬਦ ਨੂੰ ਅਸੀਂ ਪੜਨਾਉ ਕਹਿੰਦੇ ਆ। ਪੜਨਾਮ ਇੱਕ ਵਚਨ ਜਿਸ, ਕਿਸ, ਤਿਸ, ਇਸ, ਪੁਲੰਗ ਨਾਮ ਤੇ ਇਸਤਰੀ ਲਿੰਗ ਨਾਮ ਦੇ ਨਾਲ ਹਰ ਵਾਰੀ ਔਂਕੜ ਆਊਗਾ। ਚਾਹੇ ਉਹ ਪੁਰਸ਼ਵਾਚਕ ਆ, ਚਾਹੇ ਇਸਤਰੀਵਾਚਕ ਆ, ਚਾਹੇ ਉਹ ਪੁਲਿੰਗ ਆ ਤੇ ਚਾਹੇ ਇਸਤਰੀ ਲਿੰਗ ਆ, ਇਹਨਾਂ ਦੇ ਨਾਲ ਸੱਸੇ ਨੂੰ ਔਂਕੜ ਆਉਣਾ ਹੀ ਆਉਣਾ। ਜਿਸ, ਕਿਸ, ਤਿਸ, ਇਸ, ਇਹਨਾਂ ਦੇ ਨਾਲ। ਅੱਛਾ, ਕਿਸ ਵੇਖਾਂ ਨਾਹੀ ਕੋ ਦੂਜਾ। ਅੱਛਾ, ਜਿਸ ਰਾਖੈ ਤਿਸ ਕੋਇ ਨਾ ਮਾਰੈ। ਇਹਨਾਂ ਸਾਰਿਆਂ ਦੇ ਨਾਲ ਜੋ ਇਸ ਮਾਰੇ ਸੋਈ ਸੂਰਾ। ਹੁਣ ਇੱਥੇ ਜਿਹੜੀ ਇਸ ਆ, ਇਹ ਇਸਤਰੀਵਾਚਕ ਮਾਰੇ ਦੁਬਦਾ ਦੀ ਗੱਲ ਹੋ ਰਹੀ ਹੈ, ਪਰ ਇੱਥੇ ਸੱਸੇ ਨੂੰ ਔਂਕੜ ਆਇਆ ਹੈ। ਉੱਦਾਂ ਆਪਾਂ ਇਹ ਕੀਤਾ ਸੀ, ਜਿਹੜੇ ਇਸਤਰੀਵਾਚਕ ਸ਼ਬਦ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਆਉਣਾ, ਉਹਨਾਂ ਦੇ ਪੜਨਾਉ ਜਾਂ ਵਿਸ਼ੇਸ਼ਣ ਨੂੰ ਔਂਕੜ ਨਹੀਂ ਆਉਣਾ। ਪਰ ਜਿਸ, ਕਿਸ, ਤਿਸ, ਇਸ, ਇਹਦੇ ਵਿੱਚ ਜਿਹੜਾ ਹੈਗਾ, ਚਾਹੇ ਇਸਤਰੀਵਾਚਕ ਆ ਦੇ ਨਾਲ ਲੱਗਿਆ ਹੋਇਆ, ਚਾਹੇ ਪੁਲਿੰਗ ਦੇ ਨਾਲ ਆ, ਉੱਥੇ ਜਿਹੜਾ ਆ ਔਂਕੜ ਆਉਣਾ ਆ। ਸੋ ਇੱਕ ਚੀਜ਼ ਆ ਹੈਗੀ ਆ, ਕੱਕਾ, ਦੱਦਾ, ਤੱਤਾ, ਨੰਨਾ ਤੇ ਹੀ। ਕੱਕਾ ਮਤਲਬ ਕੱਕੇ ਦੇ ਨਾਲ ਜਿਹੜੇ ਸੰਬੰਧਕ ਜਿੰਨੇ ਵੀ ਬਣਦੇ ਹੈਗੇ ਆ, ਕੱਕੇ ਦੇ ਨਾਲ। ਇਹ ਤਾਂ ਆਪਾਂ ਕਰ ਲਿਆ ਨਾ ਵੀ ਜਿਹਦਾ ਜਿਸ, ਕਿਸ, ਤਿਸ, ਇਸ, ਇਹ ਪੁਲਿੰਗ ਨਾਮ ਹੋਵੇ ਜਾਂ ਇਸਤਰੀ ਹੋਵੇ, ਇਸਤਰੀਵਾਚਕ ਹੋਵੇ, ਇਹਨਾਂ ਦੇ ਨਾਲ ਜੇ ਕੱਕਾ, ਦੱਦਾ, ਤੱਤਾ, ਨੰਨਾ ਵਾਲੇ ਸੰਬੰਧਕ ਲੱਗੇ ਹੋਏ ਆ, ਕੱਕੇ ਵਾਲੇ ਕਾ, ਕੇ, ਕੀ, ਕੋ, ਕੈ, ਦੱਦੇ ਵਾਲੇ ਦਾ, ਦੇ, ਦੀ, ਦੈ, ਤੱਤੇ ਵਾਲੇ ਤੇ, ਨੰਨੇ ਵਾਲੇ ਨੌ, ਨੂੰ, ਨੌ, ਇਹ ਆ ਜਦੋਂ ਇਹ ਵਰਤੇ ਜਾਣ ਫਿਰ ਔਂਕੜ ਇਹਦਾ ਖਤਮ ਹੁੰਦਾ, ਜਿਸ, ਕਿਸ, ਤਿਸ ਦਾ। ਉਦਾਂ ਇਹਦਾ ਔਂਕੜ ਰਹਿ ਜਾਂਦਾ। ਪਰ ਜੇ ਕੱਕਾ, ਦੱਦਾ, ਤੱਤਾ, ਨੰਨਾ ਤੇ ਹੀ, ਇਹ ਜਿਹੜੇ ਹੈਗੇ ਆ ਸੰਬੰਧਕ, ਇਹ ਲੱਗੇ ਹੋਣ, ਇਹਨਾਂ ਅੱਖਰਾਂ ਨਾਲ ਸ਼ੁਰੂ ਹੋਣ ਵਾਲੇ ਸੰਬੰਧਕ ਲੱਗੇ ਹੋਣ, ਫਿਰ ਨਹੀਂ ਆਉਂਦਾ ਹੈਗਾ। ਜਿਵੇਂ ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਕਾ ਲੱਗਿਆ ਹੈ, ਪਰ ਉਦਾਂ ਜਿਹੜੇ ਆਪਾਂ ਕੀਤਾ ਸੀ ਵੀ ਜਿਸ, ਕਿਸ, ਤਿਸ, ਇਸ ਨੂੰ ਔਂਕੜ ਆਉਣਾ ਹੀ ਆਉਣਾ ਆ, ਭਾਵੇਂ ਇਸਤਰੀਵਾਚਕ ਆ ਤੇ ਭਾਵੇਂ ਪੁਰਸ਼ਵਾਚਕ ਆ। ਪਰ ਇੱਥੇ ਆ ਗਿਆ ਕਾ, ਕੱਕੇ ਨਾਲ। ਦੱਦੇ ਨਾਲ ਦੇਖੀਏ, ਕੱਕੇ ਨਾਲ ਦੋ ਹੋ ਗਿਆ ਸ਼ਬਦ ਆਪਣੇ ਕੋਲ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਇਸ ਕਰਕੇ ਜਿਸ ਦਾ ਸੱਸੇ ਨੂੰ ਔਂਕੜ ਹਟ ਗਿਆ। ਤਿਸ ਕੈ ਭਾਣੇ ਕੋਈ ਨਾ ਭੂਲਾ, ਜਿਨ ਸਗਲੋ ਬ੍ਰਹਮ ਪਛਾਤਾ, ਕਹਿ ਲੱਗ ਗਿਆ, ਤਾਂ ਕਰਕੇ ਤਿਸ ਦੇ ਸੱਸੇ ਨੂੰ ਔਂਕੜ ਉੱਡ ਗਿਆ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਨੌ ਆ ਗਿਆ, ਕਿਸ ਦਾ ਤਾਂ ਸੱਸੇ ਦਾ ਔਂਕੜ ਹਟ ਗਿਆ। ਤਿਸ ਦਾ ਆ ਗਿਆ, ਕੱਕਾ, ਦੱਦਾ, ਨੰਨਾ, ਤਿਸ ਦਾ ਕੁੱਠਾ ਹੋਵੇ ਸ਼ੇਖ। ਇਸ ਤਰ੍ਹਾਂ ਜਿਸ ਨੌ, ਨੌ ਆ ਗਿਆ, ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ। ਇਸੇ ਤਰ੍ਹਾਂ ਹੀ ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਸੋ ਇਦਾਂ ਹੀ ਜੇ ਹੀ ਵੀ ਲੱਗਾ ਹੋਵੇ, ਕਿਤੇ ਤੱਤੇ ਵਾਲਾ ਵੀ ਹੋਵੇ, ਉੱਥੇ ਵੀ ਨਹੀਂ ਆਉਣਾ। ਜੇ ਹੀ ਵੀ ਲੱਗਾ ਹੋਵੇ, ਜਿਸ ਹੀ ਕੀ ਸਰਕਾਰ, ਕੀ ਤੇ ਚਲੋ ਬਾਅਦ ਚ ਆਇਆ ਨਾ, ਪਹਿਲਾਂ ਹੀ ਆ ਗਿਆ ਵਿੱਚ। ਤਿਸ ਹੀ ਕਾ ਸਭ ਕੋਈ, ਇਹਦੇ ਸੱਸੇ ਨੂੰ, ਦੋਨਾਂ ਦੇ ਜਿਸ ਦੇ ਤੇ ਤਿਸ ਦੇ ਸੱਸੇ ਨੂੰ ਜਿਹੜਾ ਔਂਕੜ ਆ ਉਹ ਖਤਮ ਹੋ ਗਿਆ। ਕਿਸੇ ਹੀ ਬੁੱਤੈ ਜਵਾਬ ਨਾ ਹੋਈ। ਇੱਥੇ ਵੀ ਹੀ ਲੱਗਣ ਦਾ ਕਰਕੇ, ਹੁਣ ਇੱਥੇ ਕੀ ਕਾ, ਕੀ ਕੁਛ ਨਹੀਂ ਲੱਗਿਆ ਹੋਇਆ, ਕੱਲੀ ਹੀ ਆ। ਇਸ ਕਰਕੇ ਕਿਸ ਦੇ ਸੱਸੇ ਨੂੰ ਔਂਕੜ ਜਿਹੜਾ ਉਹ ਹਟ ਗਿਆ ਹੈਗਾ। ਇਸੇ ਤਰ੍ਹਾਂ ਜਿੱਤ, ਤਿੱਤ, ਪੜਨਾਵੀ ਵਿਸ਼ੇਸ਼ਣ ਸਦਾ ਔਂਕੜ ਸਹਿਤ ਹੀ ਆਉਂਦੇ ਆ।
ਜਿਤ ਤਿਤ, ਇਹ ਪ੍ਰਣਾਮੀ ਵਿਸ਼ੇਸ਼ਣ ਹੈ। ਇਹਨਾਂ ਦੇ ਨਾਲ ਔਂਕੜ ਲੱਗਿਆ ਹੀ ਹੁੰਦਾ। ਜਿਤ ਦਿਨ ਦੇ ਬਿਨਸ ਸੀ, ਤਿਤ ਵੇਲਾ ਕੈਸਨ ਪ੍ਰੇਤ। ਜੇ ਇਹ ਜਿਸ ਕਿਸ ਤਿਸ ਜਿਹੜੀ ਆਪਾਂ ਗੱਲ ਕੀਤੀ ਸੀਗੀ, ਪ੍ਰਣਾਮੀ ਵਿਸ਼ੇਸ਼ਣ ਹੋਣ ਤਾਂ ਔਂਕੜ ਲੱਗਾ ਰਹਿੰਦਾ ਆ। ਉਹਦਾ ਪਤਾ ਕੀ ਕਰ ਹੀ ਚੁੱਕੇ ਆ ਵੀ ਇਹਨਾਂ ਦੇ ਨਾਲ ਔਂਕੜ ਲੱਗਣੇ, ਪਰ ਜੇ ਪ੍ਰਣਾਮੀ ਵਿਸ਼ੇਸ਼ਣ ਵੀ ਹੋਣ ਫਿਰ ਵੀ ਲੱਗਾ ਰਹਿੰਦਾ। ਇਸ ਮਨ ਤੇ ਸਭ ਪਿੰਡ ਪਰਾਣਾ, ਤਿਸ ਜਨ ਕੋ ਇਸ ਜਿਸ ਧਨ ਕਾ ਤੁਮ ਗਰਵ ਕਰ ਦੋ। ਜੇ ਇਹਨਾਂ ਜਿਹੜੇ ਜਿਸ ਕਿਸ ਤਿਸ ਇਸ ਦੇ ਨਾਲ ਸੰਬੰਧਕ ਕਾ ਕੇ ਕੀ ਆਪਾਂ ਜਿੱਦਾਂ ਕੱਕਾ ਦੱਦਾ ਤੱਤਾ ਨੰਨਾ ਹੀ ਵਾਲਾ ਕਰ ਲਿਆ ਹੈਗਾ, ਉਹਨਾਂ ਤੋਂ ਬਿਨਾਂ ਜੇ ਹੋਰ ਸੰਬੰਧਕ ਲੱਗੇ ਹੋਣ, ਜਿੱਦਾਂ ਵਿੱਚ ਲੱਗਿਆ ਹੋਵੇ, ਉੱਪਰ ਲੱਗਿਆ ਹੋਵੇ, ਨਾਲ ਲੱਗਿਆ ਹੋਵੇ, ਮੈਂ ਲੱਗਿਆ ਹੋਵੇ, ਜਿਹੜੇ ਦੂਸਰੇ ਸੰਬੰਧਕ ਆ ਉਹ ਲੱਗੇ ਹੋਣ, ਤਾਂ ਫਿਰ ਵੀ ਇਹਨਾਂ ਦਾ ਔਂਕੜ ਖਤਮ ਨਹੀਂ ਹੁੰਦਾ। ਉੱਦਾਂ ਸੰਬੰਧਕ ਦੇ ਨਾਲ ਔਂਕੜ ਖਤਮ ਹੋ ਜਾਂਦਾ ਆ, ਪਰ ਇਹਨਾਂ ਦੇ ਨਾਲ ਸਿਰਫ ਕੱਕਾ ਦੱਦਾ ਤੱਤਾ ਨੰਨਾ ਤੇ ਹੀ, ਕੱਕਾ ਦੱਦਾ ਤੱਤਾ ਨੰਨਾ ਵਾਲੇ ਜਿਹੜੇ ਹੈਗੇ ਆ ਸੰਬੰਧਕ ਤੇ ਹੀ ਲੱਗਿਆ ਹੋਵੇ, ਫਿਰ ਔਂਕੜ ਇਹਨਾਂ ਦਾ ਖਤਮ ਹੁੰਦਾ। ਨਹੀਂ ਤਾਂ ਹੋਰ ਜਿਹੜਾ ਮਰਜ਼ੀ ਸੰਬੰਧਕ ਲੱਗਿਆ ਹੋਵੇ, ਚਾਹੇ ਕੋਈ ਇਸਤਰੀਵਾਚਕ ਸ਼ਬਦ ਦੇ ਨਾਲ ਲੱਗਿਆ, ਚਾਹੇ ਪੁਰਸ਼ਵਾਚਕ ਨਾਲ ਲੱਗਿਆ ਆ, ਫਿਰ ਇਹਨਾਂ ਦਾ ਔਂਕੜ ਆ ਬਰਕਰਾਰ ਰਹਿੰਦਾ, ਫਿਰ ਖਤਮ ਨਹੀਂ ਹੁੰਦਾ। ਜਿਸਾਂ ਘਰ ਮੰਦਰ ਹਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਹਿਣ। ਵਿੱਚ ਜਿਹੜਾ ਸੰਬੰਧਕ ਲੱਗਿਆ ਹੋਇਆ ਹੈ, ਜੇ ਸੰਬੰਧਕ ਲੱਗਿਆ ਫਿਰ ਵੀ ਇਹਦਾ ਰਹਿ ਗਿਆ। ਪਰ ਜੇ ਕੱਕੇ ਨਾਲ ਸੰਬੰਧਕ ਸ਼ੁਰੂ ਹੁੰਦਾ, ਵਿੱਚ ਦੀ ਜਗ੍ਹਾ ਤੇ ਕੇ ਹੁੰਦਾ, ਕੀ ਹੁੰਦਾ, ਕੌ ਹੁੰਦਾ, ਦਾ ਦੇ ਦੀ ਹੁੰਦਾ, ਦੇ ਹੁੰਦਾ, ਤੇ ਹੁੰਦਾ, ਨੌ ਹੁੰਦਾ, ਨੌ ਹੁੰਦਾ, ਨੂੰ ਹੁੰਦਾ, ਫਿਰ ਇਹਦਾ ਉੱਡਣਾ ਸੀ। ਉੱਦਾਂ ਨਹੀਂ, ਬਾਕੀ ਦੇ ਸਾਰੇ ਸੰਬੰਧਕਾਂ ਦੇ ਨਾਲ ਇਹੀ ਰਹਿੰਦਾ ਹੈ। ਜਿਸ ਉੱਪਰ ਹੋਵਤ ਦਇਆਲ, ਉੱਪਰ ਜਿਹੜਾ ਆ ਸੰਬੰਧਕ ਆ, ਤਿਸ ਨਾਲ ਸੰਬੰਧਕ ਆ, ਕਿਆ ਚੱਲੇ ਪਹਿਨਾਮੀ। ਸੋ ਜਿਸ ਕਿਸ ਤਿਸ ਇਸ ਦਾ ਧਿਆਨ ਰੱਖਣਾ ਵੀ ਜਿਹੜੇ ਕੱਕਾ ਦੱਦਾ ਤੱਤਾ ਨੰਨਾ ਹੀ ਆ, ਤਾਂ ਇਹਨਾਂ ਦਾ ਜਿਹੜਾ ਹੈਗਾ ਔਂਕੜ ਪ੍ਰਭਾਵਿਤ, ਨਹੀਂ ਤਾਂ ਔਂਕੜ ਇਹਨਾਂ ਦੇ ਨਾਲ ਆਉਣਾ ਹੀ ਆਉਣਾ, ਇਹਨਾਂ ਦੇ ਨਾਲ ਔਂਕੜ ਨਹੀਂ ਹੋਣਾ ਹੈਗਾ। ਜੇ ਇਹ ਚਾਰ ਅੱਖਰ ਤੇ ਹੀ, ਚਾਰ ਅੱਖਰਾਂ ਵਾਲੇ ਸੰਬੰਧਕ ਜਿਹੜੇ ਇਹਨਾਂ ਤੋਂ ਸ਼ੁਰੂ ਹੁੰਦੇ ਆ ਤੇ ਹੀ ਹੋਵੇ। ਸੋ ਇਹ ਸੀਗਾ ਥੋੜਾ ਜਿਹਾ ਔਂਕੜ ਦੇ ਨਿਯਮਾਂ ਦੇ ਸੰਬੰਧ ਦੇ ਵਿੱਚ। ਹੁਣ ਆਪਣੇ ਕੋਲ ਇੱਕ ਚੀਜ਼ ਹੋਰ ਹੈਗੀ ਹੈ, ਕਈ ਵਾਰ ਆਪਾਂ ਨੂੰ ਇਹ ਚੀਜ਼ਾਂ ਸਮਝ ਨਹੀਂ ਪੈਂਦੀਆਂ। ਆਪਾਂ ਥੋੜਾ ਪਾਠ ਕਰ ਲਈਏ, ਬਾਣੀ ਪੜ੍ਹ ਲਈਏ, ਮੇਰੇ ਕੋਲ ਸਿਹਾਰੀ ਵਾਲੀ ਵੀ ਬਿਲਕੁਲ ਪ੍ਰੈਜੈਂਟੇਸ਼ਨ ਤਿਆਰ ਪਈ ਆ। ਇਹ ਹੁਣ ਆਪ ਜੀ ਤੇ ਨਿਰਭਰ ਕਰਦਾ। ਜੇ ਆਪ ਚਾਹੁੰਦੇ ਹੋ ਕਿ ਇਹ ਚੀਜ਼ ਆਪ ਠੀਕ ਲੱਗਦੀ ਹੈ, ਮੇਰੇ ਹਿਸਾਬ ਦੇ ਨਾਲ ਕੋਈ ਸੀਕੁਐਂਸ ਜਿਹਾ ਬਣਿਆ ਰਹੂਗਾ, ਜੇ ਕਿਸੇ ਨੇ ਵੀਡੀਓ ਵੀ ਦੇਖਣੀਆਂ ਹੋਣਗੀਆਂ। ਜੇ ਆਪ ਜੀ ਚਾਹੁੰਦੇ ਹੋ ਤਾਂ ਆਪਾਂ ਸਿਹਾਰੀ ਵਾਲਾ ਸ਼ੁਰੂ ਕਰ ਲਈਏ, ਜੇ ਨਹੀਂ ਚਾਹੁੰਦੇ ਤਾਂ ਉਹਨੂੰ ਆਪਾਂ ਪੋਸਟਪੋਨ ਕਰ ਲੈਨੇ, ਫਿਰ ਕਿਤੇ ਕਰ ਲਾਂਗੇ। ਤੇ ਉਹ ਸਿਹਾਰੀ ਦੇ ਵੀ ਥੋੜੇ ਜਿਹੇ ਨਿਯਮ ਹੈਗੇ ਆ, ਉਹ ਆਪ ਜੀ ਚਾਰ ਦੱਸੋ, ਆਪ ਜੀ ਕਿਸ ਤਰ੍ਹਾਂ ਸਹਿਮਤ ਹੈਗੇ, ਉਸ ਤਰ੍ਹਾਂ ਹੀ ਆਪਾਂ ਕਰ ਕਰ ਸਕਦੇ ਆ ਜੀ। ਹੁਣ ਵੀ ਸਮਝ ਤੇ ਆ ਰਿਹਾ ਕਾਫੀ ਅੱਛਾ। ਹਾਂ, ਮੇਰਾ ਕਹਿਣ ਦਾ ਮਤਲਬ ਕਈ ਚੀਜ਼ਾਂ ਇੱਦਾਂ ਦੀਆਂ ਹੈਗੀਆਂ ਜਿਹੜੀ ਹੁਣ ਸਾਰੀ ਸੰਗਤ ਬੈਠੀ ਆ, ਸਾਰੇ ਗੁਰਮੁਖ ਪਿਆਰੇ ਹੋ, ਇਹਨਾਂ ਦੇ ਵਿੱਚੋਂ ਹੋ ਸਕਦਾ ਆ 50%, 60%, 70% ਦੇ ਉੱਪਰ ਦੀ ਲੰਘ ਜਾਵੇ ਇਹ ਚੀਜ਼, ਵੀ ਸਾਨੂੰ ਨਹੀਂ ਇਹ ਸਮਝ ਪਈ ਹੈਗੀ ਜਾਂ ਥੋੜੀ ਪਈ ਹੈ, ਮਤਲਬ ਇਹ ਪੋਸੀਬਲ ਹੈਗਾ ਆ। ਪਰ ਇਹ ਚੀਜ਼ਾਂ ਜਦੋਂ ਸ਼ੁਰੂ ਕਰਦੇ, ਜਦੋਂ ਮੈਂ ਸ਼ੁਰੂ ਕੀਤੀ ਸੀ ਗ੍ਰਾਮਰ, ਤੇ ਮੈਨੂੰ ਪਹਿਲਾਂ ਸਮਝ ਹੀ ਨਹੀਂ ਸੀ ਪੈਂਦੀ ਵੀ ਇਹ ਕੀ ਲਿਖਿਆ ਆ, ਕੀ ਹੈਗਾ। ਪਰ ਜਦੋਂ ਆਪਣਾ ਥੋੜਾ ਮਿਹਨਤ ਕਰਦੇ, ਟੇਸਟ ਬਣ ਜਾਂਦਾ ਆ, ਫਿਰ ਆਪਾਂ ਨੂੰ ਸਮਝ ਪੈਣ ਲੱਗ ਪੈਂਦੀ ਹੈਗੀ। ਮੇਰੇ ਬਹੁਤ ਸਤਿਕਾਰਯੋਗ ਭੈਣ ਜੀ ਹੋਣਾ ਨੇ ਅੱਜ ਮੈਨੂੰ ਬੁੱਕ ਭੇਜੀ ਆ, ਮੈਂ ਬੁੱਕ ਬਹੁਤ ਦੇਰ ਦੀ ਲੱਭਦਾ ਸੀਗਾ, ਉਹ ਗ੍ਰਾਮਰ ਦੇ ਨਾਲ ਸੰਬੰਧਿਤ ਹੈਗੀ ਆ। ਉਹਨਾਂ ਨੇ ਮੈਨੂੰ ਉਹ ਡਿਜੀਟਲ ਬੁੱਕ ਹੈਗੀ ਆ, ਉਹਨਾਂ ਨੇ ਮੈਨੂੰ WhatsApp ਤੇ ਭੇਜੀ, ਤੇ ਮੈਂ ਬਹੁਤ ਧੰਨਵਾਦ ਕੀਤਾ ਉਹਨਾਂ ਦਾ। ਭੈਣ ਜੀ ਬਹੁਤ ਧੰਨਵਾਦ ਆ। ਮੈਂ ਕਾਫੀ ਦੇਰ ਸਾਨੂੰ ਵੀ ਮਿਲ ਸਕਦੀ ਹੈ ਬੁੱਕ ਜੀ? ਮੈਂ ਤੁਹਾਨੂੰ ਭੇਜ ਭਾਈ ਜੀ, ਜਿਹੜਾ ਤੁਸੀਂ ਪਿੱਛੇ ਇੱਕ ਸਲਾਈਡ ਦਿਖਾਈ ਸੀ ਨਾ, ਉਹ ਇੱਕ ਵਾਰੀ ਫੇਰ ਸਮਝਾ ਦੂੰਗੇ, ਉਹ ਸਮਝ ਨਹੀਂ ਲੱਗੀ। ਕੋਈ ਨਹੀਂ, ਇਹ ਵਾਲੀ ਕਹਿ ਰਹੇ ਹੋ ਜੀ? ਹਾਂਜੀ। ਜਿਹੜੇ ਇਹਨਾਂ ਦੇ ਨਾਲ, ਆਪ ਜੀ ਦਾ ਸ਼ੁਭ ਨਾਮ ਕੀ ਹੈ ਭੈਣ ਜੀ? ਰਵਜੀਤ। ਹਾਂਜੀ, ਰਵਜੀਤ ਕੌਰ ਜੀ। ਤੁਸੀਂ ਦੇਖਿਓ, ਜਿਹੜੀ ਮਾਇਆ ਆ, ਮਾਇਆ ਫੈਮਿਲੀਨ ਆ ਕਿ ਮੈਸਕੁਲੀਨ ਆ? ਮੇਰਾ ਕਹਿਣ ਦਾ ਮਤਲਬ ਪੁਲਿੰਗ ਆ ਕਿ ਇਸਤਰੀਵਾਚਕ ਹੈ? ਇਹ ਸ਼ਬਦ ਹੈਗਾ ਹੈ ਇਸਤਰੀਵਾਚਕ। ਹਾਂ, ਇਸਤਰੀਵਾਚਕ ਆ, ਠੀਕ ਹੈ ਨਾ। ਜਿਹੜੇ ਇਸਤਰੀਵਾਚਕ ਉਹਨਾਂ ਨੂੰ ਇੰਗਲਿਸ਼ ਫੈਮਿਨੀਨ ਕਹਿੰਦੇ ਨੇ, ਫੈਮਿਨੀਨ ਕਹਿੰਦੇ ਆ। ਜਿਹੜੇ ਪੁਰਸ਼ਵਾਚਕ ਆ, ਪੁਲਿੰਗ ਆ, ਉਹਨਾਂ ਨੂੰ ਮੈਸਕੁਲੀਨ ਕਹਿੰਦੇ ਇੰਗਲਿਸ਼ ਦੇ ਵਿੱਚ। ਸੋ ਜਿਹੜੇ ਇਸਤਰੀਵਾਚਕ ਸ਼ਬਦ ਹੈਗੇ ਆ, ਉਹਨਾਂ ਦੇ ਨਾਲ ਔਂਕੜ ਨਹੀਂ ਆਉਂਦਾ ਜਿਹੜੇ ਨਾਉਨ ਹੈਗੇ ਆ। ਪਰ ਜੇ ਉਹਨਾਂ ਦੇ ਪ੍ਰਣਾਉ, ਜਿੱਦਾਂ ਇਹ ਪ੍ਰਣਾਉ ਲੱਗਿਆ ਹੋਇਆ ਆ ਇੱਥੇ ਵੀ, ਜਾਂ ਸੰਬੋਧਨ ਸ਼ਬਦ ਲਾ ਲਈ ਜਾਂ ਪ੍ਰਣਾਉ ਲਾ ਲਈ, ਇੱਥੇ ਵੀ ਇਹਦਾ ਜਿਹੜਾ ਆ ਉਹ ਔਂਕੜ ਨਹੀਂ ਆਉਣਾ, ਕਿਉਂਕਿ ਮਾਇਆ ਦਾ ਕਰਕੇ ਹਾਹੇ ਨੂੰ ਔਂਕੜ ਨਹੀਂ ਆ ਰਿਹਾ। ਇਹ ਗੁਰਬਾਣੀ 'ਚ ਇਸ ਤਰ੍ਹਾਂ ਹੀ ਆਊਗਾ। ਇਹ ਮਾਇਆ, ਜਾਂ ਈੜੀ ਨੂੰ ਸਿਹਾਰੀ ਵੀ ਆ ਸਕਦੀ ਆ, ਇਹ ਮਾਇਆ, ਠੀਕ ਹੈ ਜੀ।
ਲਾਮ ਵੀ ਆ ਸਕਦੀ। ਜਿਹੜਾ ਕੁਟੰਬ ਆ ਇਹ ਮੈਸਕੂਲੀਨ ਆ, ਪੁਰਸ਼ਵਾਚਕ ਸ਼ਬਦ ਆ, ਪੁਲਿੰਗ ਆ, ਇਸ ਕਰਕੇ ਇਹਦੇ ਹਾਹੇ ਨੂੰ ਔਂਕੜ ਆ। ਦੂਸਰੇ ਵੀ ਇਸੇ ਤਰ੍ਹਾਂ ਹੀ ਆ। ਹੁਣ ਤੁਸੀਂ ਇਹਦੇ ਵਿੱਚੋਂ ਚੁਣੋ ਕਿਹੜੇ ਇਸਤਰੀਵਾਚਕ ਸ਼ਬਦ ਕਿਹੜੇ ਆ, ਜਿੱਦਾਂ ਲੇਖਾ ਆ, ਅੰਤ ਆ, ਬੇਨੰਤੀ ਆ, ਸੋਹਿਲਾ ਤੇ ਸੰਸਾਰ ਆ। ਇਹਨਾਂ ਵਿੱਚੋਂ ਇਸਤਰੀਵਾਚਕ ਸ਼ਬਦ ਕਿਹੜੇ ਆ? ਲੇਖਾ, ਅੰਤ, ਬੇਨੰਤੀ, ਸੋਹਿਲਾ ਤੇ ਸੰਸਾਰ। ਰਬਜੀਤ ਕੌਰ ਜੀ। ਬੇਨਤੀ ਹਾਂਜੀ, ਬੇਨਤੀ ਜੀ, ਬੇਨਤੀ ਬੇਨਤੀ ਜਾਂ ਬੇਨੰਤੀ, ਬੇਨੰਤੀ, ਸੌਰੀ ਬੇਨੰਤੀ, ਸੌਰੀ ਬੇਨੰਤੀ। ਇਹਦਾ ਮਤਲਬ ਬੇਨੰਤੀ ਵਾਲੇ ਇਹ ਨੂੰ ਨਹੀਂ ਔਂਕੜ ਆਊਗਾ, ਬਾਕੀਆਂ ਨੂੰ ਆਊਗਾ ਨਾ ਜੀ। ਹਾਂਜੀ, ਬਸ ਇਹੀ ਸੀਗਾ, ਇਹੀ ਇਹਦਾ ਹੈਗਾ। ਇਸ ਤਰ੍ਹਾਂ ਹੀ ਆ, ਗੁਰਬਾਣੀ ਵਿੱਚ ਵੀ ਇਸ ਤਰ੍ਹਾਂ ਹੀ ਆ। ਇੱਕ ਹੋਰ ਜੀ ਜਿਹੜਾ ਇਹ ਹੈਗਾ, ਇਹ ਸੰਬੋਧਨ ਹੈ? ਮੈਨੂੰ ਲੱਗਦਾ ਕਿ ਇੱਥੇ ਤਾਂ ਇਹ ਸੰਬੋਧਨ ਹੀ ਆ ਜੀ। ਠੀਕ ਹੈ ਜੀ, ਇੱਥੇ ਤਾਂ ਸੰਬੋਧਨ ਆ। ਇਹ ਮਾਇਆ, ਇਹ ਕੁਟੰਬ, ਇਹ ਲੇਖਾ, ਹਨਾ ਜੀ। ਠੀਕ ਹੈ ਜੀ, ਸਮਝ ਲੱਗ ਗਈ ਜੀ। ਹਾਂਜੀ ਹਾਂਜੀ। ਤੇ ਉਹ ਇਸ ਤੋਂ ਨੈਕਸਟ ਜਿਹੜੀ ਸਲਾਈਡ ਪ੍ਰਣਾਮ ਵਾਲੀ ਸੀਗੀ, ਹਾਂਜੀ, ਇਹ ਪ੍ਰਣਾਮ ਦੇ ਤੌਰ ਤੇ ਵੀ ਆਉਂਦਾ, ਉਹ ਪ੍ਰਣਾਮ ਦੇ ਤੌਰ ਤੇ ਵੀ ਆਉਂਦਾ ਨਾ ਜੀ। ਹਾਂਜੀ, ਠੀਕ ਹੈਗਾ, ਕੋਈ ਨਹੀਂ। ਆਪਾਂ ਹੁਣ ਫਿਰ ਇਹਦੇ ਤੇ ਕੋਈ ਹੋਰ ਕੋਈ ਕੁਐਸਚਨ ਹੈਗਾ ਜੀ ਆਪ ਜੀ ਦਾ, ਕਿਸੇ ਦਾ ਤੇ ਕਰੀਏ, ਨਹੀਂ ਫਿਰ ਆਪਾਂ ਸਿਹਾਰੀ ਵਾਲੇ ਤੇ ਚੱਲੀਏ ਅੱਗੇ। ਤੇ ਦੋਨੋਂ ਦਾ ਪ੍ਰੋਨਾਂਸੀਏਸ਼ਨ ਇਹ ਕਰਕੇ ਹੋਏਗਾ, ਇਹੋ ਤੇ ਨਹੀਂ ਹੋਏਗਾ ਨਾ? ਇਹਦੇ ਬਾਰੇ ਜਿਹੜਾ ਹੈਗਾ ਨਾ, ਇਹਦੇ ਬਾਰੇ ਆਪਾਂ ਮੈਂ ਬੇਨਤੀ ਅੱਗੇ ਵੀ ਕੀਤੀ ਸੀ, ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਨ ਲੱਗਣਾ ਨਾ ਜੀ, ਉਦੋਂ ਆਪਾਂ ਇਹ ਕਰ ਲੈਣਾ ਆ। ਇਹਦੇ ਬਾਰੇ ਇਸ ਤਰ੍ਹਾਂ ਹੈਗਾ ਕਿ ਜਿੱਥੇ ਨਾਉ ਜਾਂ ਪੜਨਾਉ ਦੇ ਤੌਰ ਤੇ ਆਏ ਹੈਗੇ ਇਹ ਸ਼ਬਦ, ਉੱਥੇ ਇਹਨਾਂ ਦਾ ਇਹੀ ਰਹਿੰਦਾ ਹੈਗਾ ਆ। ਠੀਕ ਹੈ ਨਾ। ਕਈਆਂ ਥਾਵਾਂ ਤੇ ਹੋ ਸਕਦਾ ਇਹਨਾਂ ਦਾ ਉਚਾਰਨ ਇਹੋ ਹੋ ਜਾਵੇ। ਠੀਕ ਹੈ ਜੀ। ਉਹ ਜਿਹੜਾ ਇਸੇ ਤਰ੍ਹਾਂ ਹੀ ਜਿਹੜੇ ਦੂਸਰੇ ਵੀ ਸ਼ਬਦ ਹੈਗੇ ਹਾਹੇ ਨੂੰ ਔਂਕੜ ਵਾਲੇ, ਜਿਹੜੇ ਨਾਉ ਜਾਂ ਪੜਨਾਉ ਦੇ ਰੂਪ ਦੇ ਵਿੱਚ ਆਉਂਦੇ ਹੈਗੇ ਆ, ਜਾਂ ਉਹਨਾਂ ਦੇ ਨਾਲ ਜਿਹੜਾ ਹੈਗਾ ਆ ਔਂਕੜ ਉਚਾਰਨ ਦਾ ਅੰਗ ਨਹੀਂ ਹੁੰਦਾ, ਪਰ ਜਿੱਥੇ ਉਹ ਵਰਬ ਦੇ ਰੂਪ ਦੇ ਵਿੱਚ ਆਉਂਦਾ ਹਾਹੇ ਨੂੰ ਔਂਕੜ, ਉੱਥੇ ਆਪਾਂ ਉਹਦਾ ਉਚਾਰਨ ਕਰਦੇ ਹੈਗੇ ਆ। ਇਹ ਜਿਹੜਾ ਹੈ ਉਹ ਵਰਬ ਦੇ ਰੂਪ ਵਿੱਚ ਵੀ ਆਉਂਦਾ ਹੈ? ਇਹ ਸ਼ਬਦ ਵਰਬ ਦੇ ਰੂਪ ਚ ਨਹੀਂ ਆਉਂਦਾ ਹੈ ਕਿਤੇ, ਮੈਨੂੰ ਇਹ ਨਹੀਂ ਆਉਂਦਾ ਹਮੇਸ਼ਾ। ਮੇਰੇ ਖਿਆਲ ਇਹ ਤੇ ਬਿਨਾ ਇਹੋ ਕਰਕੇ ਨਹੀਂ ਹੋਏਗਾ। ਜੇ ਇਹੋ ਹੋੜਾ ਲੱਗਾ ਹੋਇਆ ਹੈ ਫਿਰ ਉਹਦੇ ਚ ਏਦਾਂ ਹੋਣਾ ਨਾ ਜੀ, ਜਦੋਂ ਆਪਾਂ ਇਹਦੀ ਆਪਾਂ ਉਚਾਰਨ ਦੀ ਗੱਲ ਕਰਾਂਗੇ ਨਾ ਜੀ। ਹਾਂਜੀ, ਓਕੇ। ਜਿਸ ਤਰ੍ਹਾਂ ਹੁਣ ਇੱਕ ਮਿੰਟ ਜੀ, ਮੈਂ ਆਪ ਦੇਖਣ ਲੱਗਿਆ, ਆਪਾਂ ਦੇਖ ਲਾਂਗੇ। ਮੇਰਾ ਹਾਲੇ ਉਧਰ ਨੂੰ ਧਿਆਨ ਨਹੀਂ ਗਿਆ, ਮੇਰਾ ਮਤਲਬ ਉਸ ਪਾਸੇ ਨੂੰ ਨਹੀਂ ਸੀ ਗਿਆ ਹਾਲੇ, ਪਰ ਤੁਹਾਡਾ ਕੁਐਸਚਨ ਆ ਗਿਆ, ਆਪਾਂ ਇੱਥੋਂ ਕਰ ਲੈਣੇ। ਜਿਸ ਤਰ੍ਹਾਂ ਇਹ ਹੈਗਾ ਆ, ਠੀਕ ਹੈ ਜੀ, ਜਾਂ ਆਪਾਂ ਇਹ ਲੈ ਲਈਏ, ਇਹ ਹੋਏਗਾ ਆ, ਠੀਕ ਹੈ ਜੀ। ਹੁਣ ਜੇ ਇਹਦਾ ਉਚਾਰਨ ਆਪਾਂ ਇਹ ਨਹੀਂ ਬਣਾ ਸਕਦੇ, ਇਹਦਾ ਵੀ ਉਚਾਰਨ ਆਪਾਂ ਇਹ ਨਹੀਂ ਕਰ ਸਕਦੇ, ਇਹਦਾ ਉਚਾਰਨ ਇਸ ਤਰ੍ਹਾਂ ਹੋਵੇ, ਹੋੜਾ ਨਹੀਂ ਬਣਾ ਸਕਦੇ ਔਂਕੜ ਨੂੰ। ਇਹਦਾ ਉਚਾਰਨ ਜਿਹੜਾ ਹੈ ਔਂਕੜ ਨੂੰ, ਜੇ ਉਚਾਰਨ ਇਹਦਾ ਕਰਨਾ ਵੀ ਹੋਵੇ ਤੇ ਇਹਦਾ ਉਚਾਰਨ ਇਸ ਤਰ੍ਹਾਂ ਇਹੋ ਨਹੀਂ ਹੋਊਗਾ। ਇਹਦਾ ਉਚਾਰਨ ਜਿਹੜਾ ਉਹ ਜਦੋਂ ਆਪਾਂ ਪਾਠ ਕਰਾਂਗੇ ਉਹਦੇ ਵਿੱਚ ਆਪਾਂ ਜ਼ਰੂਰ ਇਸ ਚੀਜ਼ ਨੂੰ ਸਾਂਝਾ ਕਰਾਂਗੇ। ਠੀਕ ਹੈ ਜੀ। ਠੀਕ ਹੈ ਜੀ, ਕੋਈ ਨਹੀਂ, ਠੀਕ ਹੈਗਾ। ਇਹ ਚੀਜ਼ਾਂ ਜਿਹੜੀਆਂ ਆ, ਕਿਉਂਕਿ ਪੰਥਕ ਤੌਰ ਤੇ ਛੋਟੀਆਂ ਗੱਲਾਂ ਦਾ ਕਰਕੇ ਨਾ ਕਈ ਵਾਰੀ ਸਾਡੀ ਭਾਵਨਾ ਹੁੰਦੀ ਆ ਉਸ ਚੀਜ਼ ਨਾਲ, ਅਸੀਂ ਸੋਚਦੇ ਵੀ ਨਹੀਂ ਇਹ ਚੀਜ਼ ਹੋਣੀ ਚਾਹੀਦੀ ਆ। ਮੇਰੀ ਵਿਚਾਰ ਇਹ ਹੁੰਦੀ, ਮੈਂ ਆਪਣੀ ਕੋਈ ਵੀ ਵਿਚਾਰ, ਜਿੱਦਾਂ ਮੇਰੇ ਅੰਦਰ ਕੋਈ ਵਿਚਾਰ ਆਈ ਆ, ਚਾਹੇ ਉਹ ਤੁਹਾਡੇ ਸੰਗਤ ਕਰਕੇ ਆ ਗਈ ਆ, ਜਾਂ ਮੈਂ ਇਹ ਨਹੀਂ ਚਾਹੁੰਦਾ ਹੁੰਦਾ ਕਿ ਆਪਾਂ ਕੋਈ ਵਿਚਾਰ ਥੋਪੀਏ ਕਿਸੇ ਤੇ, ਕਿਉਂਕਿ ਗੁਰਬਾਣੀ ਵਿਸ਼ਾ ਹੀ ਇਸ ਤਰ੍ਹਾਂ ਦਾ ਆ। ਆਪਾਂ ਥੋਪ ਨਹੀਂ ਸਕਦੇ ਕੋਈ ਵੀ ਚੀਜ਼, ਆਪਾਂ ਸਿਰਫ ਆਪਣੀ ਵਿਚਾਰ ਦੇ ਸਕਦੇ ਹੈਗੇ ਆ। ਮੰਨਣੀ ਜਾਂ ਨਾ ਮੰਨਣੀ, ਇਹ ਮਤਲਬ ਜਿਹੜਾ ਸੁਣ ਰਿਹਾ ਆ ਜਾਂ ਜਿਹੜਾ ਤੁਹਾਡੇ ਨਾਲ ਵਿਚਾਰ ਕਰਦਾ, ਉਹਦੇ ਤੇ ਨਿਰਭਰ ਕਰਦਾ ਹੈਗਾ ਵੀ ਆਪਾਂ ਉਹਨੂੰ ਕਿਸ ਤਰ੍ਹਾਂ ਲੈਣਾ। ਕੋਈ ਨਹੀਂ, ਆਪਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਕਰਾਂਗੇ। ਮੈਂ ਆਪਾਂ ਦੂਸਰੀ ਜਿਹੜੀ ਆ ਉਹ ਸ਼ੇਅਰ ਕਰੀਏ, ਫਿਰ ਆਪਾਂ ਬੇਟੇ ਮੈਨੂੰ ਉਹ ਕਰਕੇ ਦਿਓ, ਦੂਸਰੀ ਸਿਹਾਰੀ ਵਾਲੀ ਜਿਹੜੀ ਆ। ਹਾਂਜੀ, ਅੱਛਾ, ਠੀਕ ਹੈ, ਕਰ ਦਿਓ। ਥੈਂਕ ਯੂ ਪੁੱਤ। ਹਾਂਜੀ, ਗੁਰਬਾਣੀ ਵਿੱਚ ਹੁਣ ਜਿਹੜਾ ਸਿਹਾਰੀ, ਜਿਹੜੇ ਇਹ ਔਂਕੜ ਤੇ ਸਿਹਾਰੀ ਆਪਾਂ ਤਾਂ ਲਏ ਆ ਕਿ ਗੁਰਬਾਣੀ ਵਿੱਚ ਅਖੀਰਲੇ ਅੱਖਰਾਂ ਨੂੰ ਔਂਕੜ ਆਇਆ ਹੋਵੇ ਤੇ ਅਸੀਂ ਉਹਦਾ ਉਚਾਰਨ ਨਹੀਂ ਕਰਦੇ ਹੈਗੇ, ਤੇ ਜਿਸ ਤਰ੍ਹਾਂ ਸਿਹਾਰੀ ਆਈ ਆ ਅਖੀਰਲੇ ਅੱਖਰ ਨੂੰ ਤੇ ਉਹਦਾ ਵੀ ਉਚਾਰਨ ਨਹੀਂ ਕਰਦੇ। ਜਿੱਦਾਂ ਆਦ ਸੱਚ, ਅਕਾਲ ਮੂਰਤ, ਤੱਤੇ ਨੂੰ ਸਿਹਾਰੀ ਆਈ ਹੋਈ ਸੀ, ਜਿੱਦਾਂ ਹੁਣ ਆਹੀ ਸ਼ਬਦ ਹੈਗੇ ਆ।
ਜਿਹੜੇ ਇਹ ਸੰਬੰਧਕ ਆ ਵਿੱਚ, ਸੰਗ, ਨਾਲ, ਅੰਦਰ, ਇਹ ਸੰਬੰਧਕ ਆ। ਗੁਰਬਾਣੀ ਦੇ ਵਿੱਚ ਜਦੋਂ ਇਹ ਸੰਬੰਧਕ ਦੇ ਤੌਰ ਤੇ ਆਉਣਗੇ ਉਦੋਂ ਇਹਨਾਂ ਨੂੰ ਸਿਹਾਰੀ ਲੱਗੀ ਹੋਣੀ ਆ, ਤੇ ਪਰ ਅਸੀਂ ਉਹਨਾਂ ਦਾ ਉਚਾਰਨ ਵਿੱਚ ਹੀ ਕਰਦੇ, ਵਿੱਚੇ ਨਹੀਂ ਕਰਦੇ, ਸੰਗੇ ਨਹੀਂ ਕਰਦੇ, ਨਾਲੇ ਨਹੀਂ ਕਰਦੇ, ਅੰਦਰੇ ਨਹੀਂ ਕਰਦੇ। ਇਹਨਾਂ ਦਾ ਵਿੱਚ, ਸੰਗ, ਨਾਲ, ਅੰਦਰ ਉਚਾਰਨ ਇਹਨਾਂ ਦਾ ਸੇਮ ਹੀ ਆ। ਇਹ ਗੁਰਬਾਣੀ ਦੇ ਵਿੱਚ ਦੋ ਤਰ੍ਹਾਂ ਸ਼ਬਦ ਆਉਂਦੇ ਆ। ਵਿੱਚ ਜਿਹੜਾ ਆ ਅਦਕ ਤੋਂ ਬਿਨਾਂ ਉਦਾਂ ਵੀ ਆ ਸਕਦਾ, ਚੱਚੇ ਨੂੰ ਸਿਹਾਰੀ। ਸੰਗ ਜਿਹੜਾ ਆ ਗੱਗੇ ਨੂੰ ਸਿਹਾਰੀ ਨਾਲ ਵੀ ਆ ਸਕਦਾ, ਗੱਗੇ ਨੂੰ ਸਿਹਾਰੀ ਤੋਂ ਬਿਨਾਂ ਵੀ ਆ ਸਕਦਾ। ਉਹ ਇਹ ਜਿਹੜਾ ਜਿੱਥੇ ਸਿਹਾਰੀ ਅਖੀਰਲੇ ਅੱਖਰ ਨੂੰ ਸਿਹਾਰੀ ਦੇ ਨਾਲ ਆਊਗਾ ਉੱਥੇ ਇਹ ਸੰਬੰਧਕ ਹੈਗੇ ਆ, ਉੱਥੇ ਇਹ ਸੰਬੰਧਕ ਹੈਗੇ ਆ। ਹਾਂਜੀ, ਆ ਦੇਖਿਓ, ਵਿੱਚ ਨਾ ਕੋਈ ਕਰ ਸਕੈ, ਕਿਸਤ ਹੈ ਰੋਗ ਹੈ ਰੋਜ਼, ਵਿਚੋਲਾ ਪਾਉਂਦੇ ਆ। ਹੁਣ ਇਹ ਸੰਬੰਧਕ ਨਹੀਂ ਹੈਗਾ ਵਿੱਚ, ਇੱਥੇ ਵਿੱਚ ਸੰਬੰਧਕ ਨਹੀਂ ਹੈ, ਇੱਥੇ ਵਿਚੋਲਾਪਨ ਦੀ ਗੱਲ ਕੀਤੀ ਹੋਈ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਇੱਥੇ ਜਿਹੜਾ ਵਿੱਚ ਹੈ ਸੰਬੰਧਕ ਆ, ਉਹਦੇ ਭੈ ਦੇ ਵਿੱਚ ਹੀ ਆ, ਭੈ ਦੇ ਵਿੱਚ ਆ, ਉਹਦੇ ਕਾਨੂੰਨ ਦੇ ਵਿੱਚ ਆ, ਉਹਦੇ ਨਿਯਮ ਦੇ ਵਿੱਚ ਆ। ਸੂਰਜ ਤੇ ਚੰਦ ਵਾਹਿਗੁਰੂ ਜੀ ਦੇ ਭੈ ਦੇ ਵਿੱਚ। ਭੈ ਦਾ ਭਾਵ ਹੁੰਦਾ ਆ ਨਿਯਮ, ਭੈ ਦਾ ਭਾਵ ਹੁੰਦਾ ਆ ਜਿੱਦਾਂ ਹੁਣ ਡਰ ਆ ਨਾ, ਭੈ ਦਾ ਅਰਥ ਤਾਂ ਡਰ ਹੁੰਦਾ ਨਾ ਜੀ। ਡਰ ਦਾ ਭਾਵ ਇਹ ਨਹੀਂ ਹੁੰਦਾ ਵੀ ਵਾਹਿਗੁਰੂ, ਮਤਲਬ ਡਰਨਾ ਜਿਹੜਾ ਹੁੰਦਾ ਆ ਦੋ ਤਰ੍ਹਾਂ ਦਾ ਡਰ ਹੁੰਦਾ। ਮੈਂ ਇੱਕ ਐਗਜ਼ਾਮਪਲ ਦਿੰਦਾ ਹੁੰਦਾ, ਜਿਸ ਤਰ੍ਹਾਂ ਆਪਾਂ ਗੱਡੀ ਚਲਾ ਰਹੇ ਹਾਂ, ਡਰਾਈਵ ਕਰ ਰਹੇ ਹਾਂ, ਜਦੋਂ ਆਪਾਂ ਡਰਾਈਵ ਕਰਦੇ ਹਾਂ ਜੀ ਤੇ ਡਰਾਈਵ ਕਰਦੇ ਹਾਂ ਰੈੱਡ ਲਾਈਟ ਆ ਜਾਂਦੀ ਆ ਤੇ ਆਪਾਂ ਉੱਥੇ ਆਪਣੀ ਗੱਡੀ ਰੋਕਦੇ ਹਾਂ। ਇਸ ਕਰਕੇ ਰੋਕਦੇ ਹਾਂ ਕਿਉਂਕਿ ਇਹ ਕਾਨੂੰਨ ਬਣਿਆ ਹੋਇਆ ਹੈ। ਉਸ ਚੀਜ਼ ਨੂੰ ਅਸੀਂ ਕਹਾਂਗੇ ਵੀ ਭੈ ਆ, ਕਾਨੂੰਨ ਦਾ ਭੈ ਆ। ਜੇ ਅਸੀਂ ਗੱਡੀ ਰੈੱਡ ਲਾਈਟ ਤੋਂ ਲੰਘਾ ਲਈ, ਐਕਸੀਡੈਂਟ ਹੋ ਸਕਦਾ, ਸਾਨੂੰ ਟਿਕਟ ਮਿਲ ਸਕਦੀ ਆ, ਅਸੀਂ ਕਿਸੇ ਦਾ ਨੁਕਸਾਨ ਕਰ ਸਕਦੇ ਹਾਂ, ਆਪਣਾ ਨੁਕਸਾਨ ਕਰ ਸਕਦੇ ਹਾਂ। ਇਸ ਕਰਕੇ ਇੱਕ ਨਿਯਮ ਬਣ ਗਿਆ, ਇਹਨੂੰ ਹੁਕਮ ਕਹਿੰਦੇ ਆ, ਇਹਨੂੰ ਭੈ ਕਹਿੰਦੇ ਆ। ਉਹ ਜਿਹੜਾ ਉਸ ਤਰ੍ਹਾਂ ਦਾ ਭੈ ਹੁੰਦਾ। ਸੋ ਜਿਹੜਾ ਨਿਯਮ ਦੇ ਵਿੱਚ ਆ। ਅੱਛਾ, ਇਸੇ ਤਰ੍ਹਾਂ ਹੀ ਸੰਗ ਤੇ ਸੰਗ ਆ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਐ ਨਾਮ। ਤਿੰਨ ਸੰਗ, ਆ ਜਿਹੜਾ ਸੰਗ ਅਗਲਾ ਆਇਆ ਆ, ਇਹਦਾ ਹੈਗਾ ਮੇਲ ਕਰਨਾ। ਤਿੰਨ ਸੰਗ ਸੰਗ ਨਾ ਕੀਚਈ, ਨਾਨਕ ਜਿਨ੍ਹਾਂ ਆਪਣਾ ਸੁਆਓ। ਇਹ ਸੰਗ ਜਿਹੜਾ ਇਹ ਸੰਬੰਧਕ ਨਹੀਂ ਹੈਗਾ ਗੱਗੇ ਨੂੰ ਔਂਕੜ ਵਾਲਾ। ਬਾਕੀ ਦੇ ਜਿਹੜੇ ਸੰਗ ਆ ਉਹ ਸਾਰੇ ਸੰਬੰਧਕ ਆ। ਉਹਦਾ ਅਰਥ ਆ ਨਾਲ, ਤਿੰਨਾਂ ਨਾਲ, ਜਿਨ੍ਹਾਂ ਨਾਲ ਨਾਮ ਜਪੀਦਾ, ਜਿਨ੍ਹਾਂ ਦਾ ਸੰਗ ਕਰਕੇ ਨਾਮ ਜਪੀਦਾ ਹੈ। ਮਤਲਬ ਸੰਗ ਕਰਕੇ ਨਾਲ ਲੈ ਲਈਏ, ਉਹਦਾ ਅਰਥ ਇਹ ਹੁੰਦਾ। ਇਸੇ ਤਰ੍ਹਾਂ ਹੀ ਅਗਲੇ ਅਰਥ ਹੈਗੇ ਆ ਅੰਦਰ ਤੇ ਅੰਦਰ ਦਾ। ਅੰਦਰ ਵਿਦਾ ਸੱਚ ਨਾਏ, ਬਾਹਰ ਵੀ ਸੱਚ ਡਿਠੋ। ਅੰਦਰ ਇਹਦਾ ਮਤਲਬ ਸਾਡਾ ਹਿਰਦਾ ਆ। ਇੱਥੇ ਇਹ ਸੰਬੰਧਕ ਨਹੀਂ ਹੈਗਾ। ਅੰਦਰ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਪਏ। ਇੱਥੇ ਅੰਦਰ ਬਾਹਰ ਜਿਹੜੇ ਆ ਉਹ ਸੰਬੰਧਕ ਹੈਗੇ, ਤਾਂ ਕਰਕੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੈ। ਇੱਦਾਂ ਹੀ ਮੈਂ ਜਿਹੜਾ ਹੁੰਦਾ ਸੰਬੰਧਕ ਹੁੰਦਾ, ਜੇ ਹਾਹੇ ਨੂੰ ਸਿਹਾਰੀ ਹੋਵੇ ਤੇ ਨਹੀਂ ਵਰਤਨਾ ਰਹੋ ਨਾ ਮਹਿ ਰਮਦਾਨਾ ਨਹੀਂ ਨਾ ਗਏ। ਠੀਕ ਹੈ ਨਾ ਜੀ। ਇਸ ਤਰ੍ਹਾਂ ਜਿਹੜੇ ਅੱਖਰ ਸੰਬੰਧਕ ਦੇ ਤੌਰ ਤੇ ਜਿਹੜੇ ਸ਼ਬਦ ਸੰਬੰਧਕ ਦੇ ਤੌਰ ਤੇ ਬੱਚੇ ਵਰਤੇ ਹੋਏ ਆ, ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਆਉਂਦੀ ਹੈਗੀ। ਨਿਯਮਾਂ ਦਾ ਦੇਖੀਏ, ਸਿਹਾਰੀ ਦੀ ਵਰਤੋਂ ਸੰਬੰਧਕੀ ਪਦਾਂ ਵਿੱਚ ਕੀਤੀ ਗਈ। ਇਹ ਆਪਾਂ ਨੂੰ ਪਤਾ ਲੱਗਿਆ, ਜਿਹੜੀਆਂ ਆਪਾਂ ਤੁਕਾਂ ਦੇਖੀਆਂ, ਪਾਵਨ ਤੁਕਾਂ, ਵੀ ਇਹਨਾਂ ਤੁਕਾਂ ਦੇ ਵਿੱਚ ਜਿਹੜੇ ਸੰਬੰਧਕੀ ਪਦਕ ਸੀਗੇ, ਜਿਹੜੇ ਪ੍ਰੈਪੋਜੀਸ਼ਨਸ ਜਿਹੜੀਆਂ ਸੀਗੀਆਂ, ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਆ। ਇਹ ਜਿਹੜੇ ਸੰਬੰਧਕੀ ਪਦ ਕਿਹੜੇ ਹੁੰਦੇ ਆ? ਵਿੱਚ, ਉੱਪਰ, ਨਾਲ, ਅੰਤਰ, ਬਾਹਰ, ਸੰਗ, ਵੱਲ, ਮਹਿ, ਪਾਸ, ਪਾਰ, ਨਿਕਟ, ਬਰਾਬਰ, ਹੇਠ, ਅੰਦਰ, ਸਾਥ, ਨਜ਼ੀਕ, ਤੁਲ, ਸਿਰ, ਭੀਤਰ, ਬੀਚ, ਮੰਝਾਰ, ਮਾਹੇ, ਅੰਤ, ਵੱਲ। ਇਸ ਤਰ੍ਹਾਂ ਦੇ ਹੋਰ ਸ਼ਬਦ ਜਿਹੜੇ ਹੈਗੇ, ਇਸ ਤਰ੍ਹਾਂ ਦੇ ਜਿਹੜੇ ਹੋਰ ਸ਼ਬਦ ਆ, ਇਹ ਸਾਨੂੰ ਇਹ ਦਰਸਾਉਂਦੇ ਆ ਕਿ ਇਹ ਸਾਰੇ ਸੰਬੰਧਕ ਆ ਤੇ ਸੰਬੰਧਕਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੁੰਦੀ ਹੈ। ਪਰ ਇਹ ਅਸੀਂ ਉਚਾਰਦੇ ਨਹੀਂ, ਇਹਨੂੰ ਬੋਲਦੇ ਨਹੀਂ, ਵਿੱਚੇ ਨਹੀਂ ਕਹਿੰਦੇ, ਉੱਪਰੇ ਨਹੀਂ ਕਹਿੰਦੇ, ਨਾਲੇ ਨਹੀਂ ਕਹਿੰਦੇ। ਇਹਦਾ ਉਚਾਰਨ ਉਹੀ ਰਹਿੰਦਾ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ। ਵਿੱਚ ਜਿਹੜਾ ਆ ਇੱਥੇ ਸੰਬੰਧਕ ਆ, ਅੰਦਰ ਬਾਹਰ ਦੋਨੋਂ ਇੱਥੇ ਸੰਬੰਧਕ ਲੱਗੇ ਹੋਏ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਭਰੀਐ ਮਤ ਪਾਪਾ ਕੈ ਸੰਗ, ਸੰਬੰਧਕ ਆ। ਮੂਰਖਿਆ ਨਾਲ ਨਾ ਦੂਜੀਐ, ਸੰਬੰਧਕ ਆ। ਸਿਹਾਰੀ ਦੀ ਵਰਤੋਂ ਸੰਬੰਧਕਾਂ ਦੇ ਅਖੀਰਲੇ ਅੱਖਰ ਨੂੰ ਲੱਗੀ ਹੁੰਦੀ ਆ। ਦੂਸਰਾ ਹੈਗਾ ਸਿਹਾਰੀ ਦੀ ਵਰਤੋਂ ਇਸਤਰੀ ਲਿੰਗ ਦਰਸਾਉਣ ਲਈ ਕੀਤੀ ਗਈ ਹੈ। ਜਿਹੜੇ ਇਸਤਰੀਵਾਚਕ ਸ਼ਬਦ ਆ ਉਹਨਾਂ ਨੂੰ ਦਰਸਾਉਣ ਦੇ ਲਈ ਸਿਹਾਰੀ ਦੀ ਵਰਤੋਂ ਕੀਤੀ ਗਈ ਹੈ। ਜਿਵੇਂ ਭੰਡਾਰਨ,
ਅਹਰਣ, ਸੁਹਾਗਣ, ਪਰਦੇਸਨ, ਕਲਾਲਨ, ਬੈਰਨ, ਮਾਲਨ, ਬੰਜਾਰਨ, ਬੈਰਾਗਣ, ਸਾਹਨ ਜਿਹੜੀ ਛਾਹਣੀ, ਸ਼ਾਹ ਦੇ ਘਰ ਵਾਲੀ, ਸਾਪਨ ਸਪਣੀ ਨੂੰ ਕਿਹਾ ਹੋਇਆ ਹੈ। ਸਪਣੀ ਦੇ ਲਈ ਸਾਪਨ ਜਦੋਂ ਸ਼ਬਦ ਵਰਤਿਆ ਤਾਂ ਨੰਨੇ ਨੂੰ ਸਿਹਾਰੀ ਲੱਗੀ ਹੋਈ ਹੈ। ਪੜੋਸਣ, ਸੌਂਕਣ, ਗੀਹਨ, ਤੇਜਣ, ਦੋਚਾਰਨ, ਕਾਮਣ, ਤੁਰਨ, ਰੈਣ, ਪ੍ਰਭਾਤ, ਇਹ ਰੈਣ, ਪ੍ਰਭਾਤ, ਮੁਕਤ, ਭੁਗਤ, ਜੁਗਤ, ਭਗਤ, ਸ੍ਰਿਸ਼ਟ, ਕੀਰਤ, ਨਦਰ, ਦ੍ਰਿਸ਼ਟ, ਧਰਤ, ਧਰਤੀ ਜਿਹੜੀ ਆ ਤੱਤੇ ਨੂੰ ਸਿਹਾਰੀ। ਕਈਆਂ ਥਾਵਾਂ ਤੇ ਧਰਤੀ ਦੇ ਤੱਤੇ ਨੂੰ ਔਂਕੜ ਹੈਗਾ। ਉਹ ਕਿਉਂ ਹੈਗਾ ਉਹ ਆਪਾਂ ਉੱਥੇ ਜਦੋਂ ਸ਼ਬਦ ਆਊਗਾ ਉੱਥੇ ਆਪਾਂ ਵਿਚਾਰ ਕਰਨਗੇ। ਸੋ ਕਹਿਣ ਤੋਂ ਭਾਵ ਜਿੰਨੇ ਵੀ ਇਸਤਰੀਵਾਚਕ ਸ਼ਬਦ ਹੈਗੇ ਆ ਉਹਨਾਂ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ, ਜਿੱਦਾਂ ਰੀਤ, ਪ੍ਰੀਤ, ਇਹ ਸਾਰੇ ਇਸਤਰੀਵਾਚਕ ਸ਼ਬਦ ਹੈਗੇ ਆ। ਸੋ ਇਹ ਜਿੱਥੇ ਭਗਤੀ ਦੀ ਗੱਲ ਆ ਗਈ ਆ, ਭਗਤੀ ਤੱਤੇ ਨੂੰ ਸਿਹਾਰੀ ਦੇ ਨਾਲ ਆਊਗੀ। ਇਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਹੁੰਦੀ। ਇੱਕ ਹੈਗਾ ਸੰਬੰਧਕ ਜਿਹੜੇ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਆ। ਦੂਸਰੇ ਜਿਹੜੇ ਇਸਤਰੀਵਾਚਕ ਸ਼ਬਦ ਹੈਗੇ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਲੱਗੀ ਹੋਈ ਆ। ਕਾਮਣ ਤੇ ਕਾਮਣ ਇਹਨਾਂ ਦਾ ਫਰਕ ਦੇਖੀਏ। ਗੁਣ ਕਾਮਣ, ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਇਸਤਰੀ ਤੇ ਦੂਸਰਾ ਅਰਥ ਜਿਹੜਾ ਇਹਦਾ ਟੂਣਾ ਆਊਗਾ। ਦੇਖਿਓ ਮਾੜਾ ਜਿਹਾ ਅਰਥ ਪਲੀਜ਼, ਮੈਨੂੰ ਭੁੱਲ ਗਿਆ ਸੀ ਇਹਦਾ ਅਰਥ ਦੇਖਣਾ। ਗੁਣ ਕਾਮਣ, ਕਾਮਣ ਕਰੈ ਤੋ ਪਿਆਰੇ ਕੋ ਪਾਵੈ। ਸੋ ਇਹ ਜਿਹੜੇ ਇਸਤਰੀਵਾਚਕ ਸ਼ਬਦ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਆ ਇਹ ਅਖੀਰਲੇ ਅੱਖਰ ਨੂੰ ਜਿਹੜੀ ਉਹ ਸਿਹਾਰੀ ਲੱਗੀ ਹੋਊਗੀ। ਹਾਂ, ਕਾਮਣ ਟੂਣਾ, ਇਸ ਦਾ ਪਹਿਲੇ ਦਾ ਅਰਥ ਟੂਣਾ ਹੈਗਾ ਹੈ। ਸੋ ਉਹਦੇ ਨਾਣੇ ਨੂੰ ਸਿਹਾਰੀ ਨਹੀਂ ਹੈਗੀ। ਹਾਂਜੀ, ਇਸੇ ਤਰ੍ਹਾਂ ਹੀ ਤਰੁਣ, ਤਰਨ, ਤਰੁਣ, ਜੈਸੀ ਤਰੁਣ ਪਤਾਰ ਉਰਜੀ ਪਿਰਹਿ ਸਿਵੈ ਇਹ ਮਨ ਲਾਲ ਕੀਚੈ। ਤਾਰਨ ਦੁਹੇਲਾ ਪਿਆ ਅਖਿਨ ਮੈਂ ਖਸਮ ਚਿਤ ਨਾ ਆਇਓ। ਤਰੁਣ ਤੇਜ ਪਰਤਰੈ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ। ਤਰੁਣ ਇਸਤਰੀ ਹੋ ਗਈ। ਦੂਸਰਾ ਤਰਨਾ, ਤਰਨਾ ਜਿਹੜਾ ਉਹ ਔਖਾ। ਤੀਸਰਾ ਹੈਗਾ ਤਰੁਣ ਤੇਜ, ਤਰੁਣ ਤੇਜ, ਤਰੁਣ ਤੇਜ ਪਰਤਰੈ ਮੁਖ ਜੋ ਹੈ ਸਰ ਅਫਸਰ ਨਾ ਪਛਾਣਿਆ। ਸੋ ਜਿਹੜਾ ਇਸਤਰੀਵਾਚਕ ਸ਼ਬਦ ਆ ਉਹ ਤਰੁਣ ਆਇਆ, ਨਾਣੇ ਨੂੰ ਸਿਹਾਰੀ ਵਾਲਾ ਪਹਿਲਾ ਜਿਹੜਾ ਆਇਆ। ਉੱਥੇ ਜਿਹੜੇ ਨਾਣੇ ਨੂੰ ਸਿਹਾਰੀ ਲੱਗੀ ਹੋਈ ਆ। ਬਾਕੀ ਦੇ ਪੁਰਸ਼ਵਾਚਕ ਸ਼ਬਦ ਹੈਗੇ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ ਸਿਹਾਰੀ ਨਹੀਂ ਹੈਗੀ। ਤਰਨ ਤੇਜ ਪਰਤਰੈ ਮੁਖ ਜੋ ਹੈ। ਇਸਤਰੀ ਲਿੰਗ ਦੇ ਜਿਹੜੇ ਗਾਂ ਵਿਸ਼ੇਸ਼ਣ ਹੈਗੇ ਇਹ ਤਾਂ ਦੋ ਹੋ ਗਈਆਂ ਨੇ। ਇੱਕ ਹੋ ਗਿਆ ਸੰਬੰਧਕ, ਹਾਂ ਉਹਦੇ ਹਾਂਜੀ ਹਾਂ ਉਹ ਜਵਾਨ, ਇਹਦਾ ਮਤਲਬ ਜਵਾਨ ਹੈ। ਹਾਂ, ਤਰਨ ਤੇਜ ਪਰਤਰੈ ਮੁਖ ਜੋ ਹੈ। ਹਾਂਜੀ, ਇਸਤਰੀ ਲਿੰਗ ਦੇ ਜਿਹੜੇ ਵਿਸ਼ੇਸ਼ਣ ਹੈਗੇ ਆ, ਪਹਿਲਾ ਹੋ ਗਿਆ ਸੰਬੰਧਕ ਦੇ ਅਖੀਰਲੇ ਅੱਖਰ ਨੂੰ। ਦੂਸਰਾ ਜਿਹੜਾ ਇਸਤਰੀਵਾਚਕ ਸ਼ਬਦ ਹੈਗੇ ਆ ਉਹਨਾਂ ਨੂੰ, ਜਿਹੜੇ ਇਸਤਰੀਵਾਚਕ ਸ਼ਬਦ ਨਹੀਂ ਹੈਗੇ ਲੇਕਿਨ ਉਹਨਾਂ ਦਾ ਉਚਾਰਨ ਉਹੀ ਆ, ਉਹਨਾਂ ਨੂੰ ਨਹੀਂ। ਇਸੇ ਤਰ੍ਹਾਂ ਜੇ ਸੰਬੰਧਕ ਨਹੀਂ ਹੈਗੇ ਉਹਨਾਂ ਦਾ ਉਚਾਰਨ ਉਹੀ ਆ ਜਿਹਦਾ ਸੰਗ ਵਿੱਚ, ਉਹਨਾਂ ਨੂੰ ਅਖੀਰਲੇ ਅੱਖਰ ਨੂੰ ਨਹੀਂ। ਜਿਹੜੇ ਸੰਬੰਧਕ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ, ਜਿਹੜੇ ਇਸਤਰੀਵਾਚਕ ਸ਼ਬਦ ਆ ਉਹਨਾਂ ਦੇ ਅਖੀਰਲੇ ਅੱਖਰ ਨੂੰ। ਆਹ ਸਾਰੇ ਜਿਹੜੇ ਆ ਇਹ ਇਸਤਰੀਵਾਚਕ ਸ਼ਬਦ ਦੇ ਵਿਸ਼ੇਸ਼ਣ ਹੈਗੇ ਆ। ਸੁੰਦਰੀ, ਸੁਜਾਣੀ, ਚਤੁਰੀ, ਮਤਲਬ ਇਹ ਸਾਰੇ ਬੇਤੀ, ਇਹ ਸਾਰਿਆਂ ਦੇ ਨਾਲ, ਕਿਉਂਕਿ ਬੇਤੀ ਦੇ ਨਾਲ ਸੰਬੰਧ ਆ ਇਹਨਾਂ ਦਾ, ਬੇਤੀ ਦੇ ਸਾਰੇ ਵਿਸ਼ੇਸ਼ਣ ਬਣੇ ਹੋਏ ਆ। ਸੁੰਦਰ ਆ, ਸੁਜਾਨ ਹੈ, ਪਰ ਇਹਨਾਂ ਦਾ ਉਚਾਰਨ ਸੁੰਦਰ, ਸੁਜਾਨ, ਚਤੁਰ ਹੀ ਆ, ਪਰ ਇਹ ਹੈਗੇ ਇਸਤਰੀਵਾਚਕ ਸ਼ਬਦ ਆ। ਇਸੇ ਤਰ੍ਹਾਂ ਹੀ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ। ਮਤਲਬ ਇੱਥੇ ਜਿਹੜੀ ਆ ਚੰਚਲ ਸ਼ਬਦ ਇਸਤਰੀਵਾਚਕ ਸ਼ਬਦ ਆ। ਇਸਤਰੀਵਾਚਕ ਸ਼ਬਦ ਆ, ਚੰਚਲਤਾ ਵਾਲੀ, ਚੰਚਲਤਾ ਦੇ ਨਾਲ ਜਿਹੜਾ, ਇਸ ਕਰਕੇ ਲੱਲੇ ਨੂੰ ਸਿਹਾਰੀ ਲੱਗੀ ਹੋਈ ਹੈ। ਹਿਰਦੈ ਹਰ ਹਰ ਨਾਮ ਰਸ ਕਵਲਾ ਸੇਵਕ ਤਿਸ। ਜਿਹੜੀ ਕਵਲਾ ਆ ਉਹਦੇ ਲਈ ਇਹ ਸ਼ਬਦ ਵਰਤਿਆ। ਇਹਦਾ ਮਤਲਬ ਹੈ ਸੇਵਕੀ, ਵੀ ਸੇਵ ਇੱਕ ਸੇਵਕ ਨੀਗਾ, ਇੱਕ ਹੁੰਦਾ ਸੇਵਕ ਜਿਹੜੀ ਸੇਵਕ ਦੀ ਘਰ ਵਾਲੀ ਹੈ। ਸੇਵਕ ਦਾ ਇਸਤਰੀਵਾਚਕ ਸ਼ਬਦ ਜਿਹੜਾ, ਇਸ ਕਰਕੇ ਕੱਕੇ ਨੂੰ ਸਿਹਾਰੀ ਆਈ ਹੈ। ਇਸੇ ਤਰ੍ਹਾਂ ਹੀ ਦਾਸ ਤੇ ਦਾਸੀ। ਦਾਸ ਉਹਦਾ ਉਚਾਰਨ ਦਾਸ ਰਹੂਗਾ, ਪਰ ਉਹਦਾ ਗਿਆਨੀ ਕੀ ਹੋਈ, ਗਿਆਨੀ ਕੀ ਹੋਏ, ਵਰਤੀ ਦਾਸ। ਮਾਇਆ ਦੀ ਗੱਲ ਕੀਤੀ ਹੋਈ ਆ, ਇਹ ਦਾਸੀ ਦੀ ਆ। ਇਹਦਾ ਅਰਥ ਹੈ ਦਾਸੀ, ਸੇਵਕ ਬਣ ਕੇ, ਉਹਦੀ ਨੌਕਰ ਬਣ ਕੇ। ਸੋ ਦਾਸ ਉਚਾਰਨ ਦਾਸ ਹੀ ਰਹਿਣਾ ਆ, ਪਰ ਸੱਸੇ ਨੂੰ ਸਿਹਾਰੀ ਇਹ ਦਰਸਾ ਰਹੀ ਆ ਕਿ ਇਹ ਸ਼ਬਦ ਇਸਤਰੀਵਾਚਕ ਆ। ਸੇਵਕ ਦੇ ਕੱਕੇ ਨੂੰ ਸਿਹਾਰੀ ਇਹ ਦਰਸਾ ਰਹੀ ਆ ਕਿ ਇਸਤਰੀਵਾਚਕ ਸ਼ਬਦ ਹੈਗੇ ਆ।
ਸੁਨ ਅੰਧਲੀ ਲੋਈ ਬੇਪੀਰ, ਬੇਪੀਰੀ ਜਿਹੜੀ ਹੈਗੀ ਆ ਪੀਰ ਤੋਂ ਬਿਨਾਂ, ਗੁਰੂ ਤੋਂ ਬਿਨਾਂ, ਇਹ ਇਸਤਰੀਵਾਚਕ ਸ਼ਬਦ ਆ। ਇਸ ਕਰਕੇ ਅਰਾਰੇ ਨੂੰ ਜਿਹੜੀ ਆ ਉਹ ਸਿਹਾਰੀ ਆਈ ਹੋਈ ਆ। ਇਸੇ ਤਰ੍ਹਾਂ ਹੀ ਜਿਹੜੇ ਸੁਗੜ, ਨਿਰਗੁਣ, ਪ੍ਰਧਾਨ, ਕਰੂਪ, ਸਰੂਪ, ਸੇਵਕ, ਦਾਸ ਆਦਿ ਵਿਸ਼ੇਸ਼ਣ ਪਦ ਜਦੋਂ ਇਸਤਰੀ ਲਿੰਗ ਨਾਮ ਦੇ ਤੌਰ ਤੇ ਵਰਤੇ ਜਾਂਦੇ ਹਨ ਤਾਂ ਅਖੀਰਲੇ ਅੱਖਰ ਨੂੰ ਸਿਹਾਰੀ ਆਉਂਦੀ ਹੈ। ਪਹਿਲਾਂ ਸੀਗਾ ਸੰਬੰਧਕ ਦੇ ਅਖੀਰਲੇ ਅੱਖਰ ਨੂੰ ਆਉਂਦੀ ਹੈ, ਫਿਰ ਜਿਹੜਾ ਇਸਤਰੀਵਾਚਕ ਸ਼ਬਦ ਹੈਗੇ, ਨਾਉਨ ਹੈਗੇ ਆ, ਉਹਨਾਂ ਨੂੰ ਅਖੀਰਲੇ ਅੱਖਰ ਨੂੰ, ਪਰ ਜਿਹੜੇ ਉਹਨਾਂ ਦੇ ਵਿਸ਼ੇਸ਼ਣ ਆ ਉਹਨਾਂ ਨੂੰ ਵੀ ਆਉਂਦੀ ਆ। ਜਿਹੜੇ ਉਹਨਾਂ ਦੇ ਵਿਸ਼ੇਸ਼ਣ ਆ, ਨਾਉਨ ਨੂੰ ਤਾਂ ਆਉਣੀ, ਵਿਸ਼ੇਸ਼ਣ ਨੂੰ ਵੀ। 3 ਨਿਯਮ ਹੋ ਗਏ। ਗੁਰਬਾਣੀ ਵਿੱਚ ਸ਼ਬਦ ਦੇ ਆਖਰੀ ਅੱਖਰ ਨਾਲ ਸਿਹਾਰੀ ਦੀ ਵਰਤੋਂ ਸੰਬੰਧਕੀ ਪਦਾਂ, ਇਹ ਆਪਾਂ ਕਰ ਲਿਆ ਵੀ ਸੰਬੰਧਕੀ ਪਦਾਂ 'ਚ ਕੀਤੀ ਜਾਂਦੀ ਹੈ। ਫਿਰ ਆਪਾਂ ਕੀ ਕੀਤਾ ਵੀ ਗੁਰਬਾਣੀ ਵਿੱਚ ਸ਼ਬਦ ਦੇ ਆਖਰੀ ਅੱਖਰ ਨਾਲ ਸਿਹਾਰੀ ਦੀ ਵਰਤੋਂ ਇਸਤਰੀ ਲਿੰਗ ਤੇ ਇਸਤਰੀ ਲਿੰਗ ਦੇ ਵਿਸ਼ੇਸ਼ਣ, ਇਸਤਰੀ ਲਿੰਗ ਵਾਲਿਆਂ ਦੇ ਵੀ ਨਾਲ ਵੀ ਤੇ ਇਸਤਰੀ ਲਿੰਗ ਵਾਲੇ ਵਿਸ਼ੇਸ਼ਣਾਂ ਦੇ ਨਾਲ ਵੀ ਜਿਹੜੀ ਸਿਹਾਰੀ ਲੱਗੀ ਹੋਈ ਆ। ਗੁਰ ਨਾਨਕ ਮੇਰੀ ਪੈਜ ਸਵਾਰੀ। ਹੁਣ ਇੱਥੇ ਗੁਰ ਤਾਂ ਇਸਤਰੀਵਾਚਕ ਸ਼ਬਦ ਨਹੀਂ ਹੈਗਾ, ਪਰ ਇਹਦੇ ਨਾਲ ਸੰਬੰਧਕ ਵੀ ਨਹੀਂ ਲੱਗਿਆ ਹੋਇਆ। ਨਾਨਕ ਇੱਥੇ ਵੀ ਇਸਤਰੀਵਾਚਕ ਸ਼ਬਦ ਨਹੀਂ, ਨਾ ਇਹ ਸੰਬੰਧਕ ਸ਼ਬਦ ਹੈਗਾ, ਨਾ ਇਸਤਰੀਵਾਚਕ ਸ਼ਬਦ ਹੈ, ਕਿਸੇ ਤਰ੍ਹਾਂ ਵੀ ਇਸਤਰੀਵਾਚਕ ਨਹੀਂ ਹੈ। ਕਬੀਰ ਵੀ ਇਸਤਰੀਵਾਚਕ ਸ਼ਬਦ ਨਹੀਂ ਹੈ। ਜੋ ਜਨ ਹਮਰੇ ਮਨ ਚਿਤ ਭਾਵੈ, ਗੁਰ ਨਾਨਕ ਕਬੀਰ ਮਨ ਚਿਤ, ਇਹ ਜਿਹੜੇ ਸ਼ਬਦ ਹੈ ਇਸਤਰੀਵਾਚਕ ਸ਼ਬਦ ਨਹੀਂ ਹੈਗੇ, ਇਹ ਸੰਬੰਧਕ ਵੀ ਨਹੀਂ ਹੈਗੇ। ਫਿਰ ਇਹਨਾਂ ਦੇ ਨਾਲ ਸਿਹਾਰੀ ਕਿਉਂ ਆਈ ਆ? ਜਦੋਂ ਕਿਸੇ ਇੱਕ ਵਚਨ ਪੁਲਿੰਗ ਦੇ ਆਖਰੀ ਅੱਖਰ ਨੂੰ ਸਿਹਾਰੀ ਲੱਗੀ ਹੋਵੇਗੀ ਤਾਂ ਇਹਦਾ ਭਾਵ ਕੀ ਹੋਊਗਾ, ਇਹਦਾ ਅਰਥ ਕੀ ਨਿਕਲੂਗਾ? ਇਹਦਾ ਅਰਥ ਆ ਨਿਕਲੂਗਾ ਵੀ ਜਾਂ ਤਾਂ ਉਹਦੇ ਨਾਲ ਲੁਪਤ ਸੰਬੰਧਕ, ਜਿਹਨੂੰ ਆਪਾਂ ਕਹਿੰਦੇ ਨੇ ਲੱਗਿਆ ਹੋ, ਨਾਲ, ਤੋਂ, ਵਿੱਚ, ਨੂੰ। 2 ਤਰ੍ਹਾਂ ਦੇ ਸੰਬੰਧਕ ਸੀ ਨਾ ਆਪਾਂ ਕੀਤੇ ਜੀ। ਇੱਕ ਜਿਹੜੇ ਆ ਪ੍ਰਗਟ ਸੰਬੰਧਕ, ਇੱਕ ਸੀਗੇ ਲੁਪਤ ਸੰਬੰਧਕ। ਜਿਹੜੇ ਲੁਪਤ ਸੰਬੰਧਕ ਜਿੱਥੇ ਲੱਗੇ ਹੋਏ ਆ ਉੱਥੇ ਜਿਹੜੀ ਸਿਹਾਰੀ ਆ ਰਹੀ ਹੈਗੀ ਆ। ਉਹਦੇ ਅਰਥ ਉਹਦੇ ਆਪਾਂ ਕਰਾਂਗੇ, ਨਾਨਕ ਨੇ ਕਿਹਾ, ਕਬੀਰ ਨੇ ਕਿਹਾ, ਨਾਨਕ ਨਾਲ, ਕਬੀਰ ਨਾਲ, ਮਨ ਨਾਲ, ਚਿੱਤ ਨਾਲ, ਮਨ ਤੋਂ, ਚਿੱਤ ਤੋਂ, ਮਨ ਵਿੱਚ, ਚਿੱਤ ਵਿੱਚ, ਇਸ ਤਰ੍ਹਾਂ ਆ, ਮਨ ਨੂੰ, ਚਿੱਤ ਨੂੰ, ਇਸ ਤਰ੍ਹਾਂ ਦੇ ਅਰਥ ਉਹਦੇ ਆਉਣਗੇ, ਨੇ ਦੇ ਅਰਥ ਵਾਲੇ। ਸਤ 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 ਨਾਨਕ ਕਹਿਆ, ਆਪਣੇ ਹਿਰਦੈ ਦੇਖ ਸੰਭਾਲੇ। ਨਾਨਕ ਨੇ ਕਹਿਆ, ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਨਾਨਕ ਨੇ ਕਿਹਾ। ਜਦੋਂ ਆਪਾਂ ਇਸ ਤਰ੍ਹਾਂ ਗੁਰਬਾਣੀ ਦੀ ਗ੍ਰਾਮਰ ਦੀ ਗੱਲ ਕਰਦੇ ਹਾਂ ਤੇ ਆਪਾਂ ਹੁਣ ਸ਼ਬਦ ਵਰਤਦੇ ਆ ਨਾਨਕ ਨੇ ਕਿਹਾ, ਇਹ ਡਿਸਰਿਸਪੈਕਟ ਨਹੀਂ, ਆਪਾਂ ਸਿਰਫ ਦੱਸ ਆ ਰਹੇ ਹਾਂ ਤੇ ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਕਿਸੇ 'ਚ ਹਿੰਮਤ ਨਹੀਂ ਹੈ ਕਿ ਇਹ ਗੁਰਬਾਣੀ ਪੜ੍ਹਨ ਵਾਲਾ ਕੋਈ ਡਿਸਰਿਸਪੈਕਟ ਦੇ ਤੌਰ ਤੇ ਸ਼ਬਦ ਵਰਤ ਜਾਵੇ, ਪਰ ਆਪਾਂ ਨੂੰ ਗ੍ਰਾਮਰ ਦੇ ਤੌਰ ਤੇ ਇਹ ਗੱਲ ਕਹਿਣੀ ਪਈ, ਨਾਨਕ ਨੇ ਕਿਹਾ। ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਦਿੱਤਾ ਬੰਨਾ, ਪਰਮੇਸ਼ਰ ਨੇ, ਪਰਮੇਸ਼ਰ ਦਿੱਤਾ ਬੰਨਾ, ਪਰਮੇਸ਼ਰ ਨੇ। ਨਿੰਦਕ ਅਹਿਲਾ ਜਨਮ ਗਵਾਇਆ, ਨਿੰਦਕ ਨੇ ਆਲੇ ਦਰਜੇ ਦਾ ਜਿਹੜਾ ਜਨਮ ਗਵਾਇਆ, ਉੱਤਮ ਜਨਮ ਜਿਹੜਾ ਸੀ ਉਹ ਗਵਾ ਲਿਆ, ਨਿੰਦਕ ਨੇ। ਇਸ ਤਰ੍ਹਾਂ ਹੀ ਗੁਰ ਪੂਰੈ ਮੇਰੀ ਰਾਖ ਲਈ, ਗੁਰੂ ਨੇ, ਪੂਰੇ ਗੁਰੂ ਨੇ, ਗੁਰੂ ਨੇ। ਇਹਨਾਂ ਦੇ ਅਰਥ ਨੇ ਬਣਨਗੇ ਸਾਰਿਆਂ ਦੇ। ਸੌਂਕਣ ਨੇ ਘਰ ਕੀ ਕੰਤ ਤਿਆਗੀ, ਕੰਤ ਨੇ ਸੌਂਕਣ ਘਰ ਕੀ ਕੰਤ ਤਿਆਗੀ। ਇਸੇ ਤਰ੍ਹਾਂ ਹੀ ਨਾਲ, ਜਿੱਥੇ ਜਿੱਥੇ ਨਾਲ ਸ਼ਬਦ ਆਇਆ, ਨਾਲ ਦਾ ਮਤਲਬ ਰਾਹੀਂ ਵੀ ਹੁੰਦਾ, ਦੁਆਰਾ ਵੀ ਹੁੰਦਾ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ, ਗੁਰੂ ਦੁਆਰਾ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੀ ਕਿਰਪਾ ਰਾਹੀਂ ਜੀ। ਜਿਉਂ ਸਾਬੁਨ ਕਾਪਰ ਉਜਲ ਹੋਤ, ਸਾਬਣ ਦੇ ਨਾਲ। ਇਸ ਕਰਕੇ ਨੰਨੇ ਨੂੰ, ਕਿਉਂਕਿ ਸਾਬਣ ਜਿਹੜਾ ਸ਼ਬਦ ਆ ਤਾਂ ਲਿੰਗ ਸ਼ਬਦ ਹੈਗਾ ਆ, ਪਰ ਇਹਦੇ ਅਰਥ ਕੱਢ ਰਿਹਾ ਹੈਗਾ ਆ ਨਾਲ, ਸਾਬੁਨ ਤੇ ਨੰਨੇ ਨੂੰ ਸਿਹਾਰੀ ਆ ਗਈ। ਸੱਚ ਮਿਲਿਆ ਸਚਿਆਰ, ਕੂੜ ਨਾ ਪਾਈਏ, ਸੱਚ ਨਾਲ, ਕੂੜ ਨਾਲ, ਇੱਦਾਂ ਇਹਦੇ ਅਰਥ ਹੋਣਗੇ। ਕਾਹੂ ਜੁਗਤ, ਜੁਗਤ ਨਾਲ, ਕਿਤੇ ਨਾ ਪਾਈਏ ਧਰਮ। ਸੋ ਇਹ ਜਿਹੜੇ ਜੁਗਤ ਧਰਮ ਸ਼ਬਦ ਆ, ਇਹਨਾਂ ਦੇ ਅਰਥੋਂ ਭਾਵ ਨਾਲ। ਇਸੇ ਤਰ੍ਹਾਂ ਹੀ ਤੋਂ ਓਂਕਾਰ ਨੇ ਬ੍ਰਹਮਾ ਉਤਪਤ, ਓਂਕਾਰ ਵਾਹਿਗੁਰੂ ਜੀ ਨੇ, ਓਂਕਾਰ, ਓਂਕਾਰ। ਸੋ ਇਹ ਸ਼ਬਦ ਜਿਹੜੇ ਹੈਗੇ ਆ ਤੋਂ ਅਰਥ ਦੇ ਰਹੇ ਹਨ। ਇਸ ਤਰ੍ਹਾਂ ਹੀ ਵਿੱਚ, ਅੰਦਰ, ਉੱਪਰ, ਇਹ ਜਦੋਂ ਅਰਥ ਹੋਣਗੇ, ਦਇਆ ਕਰੋ, ਵਸੋ ਮਨ ਆਏ, ਮਨ ਦੇ ਵਿੱਚ, ਮਨ ਵਿੱਚ ਵਸ ਜਾਣਾ। ਜੋ ਜਨ ਹਮਰੇ ਮਨ ਚਿਤ ਭਾਵੇ, ਮਨ ਵਿੱਚ, ਚਿੱਤ ਵਿੱਚ, ਤਾਂ ਕਰਕੇ ਅਖੀਰਲੇ ਅੱਖਰ ਨੂੰ ਸਿਹਾਰੀ ਆਈ ਹੋਈ ਹੈ। ਕਾਗਦ ਕਲਮ ਨਾਲ ਲਿਖਣ ਹਾਰ, ਕਾਗਦ ਉੱਪਰ, ਤਾਂ ਕਰਕੇ ਬੱਦੇ ਨੂੰ ਸਿਹਾਰੀ ਆਈ ਹੋਈ ਹੈ। ਮੰਨੇ ਮਾਰਗ ਠਾਕ ਨਾ ਪਾਏ, ਰਸਤੇ ਉੱਪਰ, ਮਾਰਗ ਉੱਪਰ,
ਇਸ ਕਰਕੇ ਗੱਗੇ ਨੂੰ ਸਿਹਾਰੀ ਆਈ ਹੋਈ ਹੈ। ਨੂੰ ਦੇ ਅਰਥ ਕਰਨ ਜਿੱਥੇ ਨਿਕਲਦੇ ਆ, ਨੰਗਾ ਦੋਜਕ ਨਰਕਾਂ ਨੂੰ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ। ਮਨ ਦੇ ਅਰਥ ਨੇ ਤੋਂ ਵੀ ਆਉਂਦੇ ਆ, ਨਾਲ ਤੋਂ ਵੀ ਆਉਂਦੇ, ਜਦੋਂ ਸਿਹਾਰੀ ਲੱਗੀ ਆ ਤੋਂ ਵੀ ਆਉਂਦੇ, ਵਿੱਚ ਨੂੰ ਵੀ ਆਉਂਦੇ ਆ, ਨੂੰ ਵੀ ਆਉਂਦੇ ਆ। ਇਹਦੇ ਸਾਰੇ ਅਰਥ ਆ ਜਾਂਦੇ ਮਨ ਸ਼ਬਦ ਦੇ ਲਈ। ਮਨ ਸ਼ਬਦ ਲਈ ਸੰਤ ਸੰਤ ਹੈ, ਇਹ ਮਨ ਹੈ। ਇਸ ਤਰ੍ਹਾਂ ਵੀ ਇਹਨਾਂ ਦਾ ਰੂਪ ਜਿਹੜਾ ਸ਼ਬਦਾਂ ਦਾ ਆਉਂਦਾ, ਉੱਥੇ ਸਿਹਾਰੀ ਕੀ ਲਿਖਣ ਨੂੰ ਆਉਂਦੀ ਹੈ। ਅੱਗੇ ਹੈਗੇ ਪੂਰਬ ਪੂਰਨ ਕਾਰਦੰਤਕ, ਜਿਹੜੇ ਕੰਜਕਟਿਵ ਪ੍ਰਿੰਸੀਪਲ ਜਿਹੜੇ ਹੈਗੇ ਆ, ਇਹ ਹੁੰਦੇ ਜਿਹੜਾ ਮੁੱਖ ਕਿਰਿਆ ਤੋਂ ਪਹਿਲਾਂ ਕੀਤਾ ਗਿਆ ਕੰਮ। ਮੈਂ ਰੋਟੀ ਖਾਵਾਂਗਾ, ਇਹਦੇ 'ਚ ਖਾਣਾ ਜਿਹੜਾ ਆ ਉਹ ਕਿਰਿਆ ਹੈਗੀ ਆ। ਰੋਟੀ ਖਾਣਾ ਜਿਹੜਾ ਉਹ ਕਿਰਿਆ ਹੈਗੀ ਆ। ਪਰ ਇਸ ਖਾਣ ਤੋਂ ਪਹਿਲਾਂ ਕੋਈ ਹੋਰ ਚੀਜ਼ ਕੀਤੀ ਹੋਵੇ, ਜਿੱਦਾਂ ਮੈਂ ਨਹਾ ਕੇ ਰੋਟੀ ਖਾਵਾਂਗਾ, ਉਹਨੂੰ ਕਹਿੰਦੇ ਆ ਪੂਰਬ ਪੂਰਨ ਕਾਰਦੰਤਕ। ਮੈਂ ਨਹਾ ਕੇ ਰੋਟੀ ਖਾਵਾਂਗਾ। ਮੈਂ ਕੱਪੜੇ ਖਰੀਦਾਂਗਾ, ਮੈਂ ਬਾਜ਼ਾਰ ਜਾ ਕੇ ਕੱਪੜੇ ਖਰੀਦਾਂਗਾ। ਮੈਂ ਵਾਕ ਲੈ ਕੇ ਪ੍ਰਸ਼ਾਦਾ ਛਕਾਂਗਾ। ਮੈਂ ਨਹਾ ਕੇ ਸਿਮਰਨ ਕਰਾਂਗਾ। ਮੈਂ ਸਕੂਲੋਂ ਆ ਕੇ ਕੀਰਤਨ ਸੁਣੂੰਗਾ। ਜਿੱਥੇ ਕੇ ਸ਼ਬਦ ਵਰਤਿਆ ਹੋਇਆ ਹੈ, ਕੇ ਸ਼ਬਦ ਵਰਤਿਆ ਹੈ ਗੁਰਬਾਣੀ ਦੇ ਵਿੱਚ। ਕੇ ਦਾ ਕੰਮ ਸਿਹਾਰੀ ਤੋਂ, ਵੀ ਕੇ ਦਾ ਕੰਮ ਜਿੱਥੇ ਕੇ ਵਰਤਣਾ ਸੀ, ਉੱਥੇ ਸਿਹਾਰੀ ਪਾ ਕੇ ਉਹ ਲੈ ਲਿਆ ਕੰਮ ਉਹਦੇ ਕੋਲੋਂ। ਜਿਸ ਤਰ੍ਹਾਂ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਸੁਣ ਸੁਣ ਕੇ ਇਹਦਾ ਮਤਲਬ ਇਸ ਤਰ੍ਹਾਂ ਦਾ ਡਰ ਕੇ, ਮਤਲਬ ਬਾਕੀ ਦੇ ਸ਼ਬਦ ਜਿਹੜੇ ਡਰ ਬਚੇ, ਮਨਮੁਖ ਵਿਚਾਰੇ, ਧਰ ਧਰਾਜੂ ਤੋਲੀਆ ਨਿਵਸੋ ਗੌਰਾ। ਕੂੜ ਬੋਲ ਕੇ, ਕੂੜ ਬੋਲ ਕਰੇ ਆਹਾਰ, ਫਿਰ ਘਿਰ ਆਪਣੇ ਗ੍ਰਹਿ ਮੈਂ ਆਇਆ। ਇਹ ਜਿਹੜੇ ਸਾਰੇ ਅਖੀਰਲੇ ਸ਼ਬਦ ਆ, ਇਹਨਾਂ ਦੇ ਕੇ ਦਾ ਸਿਹਾਰੀ ਲਾ ਕੇ ਕੇ ਦਾ ਅਰਥ ਕੱਢਿਆ ਗਿਆ ਇਹਨਾਂ ਸ਼ਬਦਾਂ ਤੋਂ। ਇਸੇ ਤਰ੍ਹਾਂ ਹੀ ਜਿਹੜੇ ਨਿਸ਼ਚਿਤ ਸੰਖਿਅਕ ਵਿਸ਼ੇਸ਼ਣ ਹੁੰਦੇ ਆ, ਗਾਵੇ ਕੋ ਗੁਣ ਵਡਿਆਈਆਂ ਚਾਰ ਦਾ ਮਤਲਬ ਇੱਥੇ ਚਾਰ ਨਹੀਂ ਹੈਗਾ। ਇਹਦਾ ਭਾਵ ਇਹ ਨਹੀਂ ਹੈਗਾ ਵੀ ਗਿਣਤੀ ਦੇ ਚਾਰ ਆ, 1 2 3 4, ਚਾਰ ਨਹੀਂ ਹੈ ਇਹਦਾ ਅਰਥ। ਇਹ ਗਿਣਤੀ ਵਾਚਕ ਸ਼ਬਦ 2 3 4 5 ਕੋਟ ਕਰੋੜ, ਇਹਨਾਂ ਦੇ ਨਾਲ ਜਿਹੜੀ ਹੈ ਉਹ ਸਿਹਾਰੀ ਆਈ ਹੋਈ ਹੈ। ਇਹਨਾਂ ਸ਼ਬਦਾਂ ਦੇ ਨਾਲ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਤਿੰਨਾਂ ਤੋਂ ਭਾਵ ਆ। ਇਸ ਕਰਕੇ ਨੰਨੇ ਨੂੰ ਸਿਹਾਰੀ ਆਈ ਹੋਈ ਹੈ। 2 ਦਿਨ 4 ਸਾਉਣਾ ਮਾਟੀ ਤਿਸਕਾਵੇ। ਇੱਥੇ 4 ਦਾ ਮਤਲਬ 4 ਆ, ਜਿਹੜੀ ਆਪਾਂ ਗਿਣਤੀ ਕਰਦੇ ਹਾਂ 4। 3 ਸ਼ੇਰ ਕਾ ਦਿਹਾੜੀ ਮਹਿਮਾਨ, ਤਿੰਨਾਂ ਦਾ। ਕਈ ਕੋਟ ਕਰੋੜਾਂ, ਕਈ ਕੋਟ ਹੋਏ ਪੁਜਾਰੀ। ਕਰੋੜ ਹਸਤ ਤੇਰੀ ਟਹਿਲ ਕਮਾਵੇ, ਚਾਰਨ ਚਲਾਏ ਪ੍ਰਭ ਮਾਰਗ ਰਾਮ। 68 68 ਤੀਰਥ, 68 ਤੀਰਥ ਮੱਜਨ ਕਿਨੋ, ਸਾਧੂ ਧੂਰੀ ਨਾਥਾ। 70 ਜਿਹੜੇ ਆਪਾਂ 7 ਤੇ 0 ਲਿਖਦੇ ਹਾਂ, 70 ਸਲਾਰ ਹੈ ਜਾ ਕੇ। ਸੋ ਇਹ ਜਿਹੜੇ ਹਾਈਲਾਈਟ ਕੀਤੇ ਹੋਏ ਆ, ਇਹ ਗਿਣਤੀ ਵਾਲੇ ਨਿਸ਼ਚਿਤ ਸੰਖਿਅਕ ਸ਼ਬਦ ਹੈਗੇ ਆ, ਜਿਹਨਾਂ ਦੇ ਵਿਸ਼ੇਸ਼ਣ ਹੈਗੇ। ਹਾਂਜੀ, ਗਿਣਤੀ ਵਾਚਕ ਜਿਹੜੇ ਆ ਸਿਹਾਰੀ ਤੋਂ ਬਿਨਾਂ 1 3 ਤਰ੍ਹਾਂ ਆਉਂਦਾ ਹੈ, 4 ਇਸ ਤਰ੍ਹਾਂ ਆਉਂਦਾ, 2 ਤਰ੍ਹਾਂ ਆਉਂਦਾ, 4 ਵਾਲੇ ਨੂੰ ਔਂਕੜ ਨਾਲ ਵੀ ਆਉਂਦਾ ਹੈ। 6 ਖੱਟ ਇਸ ਤਰ੍ਹਾਂ ਆਉਂਦਾ। ਲੱਖ ਕੋਟ ਸਭ ਹੋਰ ਅਵਰ। ਇੱਕ ਬਹੁ ਬਚਨ ਬਣਾਉਣ ਲਈ ਆਖਰੀ ਅੱਖਰ ਨੂੰ ਸਿਹਾਰੀ ਲੱਗਦੀ ਹੈ। ਪਰ ਸਗਲ ਸਰਬ ਮੁਕਤਾਂਤ ਹੁੰਦੇ, ਜਿੱਦਾਂ ਸਭ ਨੂੰ ਸਾਰਿਆਂ ਨੂੰ ਕਹਿਣਾ ਹੋਵੇ, ਜ਼ਿਆਦਿਆਂ ਜਾਣਿਆਂ ਨੂੰ ਕਹਿਣਾ ਹੋਵੇ। ਜਿਸ ਤਰ੍ਹਾਂ ਆਨੰਦ ਸਾਹਿਬ ਜੀ ਦਾ ਪਾਠ ਆ, ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਹਰ ਨਾਲੋਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਉਹਨੂੰ ਧਿਆਨ ਨਾਲ ਦੇਖਣ ਵਾਲਾ, ਕੱਢੋ ਦੁੱਖ ਸਭ ਵਿਸਾਰਨਾ। ਇਹ ਮਨ ਮੇਰਿਆ ਤੂੰ ਸਦਾ ਰਹੁ, ਇਹ ਪੌੜੀ ਕੱਢੋ ਇੱਕ ਵਾਰੀ ਪੁੱਤਰ। ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲੇ, ਮੇਰੇ ਕੁਦਰਤੀ ਸ਼ਬਦਾਂ ਕਰਕੇ ਮੇਰੇ ਦਿਮਾਗ 'ਚ ਆ ਗਈ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਇਹ ਸ਼ਬਦ ਪੌੜੀ ਕੱਢੋ। ਉਹਦੇ ਵਿੱਚ ਸਭ ਆਇਆ ਹੈ, 2-3 ਵਾਰੀ ਆਇਆ ਸ਼ਬਦ, ਸਭ ਦੇਖੀ ਆਪਾਂ ਆਨੰਦ ਸਾਹਿਬ ਦੇ ਵਿੱਚ। ਹਾਂਜੀ, ਦਿਓ ਮੈਨੂੰ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸਭ ਮਤਲਬ ਸਾਰੇ ਦੁੱਖ, ਪਲੂਰਲ ਜ਼ਿਆਦੇ ਜਿਹੜੇ ਹੈ। ਉੱਥੇ ਸੱਸਾ ਭੱਬੇ ਨੂੰ ਸਿਹਾਰੀ ਆਈ ਆ। ਫਿਰ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਾਰੇ ਕਾਰਜ। ਉੱਥੇ ਭੱਬੇ ਨੂੰ ਸਿਹਾਰੀ ਆਈ ਹੋਈ ਹੈ। ਸਰ ਫਿਰ ਹੈਗਾ ਸੁਮਨਾ ਗਲਾ ਸੁਮਰਾ ਸਵਾਮੀ ਸੋ ਕਿਉ ਮਨੋ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਨਾਲੇ। ਸੱਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ। ਹੁਣ ਧਿਆਨ ਨਾਲ ਸੁਣਨ ਵਾਲੀ ਆ। ਘਰ ਤਾਂ ਤੇਰਾ ਸਭ ਕੁਛ ਹੈ, ਇੱਥੇ ਸਾਰੇ ਨਹੀਂ, ਇਹਦਾ ਅਰਥ ਸਾਰਾ ਆ ਰਿਹਾ ਆ। ਇਹ ਹਰ ਇੱਕ ਚੀਜ਼ ਤੇਰੇ ਘਰ ਵਿੱਚ ਹੈਗੀ ਆ, ਸਭ ਕੁਛ ਹੈ, ਹਰੇਕ ਚੀਜ਼ ਹੈ। ਇੱਥੇ ਭੱਬੇ ਨੂੰ ਔਂਕੜ ਲੱਗਿਆ ਹੋਇਆ ਹੈ, ਜਿੱਥੇ ਇੱਥੇ ਭੱਬੇ ਨੂੰ ਔਂਕੜ ਲੱਗਿਆ ਹੋਇਆ ਹੈ।
ਸੋ ਇਸੇ ਤਰ੍ਹਾਂ ਹੀ ਜਿਹੜੇ ਸ਼ਬਦ ਮੈਂ ਵੈਸੇ ਹੀ ਕੁਦਰਤੀ ਮੇਰੇ ਦਿਮਾਗ ਵਿੱਚ ਆ ਗਿਆ ਸੀ, ਮੈਂ ਕੱਢ ਨਹੀਂ ਸਕਿਆ। ਆਪਾਂ ਜਦੋਂ ਪਾਠ ਕਰਾਂਗੇ ਉਹਦੇ ਵਿੱਚ ਇਹ ਸ਼ਬਦ ਆ ਜਾਣੇ ਆ, ਉਦੋਂ ਆਪਾਂ ਨੂੰ ਥੋੜੀ ਜਿਹੀ ਚੀਜ਼, ਥੋੜੀ ਜਿਹੀ ਇਹਦੇ ਬਾਰੇ, ਸਿਹਾਰੀ ਬਾਰੇ ਆਪਾਂ ਹੋਰ ਵਿਚਾਰ ਜਿਹੜੀ ਆ ਫਿਰ ਕਰ ਲਾਂਗੇ। ਥੋੜੀ ਜਿਹੀ ਮੈਂ ਸਿਰਫ ਦੱਸ ਰਿਹਾ ਸੀ ਕਿ ਇਹਨਾਂ ਸ਼ਬਦਾਂ ਦੇ ਨਾਲ ਜਦੋਂ ਸਿਹਾਰੀ ਆਉਂਦੀ ਆ ਤੇ ਸਾਨੂੰ ਉਹਨਾਂ ਦਾ ਭਾਵ ਪਤਾ ਲੱਗ ਜਾਣਾ। ਇੱਕ ਗੁਰਾ ਇੱਕ ਦੇਹ ਬੁਝਾਈ, ਇੱਥੇ ਇੱਕ ਦੇ ਕੱਕੇ ਨੂੰ ਔਂਕੜ ਨਹੀਂ ਹੈ, ਇੱਥੇ ਇੱਕ ਦੇ ਕੱਕੇ ਨੂੰ ਸਿਹਾਰੀ ਨਹੀਂ ਹੈ, ਕਿਉਂਕਿ ਬੁਝਾਈ ਜਿਹੜਾ ਸ਼ਬਦ ਆ ਉਹ ਇਸਤਰੀਵਾਚਕ ਸ਼ਬਦ ਆ, ਇਸ ਕਰਕੇ ਕੱਕੇ ਦਾ ਔਂਕੜ ਹਟ ਗਿਆ ਹੈਗਾ ਤੇ ਸਿਹਾਰੀ ਵੀ ਨਹੀਂ ਹੈਗੀ, ਕਿਉਂਕਿ ਉਹਨਾਂ ਦੀ ਉੱਥੇ ਇੱਕੋ ਗੱਲ ਦੀ ਗੱਲ ਕੀਤੀ ਵੀ ਗੁਰਾਂ ਨੇ ਇੱਕ ਗੱਲ ਜਿਹੜੀ ਆ ਇੱਕੋ ਦੀ ਗੱਲ ਕੀਤੀ, ਸਭਨਾ ਜੀਆਂ ਕਾ ਇੱਕ ਦਾਤਾ। ਇੱਥੇ ਕੱਕੇ ਨੂੰ ਔਂਕੜ ਆ ਗਿਆ ਕੋਈ ਦਾਤਾ ਦਾ ਕਰਕੇ, ਦਾਤਾ ਜਿਹੜਾ ਪੁਰਸ਼ਵਾਚਕ ਆ, ਪੁਲਿੰਗ ਆ, ਉਹਦੇ ਕੱਕੇ ਨੂੰ ਔਂਕੜ ਆ ਗਿਆ। ਹੁਣ ਅਗਲਾ ਹੈਗਾ ਆ ਇੱਕ ਘਰ ਆਵੇਂ ਆਪਣੇ, ਇੱਕ ਮਿਲ ਮਿਲ ਪੁੱਛੇ ਸੁਖ। ਜਿਹੜੇ ਪਹਿਲੇ ਦੋਨੋਂ ਇੱਕ ਆਏ ਆ ਉਹ ਸਿੰਗੂਲਰ ਆ, ਦਾਤਾ ਸਿੰਗੂਲਰ ਆ, ਗੱਲ ਜਿਹੜੀ ਬੁਝਾਈ ਆ ਉਹ ਸਿੰਗੂਲਰ ਆ, ਉਹਦਾ ਕਰਕੇ ਇੱਕ ਆਇਆ। ਪਰ ਇੱਥੇ ਜਿਹੜਾ ਇੱਕ ਆਇਆ ਇਹ ਹੈਗਾ ਵੀ ਬਹੁਤਿਆਂ ਜਾਣਿਆਂ ਲਈ ਵਰਤਿਆ ਹੋਇਆ ਇੱਕ ਆ। ਬਹੁਤਿਆਂ ਜਾਣਿਆਂ ਲਈ ਇੱਕ ਆਪਾਂ ਵਰਤਦੇ ਹਾਂ, ਕਿੱਦਾਂ ਵਰਤਦੇ ਹਾਂ ਇੱਕ ਬਹੁਤਿਆਂ ਜਾਣਿਆਂ ਲਈ? ਜਿਵੇਂ ਆਪਾਂ ਕਰਦੇ ਹਾਂ ਵੀ ਆਪਾਂ ਕੋਈ ਫਾਰ ਐਗਜ਼ਾਮਪਲ ਆਪਾਂ ਖਾਲਸਾ ਕੈਂਪ ਆ, ਖਾਲਸਾ ਕੈਂਪ ਦੇ ਵਿੱਚ ਆਪਾਂ 2 ਗਰੁੱਪ ਬਣਾ ਲੈਂਦੇ ਹਾਂ, 3 ਗਰੁੱਪ ਬਣਾ ਲੈਂਦੇ ਹਾਂ। ਚਲੋ 2 ਗਰੁੱਪ ਆਪਣੇ ਸੱਜੇ ਤੇ ਖੱਬੇ ਹੁੰਦੇ ਆ, ਇੱਕ ਗਰੁੱਪ ਉੱਥੇ ਖੜਾ ਆ, ਤੇ ਆਪਾਂ ਉਹਨਾਂ ਲਈ ਸ਼ਬਦ ਵਰਤਦੇ ਹਾਂ ਬਈ ਆ ਇੱਕ ਇੱਧਰ ਨੂੰ ਚਲੇ ਜਾਓ, ਇੱਕ ਇੱਧਰ ਨੂੰ ਚਲੇ ਜਾਓ ਤੇ ਬਾਕੀ ਦੇ ਇੱਥੇ ਰਹਿ ਜਾਓ। ਵੀ ਆ ਇੱਧਰਲੇ ਸ਼ਬਦ ਵਿੱਚ ਜਦੋਂ ਆਪਾਂ ਵੈਸੇ ਹੀ ਕਹਿ ਦਿੰਦੇ ਹਾਂ ਵੀ ਬੜੀ ਸੰਗਤ ਇਕੱਠੀ ਹੋਈ ਸੀਗੀ ਜਾਂ ਲੋਕੀ ਬੜੇ ਇਕੱਠੇ ਸੀ, ਇੱਕ ਇੱਧਰ ਨੂੰ ਚਲੇ ਗਿਆ, ਇੱਕ ਇੱਧਰ ਨੂੰ ਚਲੇ ਗਿਆ, ਉਹ ਜਿਹੜਾ ਇੱਕ ਆ ਬਹੁਵਚਨ ਲਈ ਵਰਤਿਆ, ਜ਼ਿਆਦੇ ਜਾਣਿਆਂ ਲਈ ਵਰਤਿਆ ਹੋਇਆ। ਇੱਥੇ ਵੀ ਇਦਾਂ ਹੀ ਕਿਹਾ ਆ ਵੀ ਇੱਕ ਘਰ ਆਵੇਂ ਆਪਣੇ, ਕਈ ਜਿਹੜੇ ਆ ਇਹਦਾ ਮਤਲਬ ਕਈ ਆ ਸ਼ਬਦ, ਬਈ ਕਈ ਇੱਕ ਘਰ ਆਵੇਂ ਆਪਣੇ, ਇੱਕ ਮਿਲਬੁਲ ਪੁੱਛੇ ਸੁਖ, ਮਤਲਬ ਇੱਥੇ ਕਈਆਂ ਲਈ ਸ਼ਬਦ ਵਰਤਿਆ, ਜ਼ਿਆਦੇ ਜਾਣਿਆਂ ਕਲੈਕਟਿਵ ਨਾਉਨ। ਹਾਂਜੀ, ਇੰਗਲਿਸ਼ ਵਿੱਚ ਕਹਿੰਦੇ ਕਲੈਕਟਿਵ ਨਾਉਨ। ਕਲੈਕਟਿਵ ਨਾਉਨ, ਠੀਕ ਆ। ਉਹ ਕੱਕੇ ਨੂੰ ਸਿਹਾਰੀ ਆ ਜਾਂਦੀ ਹੈਗੀ, ਬਾਕੀਆਂ ਦੇ ਲਈ ਨਹੀਂ ਆਉਂਦੀ ਹੈਗੀ। ਇਸੇ ਤਰ੍ਹਾਂ ਹੀ 4 ਤੇ 4 ਆ, 4 ਕੁੰਟ ਦਾ ਦਿਸ ਭ੍ਰਮੇ ਥਾਕੇ ਆਏ ਪ੍ਰਭ ਕੀ ਸਾਮ, 4 ਵਿਚਾਰ ਬਿਨਸਿਓ ਸਭ ਦੁਆ। 4 ਦਾ ਮਤਲਬ ਸੁੰਦਰ ਹੁੰਦਾ, 4 ਦਾ ਮਤਲਬ ਗੁਣ ਹੁੰਦਾ ਆ, ਹਨਾ। ਇਸੇ ਤਰ੍ਹਾਂ ਨੰਨਾ ਖੱਟ ਸ਼ਾਸਤਰ ਹੋਈ ਆਤਾ, ਖੱਟ ਦੋਸੀ ਮੁਖ ਬੋਲਣਾ, ਖੱਟੇ ਪਹਿਲੇ ਦਾ ਜਿਹੜਾ 6 ਆ ਉਹਦਾ ਅਰਥ, ਦੂਸਰੇ ਦਾ ਖੱਟੇ ਹੈਗਾ ਆ। ਖੱਟ ਸ਼ਾਸਤਰ ਇੱਥੇ ਫਿਰ 6 ਹੈਗਾ ਆ। ਹੁਣ ਜਿਹੜਾ ਪਹਿਲਾ ਖੱਟ ਸੀਗਾ ਤੇ ਦੂਸਰਾ ਖੱਟ ਹੈਗਾ ਆ, ਇਹਨੂੰ ਧਿਆਨ ਨਾਲ ਦੇਖਣ ਦੀ ਲੋੜ ਹੈਗੀ ਆ। ਖੱਟ ਸ਼ਾਸਤਰ ਸਿਮਰਤ ਵਖਿਆਨ, 6 ਸ਼ਾਸਤਰ ਹੋ ਗਏ, ਉੱਥੇ ਵੀ ਖੱਟ ਸ਼ਾਸਤਰ ਹੈ, 6 ਸ਼ਾਸਤਰ ਹੈਗੇ ਆ। ਉੱਥੇ ਖੱਟ ਟੈਂਕੇ ਨੂੰ ਔਂਕੜ ਆਇਆ ਹੋਇਆ, ਨੰਨਾ ਖੱਟ ਸ਼ਾਸਤਰ ਹੋਈ ਗਿਆਤਾ, ਗਿਆਤਾ ਦਾ ਕਰਕੇ ਆਇਆ ਆ, ਹਨਾ। ਇੱਥੇ ਮਤਲਬ ਇਹ ਜਿਹੜੇ ਸ਼ਾਸਤਰ ਦੇ ਲਈ ਆਪਾਂ ਖੱਟ ਤੇ ਇਹ ਆਪਾਂ ਦੇਖਣਾ ਪੈਣਾ ਆਪਾਂ ਨੂੰ। ਮੈਨੂੰ ਵੀ ਇਹ ਦੇਖਣਾ ਪਊਗਾ ਇੱਕ ਵਾਰੀ ਵੀ ਪਹਿਲੇ ਦੇ ਖੱਖਾ ਟੈਂਕੇ ਨੂੰ ਔਂਕੜ ਆਇਆ ਹੋਇਆ, ਦੂਸਰਾ ਤੇ ਖੱਖਾ ਟੈਂਕਾ, ਇਹਨਾਂ ਦੇ ਅਰਥ ਦੋਨਾਂ ਦੇ 6 ਹੀ ਆ। ਲਵੈ ਮਾਤ ਪਿਤਾ ਸਦ ਗਲ ਸੇਤੀ, ਮਨ ਜਾਣਾ ਖੱਟ ਗਵਾਏ ਖੱਟ ਕੇ, ਤਾਂ ਕਰਕੇ ਟੈਂਕੇ ਨੂੰ ਸਿਹਾਰੀ ਆ ਗਈ ਹੈਗੀ ਆ। ਉੱਦਾਂ ਖੱਟ ਦਾ ਅਰਥ ਹੁੰਦਾ ਆ 6, ਖੱਟ ਦਾ ਅਰਥ ਹੁੰਦਾ ਖੱਟੇ, ਖੱਟ ਦਾ ਹੁੰਦਾ ਖੱਟ ਕੇ ਲਿਆਂਦਾ ਹੈਗਾ ਆ। ਤੀਸਰੇ ਲਾਈਨ ਵਿੱਚ ਇਸ ਤਰ੍ਹਾਂ ਤਾਂ ਨਹੀਂ ਕਿ ਖੱਟ ਸ਼ਾਸਤਰ ਸਿਮਰਤ ਵਖਿਆਨ, ਉੱਥੇ ਜਿਹੜਾ ਖੱਟ ਹੈ ਉਹ ਸਿਮਰਤੀ ਨਾਲ ਲੱਗ ਰਿਹਾ, ਸਿਮਰਤੀ ਸਤਰੀਲਿੰਗ ਹੁੰਦੀ ਹੈ, ਇਸ ਕਰਕੇ ਟੈਂਕੇ ਦਾ ਔਂਕੜ ਨਿਕਲ ਗਿਆ ਤੀਸਰੀ ਲਾਈਨ 'ਚ। ਮੇਰੇ ਦਿਮਾਗ ਵਿੱਚ ਆਇਆ ਸੀ, ਪਰ ਮੇਰੇ ਫਿਰ ਦਿਮਾਗ ਵਿੱਚ ਨਾਲ ਹੀ ਇਹ ਆ ਗਿਆ ਵੀ ਸ਼ਾਸਤਰ ਤਾਂ ਸ਼ਾਸਤਰ ਹੀ ਹੈ ਨਾ, ਖੱਟ ਸ਼ਾਸਤਰ ਆ, ਖੱਟ ਸ਼ਾਸਤਰ ਆ। ਇਹਦੇ ਬਾਰੇ ਦੇਖਣਾ ਪਊਗਾ ਇਸ ਪੇਜ ਨੂੰ, ਮੈਨੂੰ ਭੁੱਲ ਗਿਆ, ਵਿਸਰ ਗਿਆ ਮੈਂ। ਸਿਮਰਤੀਆਂ ਕਿੰਨੀਆਂ ਹੁੰਦੀਆਂ ਨੇ? ਸਿਮਰਤੀਆਂ 6 ਹੁੰਦੀਆਂ ਨੇ ਕਿ ਜ਼ਿਆਦਾ ਹੁੰਦੀਆਂ ਨੇ? 27 ਸਿਮਰਤੀਆਂ ਆ। ਅੱਛਾ ਜੀ, ਠੀਕ ਹੈ ਜੀ। 18 ਪ੍ਰਾਣਿਆਂ, 6 ਸ਼ਾਸਤਰ ਆ। ਠੀਕ ਹੈ ਜੀ। ਪਰ ਜੇ ਪੂਰਨ ਵੀ ਹੋਵੇ ਉੱਥੇ ਇਹ ਦੇਖਣਾ ਪਊਗਾ, ਇਹਨਾਂ ਦੇ ਅਰਥ ਦੋਨਾਂ ਦੇ ਦੇਖਣਾ ਪੈਣਗੇ ਪਾਵਨ ਤੋਂ ਕਹਿੰਦੇ, ਫਿਰ ਆਪਾਂ ਨੂੰ ਕੋਈ ਨਾ ਕੋਈ ਨਤੀਜੇ ਤੇ, ਪਰ ਆਪਾਂ ਯਾਦ ਰੱਖਾਂਗੇ ਇਸ ਚੀਜ਼ ਨੂੰ। ਠੀਕ ਹੈ, ਠੀਕ ਹੈ ਜੀ। ਇਸ ਤਰ੍ਹਾਂ ਹੀ ਲੱਖ ਸਿਆਣਪਾਂ ਲੱਖ ਹੋਵੇ ਤਾਂ ਸਿਆਣਪਾਂ ਦੀ ਗੱਲ ਕਰੀਏ ਤਾਂ ਕਰਕੇ ਵੱਡਾ ਸੰਗ ਵਰਤਿਆ ਲੱਖ ਨਾ ਸਕਿਆ, ਲੱਖ ਦਾ ਬਿਆਨ ਕਰਨਾ, ਲੱਖ ਇੱਥੇ ਜਿਹੜਾ ਗੀੜਾ ਦਾ ਕਰਕੇ ਇਕੱਠੇ ਨੂੰ ਲਾਖ ਲਾਖ ਲਾਖ, ਫਿਰੋ ਇਹ ਤਾਂ ਲੱਲੇ ਨੂੰ ਤੰਨਾ ਆ ਗਿਆ, ਲਾਖ ਲਾਖ ਦਾ ਵੈਸੇ ਵੀ ਪਲੂਰਲ ਹੀ ਵਰਤਿਆ ਹੋਇਆ, 1.25 ਲੱਖ ਪੈਖਾਂਬਰ, ਤਾਂ ਕਿ ਹੁਣ ਜਿਹੜਾ ਆ ਹਵਾ ਦੇ ਨਾਲ ਲਾਖ ਲੱਗ ਗਿਆ, 1.25 ਲੱਖ, ਉਹਨੂੰ 1.25 ਲੱਖਾਂ ਨਹੀਂ ਆਪਾਂ ਕਹਿੰਦੇ ਹੈਗੇ, ਤਾਂ ਕਰਕੇ ਕਰਾਇਆ ਹੋਇਆ।
कोट 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 कंचन के कोट दत्त कर बहु हैबर गैबर दान किले कोट कर्म कोई नहीं था करोड़ करोड़ ज्यादा लंका ਸਾਹਿਬ ਕੋਲ ਇੱਕ ਕਿਲੇ ਦੀ ਗੱਲ ਕੀਤੀ ਲੰਕਾ ਸਾਹਿਬ ਕੋਟ ਮੁੱਲ ਕਿਲਾ ਜੇ ਕਿਲੇ ਤੋਂ ਜ਼ਿਆਦਾ ਕਰੋੜਾਂ ਦੀ ਗੱਲ ਆ ਉੱਥੇ ਗਿਣਤੀ ਦੀ ਗੱਲ ਹੈਗੀ ਆ ਉੱਥੇ ਟੈਂਕੇ ਨੂੰ ਸਿਆਰੀ ਆ ਜਿੱਥੇ ਬਹੁਤਿਆਂ ਦੀ ਗੱਲ ਹੈਗੀ ਆ ਕਿਲੇ ਜ਼ਿਆਦਾ ਕਿਲਿਆਂ ਦੀ ਗੱਲ ਆ ਉੱਥੇ ਟੈਂਕਾ ਮੁੱਕਦਾ ਜਿੱਥੇ ਇੱਕ ਕਿਲੇ ਦੀ ਗੱਲ ਆ ਉੱਥੇ ਟੈਂਕੇ ਨੂੰ ਕਰਾਇਆ ਸਮਝਦਾਰੀ ਆ ਗਈ ਸਭ ਤੇਰੀ ਜਿੱਥੇ ਇਸਤਰੀ ਵਾਚਕ ਆ ਉੱਥੇ ਭੱਬੇ ਨੂੰ ਔਂਕੜ ਨਹੀਂ ਹੈ ਸਾਰੀ ਸਭ ਕੀਮਤ ਮੇਰੀ ਕੀਮਤ ਪਾਈ ਤੂੰ ਹਰ ਤੇਰਾ ਸਭ ਕੋ ਸਭ ਤੁਧੇ ਉਪਾਏ ਰਾਮ ਤੂੰ ਹਰ ਤੇਰਾ ਸਭ ਕੋ ਪਰਮੇਸ਼ਰ ਲਈ ਸਭ ਵਰਤਿਆ ਹੋਇਆ ਇਸ ਕਰਕੇ ਭੱਬੇ ਨੂੰ ਔਂਕੜਿਆ ਇੱਕ ਵਚਨ ਦੇ ਲਈ ਸਾਰੇ ਜਿਆਦਿਆਂ ਲਈ ਵਰਤਿਆ ਹੋਇਆ ਭੱਬੇ ਨੂੰ ਸਿਹਾਰੀ ਆ ਗਈ ਸਭ ਕੁਝ ਸੁਣਦਾ ਸਾਰਾ ਕੁਝ ਜਿੱਥੇ ਸਾਰਾ ਦਾ ਅਰਥ ਆਊਗਾ ਉੱਥੇ ਭੱਬੇ ਨੂੰ ਔਂਕੜ ਆਊਗਾ ਜਿੱਥੇ ਸਾਰੇ ਦੇ ਅਰਥ ਆਊਗਾ ਉੱਥੇ ਭੱਬੇ ਨੂੰ ਸਿਹਾਰੀ ਆਊਗੀ ਸਭ ਕੁਝ ਸੁਣਦਾ ਵੇਖ ਕਿਉਂ ਮੁੱਕਰ ਪਾਇਆ ਜਾਏ ਸਾਰਾ ਤੇ ਸਾਰੇ ਵਿੱਚ ਕੀ ਅੰਤਰ ਹੈ ਜੀ ਸਾਰਾ ਆਪਾਂ ਜਦੋਂ ਇਹ ਵਰਤਦੇ ਹੀ ਆ ਕੋਈ ਅੰਤਰ ਤਾਂ ਹੈ ਨਹੀਂ ਕੋਈ ਵੀ ਮੀਨਿੰਗ ਤਾਂ ਸੇਮ ਹੀ ਆਉਂਦਾ ਆ ਪਰ ਆਪਾਂ ਇਹਦਾ ਜਦੋਂ ਜਿੱਥੇ ਵੀ ਸਾਰਾ ਸ਼ਬਦ ਆਊਗਾ ਵੀ ਆਪਾਂ ਸਾਰੇ ਕੁਝ ਵਰਤਦਾ ਨਹੀਂ ਕਹਿ ਸਕਦੇ ਨਾ ਵੀ ਸਾਰੇ ਕੁਝ ਆਪਾਂ ਕਹਾਂ ਸਾਰਾ ਕੁਝ ਸੁਣਦਾ ਵੇਖਦਾ ਹੈ ਅੱਛਾ ਜੀ ਠੀਕ ਹੈ ਜੀ ਮਤਲਬ ਆਪਣਾ ਲਿੰਗ ਦੇ ਹਿਸਾਬ ਨਾਲ ਹਾਂਜੀ ਤੇ ਸਾਰੇ ਮਿਟ ਗਏ ਸਾਰੇ ਅਵਗਣ ਜਿਹੜੇ ਦੂਰ ਹਨਾ ਤੇ ਸਾਰੇ ਅਵਗਣਿਆਂ ਮੇਰੇ ਵਿੱਚ ਮਤਲਬ ਸਾਰੇ ਕਾਰਜ ਜਿੱਦਾਂ ਸੀਗਾ ਇਹ ਮਨ ਮੇਰਿਆ ਤੂੰ ਸਦਾ ਨਾਲ ਲਓ ਤੂੰ ਮਨ ਮੇਰੇ ਦੁੱਖ ਸਾਰੇ ਦੁੱਖ ਕਾਰਜ ਸਭ ਸੁਣਾ ਸਾਰੇ ਕਾਰਜ ਜਿੱਥੇ ਜਿੱਥੇ ਸਾਰੇ ਅਰਥ ਆਊਗਾ ਉੱਥੇ ਭੱਬੇ ਨੂੰ ਸਿਹਾਰੀ ਹੋਣੀ ਆ ਜਿੱਥੇ ਸਾਰਾ ਅਰਥ ਆਊਗਾ ਉੱਥੇ ਜਿਹੜਾ ਹੈ ਭੱਬੇ ਨੂੰ ਔਂਕੜ ਆਉਣਾ ਜਿੱਥੇ ਇਸਤਰੀ ਵਾਚਕ ਸ਼ਬਦ ਆਊਗਾ ਉੱਥੇ ਭੱਬਾ ਮੁਕਤਾ ਕੁਝ ਗੁਰਬਾਣੀ ਵਿੱਚ ਮੁਹਾਵਰੇ ਹੈਗੇ ਆ ਇਸ ਤਰ੍ਹਾਂ ਦੇ ਇੱਕ ਭਾਈ ਸਾਹਿਬ ਜੀ ਹੋਰ ਤੋਂ ਕਹਿ ਥਾਲ ਵਿੱਚ 3 ਵਸਤੂ ਪਈਓ ਹਾਂਜੀ ਤੇ ਉੱਥੇ ਮੇਰੇ ਖਿਆਲ ਨਾਲ 3 ਦਾ ਅਰਥ 1 2 3 ਵਾਲਾ 3 ਨਹੀਂ ਹੈ 3 ਮਤਲਬ ਤਿੰਨਾਂ ਨੇ ਉੱਥੇ ਤੱਤਿਆ ਤੇ ਨੰਨੇ ਨੂੰ ਸਿਹਾਰੀ ਹੈਗੀ ਹਾਂਜੀ ਨੰਨੇ ਨੂੰ ਸਿਹਾਰੀ ਹੈ ਔਰ ਤੱਤੇ ਦੇ ਸਿਹਾਰੀ ਦੇ ਉੱਤੇ ਟਿੱਪੀ ਵੀ ਹੈ ਥਾਲ ਵਿੱਚ 3 ਵਸਤੂ ਪਈਓ ਥਾਲ ਵਿੱਚ ਵਸਤੂ ਪਈਓ ਸਤ ਸੰਸਾਰ ਕਿ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ 3 ਵਸਤੂਆਂ ਪਈਆਂ ਨੇ ਥਾਲ ਵਿੱਚ ਪਰ ਇੱਥੇ 3 ਜੇ ਅਸੀਂ ਗੁਰਬਾਣੀ ਦੇ ਵਿੱਚ ਵਰਤੋਂ ਦੇਖੀਏ 3 ਕਦੇ ਵੀ ਉਸ ਵਾਸਤੇ 1 2 3 ਵਾਸਤੇ ਨਹੀਂ ਆਇਆ ਇੱਥੇ 3 ਵਾਹਿਗੁਰੂ ਜੀ ਪਰਮੇਸ਼ਰ 3 ਮਤਲਬ ਇੱਕ ਹੋਰ ਜਗ੍ਹਾ ਤੇ ਆਉਂਦਾ ਥਾਲ ਵਿੱਚ ਤੈਂ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਸ਼ਬਦ ਕੱਢਿਆ ਸੀ एक तो बाद मेरे ख्याल नाल 4 सी 3 दिहाड़ी का मेहमान और एक हाँ जी 3 चेले परवान हाँ जी सो ਉੱਥੇ 3 ਟਿੱਪੀ ਦੇ ਨਾਲ ਹੈ ਥਾਲ ਵਿੱਚ 3 ਵਸਤੂ ਪਈਓ ਅੱਛਾ ਪਤਾ ਨਹੀਂ ਇਹਦਾ ਵੀ ਦੇਖਣਾ ਪਊਗਾ ਆਪਾਂ ਨੂੰ ਕੀ ਵਿਦਵਾਨਾਂ ਦੀ ਇਹਦੇ ਬਾਰੇ ਕੀ ਰਾਏ ਹੈਗੀ ਆ ਸਤ ਸੰਤੋਖ ਵਿਚਾਰੋ ਤਾਂ 3 ਵਸਤੂਆਂ ਹੀ ਆ ਅੰਮ੍ਰਿਤ ਨਾਮ ਵੀ ਵਸਤੂ ਹੈ ਅੰਮ੍ਰਿਤ ਨਾਮ ਦੀ ਵਸਤੂ ਹੈ ਸਤ ਅੰਮ੍ਰਿਤ ਨਾਮ ਸਤ ਤੇ ਸੰਤੋਖ ਹਾਂਜੀ ਹਾਂਜੀ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਸੋ ਵਸਤੂਆਂ 3 ਨਹੀਂ ਨੇ 3 ਮਤਲਬ ਵਾਹਿਗੁਰੂ ਜੀ ਨੇ ਜਿਹੜੀਆਂ ਵਸਤੂਆਂ ਪਾਈਆਂ ਨੇ ਅੱਛਾ ਜੀ ਇਹਦਾ ਫਿਰ ਅਰਥ ਤੁਸੀਂ ਕੀ ਕਰਦੇ ਹੋ ਜੀ ਇਹਦਾ ਅਰਥ ਵਾਸਤੇ ਅਸੀਂ ਉਹ ਵੀ ਸ਼ਬਦ ਪੜ੍ਹ ਸਕਦੇ ਹਾਂ ਥਾਲ ਵਿੱਚ ਤੈਂ ਵਸਤੂ ਪਈਓ ਹਰ ਭੋਜਨ ਅੰਮ੍ਰਿਤਸਾਰ ਜਿਤ ਖਾਦੇ ਮਨ ਤ੍ਰਿਪਤੀ ਹੈ ਪਾਈਏ ਮੋਖ ਦੁਆਰ ਜਾਂ ਫਿਰ 3 ਦਾ ਅਰਥ ਇਹ ਹੁੰਦਾ ਕਿ ਗੁਰੂ ਸਾਹਿਬ ਨੇ ਵਸਤੂਆਂ ਪਾਈਆਂ ਨੇ ਥਾਲ ਵਿੱਚ ਤੁਸੀਂ ਕੋਈ ਨਹੀਂ ਆਪਾਂ ਇਹ 2 ਚੀਜ਼ਾਂ ਨੋਟ ਕੀਤੀਆਂ ਆਪਾਂ ਇੱਕ ਉਹ ਹਠ ਸ਼ਾਸਤਰ ਵਾਲੀ ਇੱਕ ਇਹਦੇ ਬਾਰੇ ਆਪਾਂ ਵਿਚਾਰ ਕਰ ਲਾਂਗੇ ਜੀ ਆਪਾਂ ਅਗਲੇ ਠੀਕ ਹੈ ਨਾ ਜੀ ਠੀਕ ਆਪਾਂ ਆ ਕਰਕੇ ਫਿਰ ਆਪਾਂ ਅੱਗੇ ਦੇਖੀਏ ਥੋੜਾ ਮੇਰੇ ਕੋ ਸਮਾਂ ਮੈਨੂੰ ਸ਼ਾਇਦ ਥੋੜਾ ਪਹਿਲਾਂ ਜਾਣਾ ਪਵੇ ਠੀਕ ਹੈ ਨਾ ਤੇ ਆਪਾਂ ਇਹ ਕਰ ਕੋਈ ਨਹੀਂ ਆਪਾਂ ਹਾਲੇ ਆਪਾਂ ਇੱਕ ਹਫ਼ਤਾ ਦੇਖ ਲੈਂਦੇ ਹਾਂ ਤੁਸੀਂ ਵੀ ਦੇਖਿਓ ਹਰਪ੍ਰੀਤ ਸਿੰਘ ਜੀ ਹੋਰ ਵੀ ਗੁਰਮੁਖ ਪਿਆਰੇ ਦੇਖਿਓ ਆਪਾਂ ਇਹਦੇ ਬਾਰੇ ਕਰਾਂਗੇ ਠੀਕ ਹੈ ਜੀ ਸਤਿ ਬਚਨ
ਜਾਂ ਮੁਹਾਵਰਿਆਂ ਦੇ ਰੂਪ ਦੇ ਵਿੱਚ ਆਏ ਹੋਏ ਹੈਗੇ। ਹੱਥ ਮਰੋੜਨਾ, ਪਛਤਾਉਣਾ, ਤਪ ਤਪ ਲੋਹੇ ਲੋਹੇ ਹੱਥ ਮਰੋੜਨਾ, ਕੰਠ ਲਾਉਣਾ, ਗਲ ਨਾਲ ਲਾਉਣਾ, ਆਪਣੇ ਅਪਣਾਉਣਾ, ਤਿਉ ਹਰ ਜਨ ਰਾਖੈ ਕੰਠ ਲਾਏ, ਕੰਨ ਲਾਉਣਾ, ਗਹੁ ਨਾਲ ਸੁਣਨਾ, ਪੋਥੀ ਗੀਤ ਕਗਤ ਕਿਛ ਕਦੇ ਨਾ ਕਰਨ ਧਰਿਆ, ਖਾਕ ਛਾਨਣੀ ਭਟਕਦੇ ਫਿਰਨਾ, ਕੌਡੀ ਕੌਡੀ ਕੋ ਖਾਕ ਸਿਰ ਛਾਨਣੀ, ਡੁੱਬ ਪਾਣੀ ਵਿੱਚ ਡੁੱਬ ਮਰਨਾ, ਮਤਲਬ ਉਮਰ ਅਜਾਈ ਗਵਾ ਲੈਣੀ, ਹਨਾ। ਮਨਮੁਖ ਫਿਰੈ ਸਦਾ ਦੁੱਖ ਪਾਵਹਿ, ਡੂਬ ਮੂਏ ਬਿਨ ਪਾਣੀ। ਹੋਰ ਵੀ ਬਹੁਤ ਸਾਰੇ ਆ। ਗਲ ਲਾਉਣਾ, ਅਪਣਾਉਣਾ, ਨਾਨਕ ਬਖਸ਼ ਮਿਲਾਏ, ਰੱਖੇ ਗਲ ਲਾਏ, ਚਾਖ ਲੱਗਣੀ, ਨਜ਼ਰ ਲੱਗ ਜਾਣੀ, ਅੰਤ ਮੰਤ ਨਹਿ ਜੋਹੀ, ਤਿਤ ਚਾਖ ਨਾ ਲੱਗੇ, ਸ਼ਾਹੀ ਮਾਈ ਹੋ ਜਾਣਾ, ਲੋਪ ਹੋ ਜਾਣਾ, ਭੱਜ ਜਾਣਾ, ਨਾਸ ਹੋ ਜਾਣਾ, ਕਹਾਂ ਸੁਪਾਨ ਤੰਬੋਲੀ ਹਰਮਾ, ਹੋਈਆਂ ਸ਼ਾਹੀ ਮਾਈ, ਡੌਰੂ ਵਜਾ ਕੇ ਐਨ ਗੱਜ ਵੱਜ ਗਈ, ਰੋਵੇ ਦੈਂ ਸਰਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਵਾਏ, ਕੋਈ ਨੁਕਸਾਨ ਨਾ ਹੋਣਾ, ਤੱਤੀ ਵਾਹ ਨਾ ਲੱਗਣੀ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗਿਆ ਨਾ ਤੱਤੀ ਵਾਹ। ਸੋ ਇਸ ਤਰ੍ਹਾਂ ਹੋਰ ਵੀ ਕਈ ਹੈਗੇ ਸ਼ਬਦ ਜਿਹੜੇ ਦੁੱਖ ਰੋਣੇ। ਇਹ ਵੈਸੇ ਸਿਹਾਰੀ ਦਾ ਨਾਲ ਨਹੀਂ ਸੰਬੰਧਿਤ, ਇਹ ਸਿਰਫ ਮੁਹਾਵਰਿਆਂ ਦੇ ਨਾਲ ਸੰਬੰਧਿਤ ਸੀਗਾ। ਦੁੱਖ ਰੋਣੇ, ਕੀਰਨੇ ਕਰਨੇ, ਦੁੱਖ ਫਰੋਲਣੇ, ਝੁਰਨਾ, ਜੋ ਮੋਹ ਮਾਇਆ ਚਿਤ ਲਾਇੰਦੇ, ਸੇ ਛੋੜ ਚੱਲੇ ਦੁੱਖ ਰੋਏ, ਨੀਰ ਬਲੋਲਣਾ, ਪਾਣੀ ਰਿੜਕਣਾ, ਵਿਅਰਥ ਕੰਮ ਕਰਨੇ, ਮਨਮੁਖ ਮੋਹ ਗਵਾਰ ਹੈ, ਦੂਜੈ ਭਾਇ ਬੋਲੇ, ਦੂਜੈ ਭਾਇ ਸਦਾ ਦੁੱਖ ਹੈ, ਨਿਤ ਨੀਰ ਬਰੋਲੇ, ਬਲਦੀ ਅੰਦਰ ਤੇਲ ਪਾਉਣਾ, ਵਿਗੜੇ ਹੋਏ ਕੰਮ ਨੂੰ ਹੋਰ ਵਿਗਾੜ ਦੇਣਾ, ਬਲਦੀ ਅੰਦਰ ਤੇਲ ਦੁਬਦਾ ਕੱਤਿਆ, ਲੱਕ ਬੰਨ ਖਲੋਣਾ, ਤੱਤ ਪਰ ਹੋ ਜਾਣਾ, ਅਗਲੇ ਮੁਏ ਸੇ ਪਾਛੇ ਕਰੇ, ਜੋ ਉਬਰੇ ਸੇ ਬੰਦ ਲੱਕ ਕਰੇ। ਸੋ ਇਸ ਤਰ੍ਹਾਂ ਦੇ ਜਿਹੜੇ ਗੁਰਬਾਣੀ ਵਿੱਚ ਮੁਹਾਵਰੇ ਵੀ ਸ਼ਬਦ ਜਿਹੜੇ ਉਹ ਆਏ ਹੋਏ ਹੈਗੇ ਆ। ਸੋ ਇੱਥੋਂ ਤੱਕ ਸੀਗਾ। ਥੋੜਾ ਸਿਹਾਰੀ ਦਾ ਮੈਂ ਆਪਣਾ ਇੰਨਾ ਕੀ ਰੱਖਿਆ ਹੋਇਆ ਸੀ ਕਿ ਬਹੁਤਾ ਅੱਗੇ ਨਹੀਂ ਮੈਂ ਜਾ ਸਕਿਆ। ਇੰਨਾ ਕੁ ਸਿਹਾਰੀ ਦਾ ਸੀਗਾ, ਇੰਨਾ ਔਂਕੜ ਦਾ ਸੀਗਾ। ਇੱਥੋਂ ਤੱਕ ਸੀਗੀ ਆਪਣੀ ਜਿਹੜੀ ਆ ਇਹ ਸੀਮਤ ਹੈਗੀ। ਅੱਗੇ ਹੈਗੀ ਆ ਨਾਉ ਪੜਨਾਉ ਕੀ ਹੁੰਦੇ ਆ, ਕਿਰਿਆ ਕੀ ਆ, ਕਿਰਿਆ ਵਿਸ਼ੇਸ਼ਣ ਕੀ ਹੈਗੇ ਆ, ਅਡਵਰਬ ਜਿਹਨੇ ਆਪਾਂ ਕਹਿ ਦਿੰਦੇ ਆ, ਵਰਬ ਕੀ ਹੈ, ਕਿਰਿਆ ਮਤਲਬ ਵਰਬ ਕਿਰਿਆ ਹੁੰਦੀ ਹੈ, ਵਰਬ ਕਿਰਿਆ ਵਿਸ਼ੇਸ਼ਣ ਹੋ ਗਿਆ। ਇਸੇ ਤਰ੍ਹਾਂ ਹੀ ਆਪਣੇ ਕਾਰਕ ਕੀ ਹੁੰਦੇ ਆ, ਯੋਜਕ ਕੀ ਆ, ਸੰਬੰਧਕ ਕੀ ਆ। ਇਹ ਗ੍ਰਾਮਰ ਦੇ ਕੁਛ ਅੰਗ ਹੈਗੇ ਆ, ਗ੍ਰਾਮਰ ਦੇ ਹਿੱਸੇ ਹੈਗੇ ਆ। ਉਧਰ ਆਪਾਂ ਨਾ ਜਾ ਕੇ ਆਪਾਂ ਸਿੱਧਾ ਹੁਣ ਆਪਾਂ ਜਿਹੜਾ ਆ ਜਪਜੀ ਸਾਹਿਬ ਵੱਲ ਨੂੰ ਆਵਾਂਗੇ। ਪਹਿਲਾਂ ਆਪਾਂ ਨਿਤਨੇਮ ਦੀਆਂ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਆ ਉਹ ਕਰਾਂਗੇ। ਜਿਹੜੇ ਆ ਆਪਾਂ ਥੋੜਾ ਬਹੁਤਾ ਕੀਤਾ ਆ ਔਂਕੜ ਦਾ ਜਾਂ ਸਿਹਾਰੀ ਦਾ, ਜਾਂ ਉਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ, ਫਿਰ ਆਪਾਂ ਕੁਛ ਹੋਰ ਸੰਥਿਆ ਦੇ ਸੰਬੰਧ ਦੇ ਵਿੱਚ ਕੋਈ ਚੀਜ਼ਾਂ, ਕੋਈ ਗੱਲਾਂ ਕੀਤੀਆਂ ਹੈਗੀਆਂ। ਜੇ ਉਹਦੇ ਸੰਬੰਧ ਦੇ ਵਿੱਚ ਕੋਈ ਸ਼ੁਰੂ ਕਰਨ ਤੋਂ, ਪਾਠ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਕੁਐਸਚਨ ਆਉਂਦਾ ਹੈ ਤੇ ਉਹ ਆਪਾਂ ਸਾਂਝਾ ਕਰ ਲੈਂਦੇ ਹਾਂ। ਨਹੀਂ ਤੇ ਫਿਰ ਆਪਾਂ ਪਾਠ ਸ਼ੁਰੂ ਕਰਦੇ ਹਾਂ ਜੀ। ਕੋਈ ਹੈ, ਕੋਈ ਦੇਖੋ, ਕੋਈ ਆਪਣੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਆ ਰਹੀ ਹੈ ਤੇ ਕੋਈ ਸਵਾਲ ਆਉਂਦਾ ਕਿਸੇ ਦੇ ਮਨ ਦੇ ਵਿੱਚ ਵੀ, ਤੇ ਉਹ ਮੇਰਾ ਨਿਤਨੇਮ ਵਾਲਾ ਉੱਥੇ ਜਾਏਗਾ ਹੋਰ ਫੋਲਡਰ ਤੇ। ਚਲੋ, ਤੇ ਹਰਪ੍ਰੀਤ ਸਿੰਘ ਜੀ, ਆਪਾਂ ਵਿੱਚ ਗੱਲਬਾਤ ਵੀ ਕਰਦੇ ਰਵਾਂਗੇ। ਤੇ ਮੈਨੂੰ ਲੱਗਦਾ ਕਿ ਜਿਹੜਾ ਹੁਣ ਵਾਲਾ, ਕਿਉਂਕਿ ਹੁਣ ਆਪਾਂ ਬੱਚਿਆਂ ਨੂੰ ਥੋੜਾ ਪਹਿਲ ਦੇ ਕੇ ਨਾ ਤੇ ਇਹ ਆਪਾਂ ਸ਼ੁਰੂ ਕਰਾਂਗੇ ਸੰਥਿਆ ਦਾ। ਤੇ ਥੋੜਾ ਦੋ ਪੌੜੀਆਂ ਹੁਣ ਕਰ ਲਈ, ਜਿੰਨਾ ਟਾਈਮ ਆਪਣੇ ਕੋਲ ਹੈਗਾ, 1-2 ਪੌੜੀਆਂ ਆਪਾਂ ਕਰ ਲੈਂਦੇ ਹਾਂ। ਉਸ ਤੋਂ ਬਾਅਦ ਦੇ ਵਿੱਚ ਆਪਾਂ ਚਲੇ ਜਾਵਾਂਗੇ। ਜੇ ਕੋਈ ਕੁਐਸਚਨ ਹੈਗਾ ਆ ਪਹਿਲਾਂ ਕਰਨ ਵਾਲਾ ਤੇ ਆਪਾਂ ਕਰ ਲੈਂਦੇ ਹਾਂ, ਕੋਈ ਸਾਂਝਾ ਕਰਨ ਵਾਲਾ ਸੰਗਤ ਦੇ ਨਾਲ ਤੇ ਆਪਾਂ ਕਰ ਲੈਂਦੇ ਹਾਂ ਜੀ। ਵਿੱਚੋਂ ਸੰਗਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਈ ਸਾਹਿਬ, ਜਿਹੜਾ ਗੁਰਬਾਣੀ ਦੀ ਇਹਨਾਂ ਨੇ ਲਿਖਿਆ ਜਿਸ ਤਰ੍ਹਾਂ ਸਾਰਾ ਇਹ ਸਾਰੇ ਰੂਲਸ, ਇਹਦੇ ਬਾਰੇ ਪੁਰਾਤਨ ਵੀ ਲਿਖਿਆ ਕੁਝ ਮਿਲਦਾ ਇਹਨੂੰ ਵਿਆਖਿਆ ਕਰਨ ਵਾਸਤੇ, ਕਿ ਉਦੋਂ ਲੋਕਾਂ ਦੀ ਐਡੀ ਅੰਡਰਸਟੈਂਡਿੰਗ ਸੀ ਕਿ ਉਹ ਆਪੇ ਸਮਝ ਜਾਂਦੇ ਸੀ? ਮੈਨੂੰ ਉਸ ਵੇਲੇ ਜਿਹੜਾ ਸੀਗਾ ਨਾ, ਉਸ ਉਚਾਰਨ ਵੀ ਹੋ ਸਕਦਾ ਹੈ ਆਹ ਵਾਲਾ ਉਚਾਰਨ ਨਾ ਹੋਵੇ, ਹੋ ਸਕਦਾ ਮਾਤਰਾ ਦੇ ਸਹਿਤ ਉਚਾਰਨ ਕੀਤਾ ਜਾਂਦਾ ਹੋਵੇ। ਮਤਲਬ ਇਹਦੇ ਬਾਰੇ ਕੋਈ ਅੱਛਾ, ਪੁਰਾਣਾ, ਕਿਉਂਕਿ ਪੁਰਾਣਾ ਸੀ ਉਦੋਂ, ਹੋ ਸਕਦਾ ਮਾਤਰਾ ਦੇ ਨਾਲ ਪੂਰਾ ਬੋਲਦੇ ਵੀ ਹੋਣ। ਹਾਂਜੀ, ਕਿਉਂਕਿ ਉਦੋਂ ਜਿਹੜੀ ਜਿੱਦਾਂ ਹੁਣ ਆਪਾਂ ਬੋਲਦੇ ਹਾਂ, ਇਦਾਂ ਦੀ ਭਾਸ਼ਾ ਨਹੀਂ ਸੀਗੀ। ਭਾਸ਼ਾ ਬਦਲ ਉਦੋਂ ਹਾਂਜੀ, ਭਾਸ਼ਾ, ਜੇ ਆਪਾਂ ਵਾਰਤਕ ਵੀ ਉਹਦਾ ਪੜ੍ਹਦੇ ਹਾਂ, ਕਾਵਕ ਨਹੀਂ, ਜੇ ਵਾਰਤਕ ਵੀ ਪੜ੍ਹਦੇ ਹਾਂ, ਉਹ ਵਾਰਤਕ ਵੀ ਜਿਹੜਾ ਆ ਉਹ ਹੈਰਾਨੀ ਕਰ ਦੇਣ ਵਾਲਾ ਆ। ਵਾਰਤਕ ਵੀ ਜਿਹੜਾ ਆ,
ਪਰ ਜੇ ਅਸੀਂ ਲਗਾ ਮਾਤਰਾ ਪੂਰੀਆਂ ਪੜ੍ਹਦੇ ਹਾਂ, ਸਮਝ ਲਓ ਪੁਰਾਣੇ ਜ਼ਮਾਨੇ 'ਚ ਵੀ ਜੇ ਪੜ੍ਹਦੇ ਹੋਣਗੇ ਤੇ ਉਹ ਕਾਵਿ ਰੂਪ ਦੇ ਵਿੱਚ ਪੂਰਾ ਨਹੀਂ ਬੈਠਦਾ ਫਿਰ, ਕਾਵਿ ਰੂਪ ਕਿ ਚ ਨਹੀਂ? ਆਉਣੀ, ਕਾਵਿ ਰੂਪ, ਕਿਉਂਕਿ ਕਾਵਿ ਰੂਪ ਦੇ ਵਿੱਚ ਉਹ ਚੀਜ਼ ਆਉਣੀ ਨਹੀਂ ਹੈ। ਕਾਵਿ ਰੂਪ ਦੇ ਵਿੱਚ ਹਾਂਜੀ। ਬਹੁਤ ਵਿਲੱਖਣਤਾ ਆ ਗੁਰਬਾਣੀ ਦੀ। ਇੱਕ ਮਤਲਬ ਰੱਬ ਨੂੰ ਨਾ ਮੰਨਣ ਵਾਲਾ ਵਿਅਕਤੀ ਸੀਗਾ, ਉਹ ਗੁਰਬਾਣੀ ਦੀ ਰਿਸਰਚ ਕਰ ਰਿਹਾ ਸੀ। ਉਹ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਪਰ ਕਹਿੰਦਾ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਉਣਾ ਆ ਤੇ ਮੇਰਾ ਕਹਿੰਦਾ ਸਿਰ ਮੱਲੋ ਮੱਲੀ ਕਹਿੰਦਾ ਧਰਤੀ ਦੇ ਨਾਲ ਲੱਗ ਜਾਂਦਾ ਆ। ਮਤਲਬ ਏਡੀ ਮਹਾਨਤਾ ਦੱਸੀ ਹੋਈ ਵਿਦਵਤਾ ਦੀ ਗੁਰਬਾਣੀ ਦੇ ਵਿੱਚ। ਦੇਖੋ ਤਾਂ ਤੁਸੀਂ ਅਜੇ ਤੱਕ ਜਿਹੜੀ ਹੈਗੀ ਆ ਪੰਜਾਬੀ ਦੋ ਮਾਤਰਾ ਵਾਲੇ ਸ਼ਬਦ ਨਹੀਂ ਲਿਆ ਸਕੀ। ਗੁਰਬਾਣੀ ਵਿੱਚ ਦੋ ਮਾਤਰਾ ਵਾਲੇ ਸ਼ਬਦ ਵੀ ਆਏ ਆ, ਹੋੜਾ ਤੇ ਔਂਕੜ ਵਾਲੇ। ਟੂਟੀ ਗਾਂਢਣਹਾਰ ਗੋਪਾਲ, ਗੱਗੇ ਨੂੰ ਹੋੜਾ ਵੀ ਆ ਤੇ ਗੱਗੇ ਨੂੰ ਵੀ ਔਂਕੜ ਵੀ ਆ। ਹਾਂਜੀ। ਸਰਬ ਏਕ ਏਕ ਸੁਆਮੀ ਸਭ ਘਟ ਭੋਗਵੈ ਸੋਈ। ਭੋਗਵੈ ਭੋਗ ਵੀ ਹੈ ਤੇ ਭੋਬੇ ਨੂੰ ਹੋੜਾ ਵੀ ਹੈ ਤੇ ਭੋਬੇ ਨੂੰ ਔਂਕੜ ਵੀ ਹੈ। ਸੋ ਮਤਲਬ ਕਹਿਣ ਤੋਂ ਕਿ ਬਹੁਤ ਸਾਰੀਆਂ ਕਈ ਚੀਜ਼ਾਂ ਜਿਹੜੀਆਂ ਵਿਲੱਖਣਤਾ ਆ। ਦੇਖੋ ਤਾਂ ਔਂਕੜ ਦਾ, ਸਿਹਾਰੀ ਦਾ ਦੇਖੀਏ, ਕਿੱਡੀ ਹੈਰਾਨੀ ਦੀ ਗੱਲ ਆ, ਕਿੰਨੀ ਖੋਜ ਦੀ ਲੋੜ ਆ। ਹੋਰ ਕਿਸ ਤਰ੍ਹਾਂ ਮਤਲਬ ਕੀਤਾ ਹੋਇਆ, ਕਿਸ ਤਰ੍ਹਾਂ ਉਚਾਰਨ ਕੀਤੇ ਹੋਏ, ਉਹੀ ਸ਼ਬਦ ਹੈਗੇ ਆ, ਉਹਨਾਂ ਨੂੰ ਔਂਕੜ ਪਾ ਕੇ ਸਿਹਾਰੀ ਪਾ ਕੇ ਮਤਲਬ ਕਿਸ ਤਰ੍ਹਾਂ ਦਰਸਾਇਆ। ਬਹੁਤ ਜ਼ਿਆਦਾ, ਜਿਹੜੀ ਖਾਸ ਕਰਕੇ ਨੌਜਵਾਨ ਬੱਚੇ ਆ, ਜਿਹੜੇ ਸਕੂਲ ਵਾਲੇ ਆ, ਯੂਨੀਵਰਸਿਟੀ ਵਾਲੇ ਆ, ਉਹਨਾਂ ਬੱਚਿਆਂ ਦੇ ਹੋਰ ਨਹੀਂ, ਨੌਜਵਾਨ ਠੀਕ, ਪਰ ਮੈਂ ਵੀ ਬਚਪਨ 'ਚ ਸੋਚਦਾ ਹੁੰਦਾ ਸੀ ਕਿ ਇਸ ਤਰ੍ਹਾਂ ਲਿਖਿਆ ਕਿਉਂ ਆ, ਇਹਨੂੰ ਬੋਲਦੇ ਕਿਉਂ ਨਹੀਂ, ਜੇ ਬੋਲਦੇ ਨਹੀਂ ਤੇ ਫਿਰ ਲਿਖਿਆ ਕਿਉਂ ਆ। ਮਤਲਬ ਇਹ ਮੈਂ ਹਮੇਸ਼ਾ ਕਨਫਿਊਜ਼ਨ ਜੀ ਰਹੀ ਸੀ, ਪਰ ਆ ਕਲੈਰਿਟੀ ਜੋ ਮਿਲ ਰਹੀ ਹੈ ਇਸ ਤਰ੍ਹਾਂ ਸੰਥਿਆ ਕਰਕੇ, ਇਟਸ ਆਈ ਓਪਨਿੰਗ। ਸੰਗਤ ਦਾ ਇਹੀ ਲਾਭ ਆ ਨਾ ਜੀ, ਜੋ ਚੀਜ਼ ਅਸੀਂ ਸੰਗਤ ਵਿੱਚੋਂ ਲੈਣੀ ਆ ਹੋਰ ਕਿਤੋਂ ਮਿਲਦੀ ਨਹੀਂ ਹੈ। ਸੰਗਤ ਦਾ ਇਹੀ ਲਾਭ। ਹੁਣ ਆਪਣੇ ਕੋਲ ਆਹ ਕੋਵਿਡ ਦਾ ਕਰਕੇ ਤੁਹਾਡੇ ਤੇ ਇੱਧਰ ਸਾਡਾ ਮਾਹੌਲ ਠੀਕ ਹੋਣਾ, ਸਾਡੇ ਥੋੜਾ ਜਿਹਾ ਇੱਧਰ ਤਾਂ ਬਹੁਤ ਜ਼ਿਆਦਾ ਆ। ਪਰ ਜਿਹੜੀ ਸੰਗਤ ਦੇ ਵਿੱਚੋਂ ਕਈ ਚੀਜ਼ਾਂ ਆ, ਸੰਗਤ ਦੇ ਜਾਂ ਗੁਰਸਿੱਖਾਂ ਦੇ ਵਿੱਚੋਂ, ਉਹ ਸਾਨੂੰ ਦੱਸਣੀਆਂ ਸੁਣਨੀਆਂ ਨਹੀਂ ਪੈਂਦੀਆਂ। ਉਹ ਪਤਾ ਨਹੀਂ ਬਖਸ਼ਿਸ਼ ਨਾਲ ਹੀ ਮਿਲ ਜਾਂਦੀਆਂ ਆ। ਉੱਥੇ ਤੁਸੀਂ ਜਾਂਦੇ ਉੱਦਾਂ ਹੀ ਮਿਲ ਜਾਂਦੀ ਉਹ ਚੀਜ਼। ਸੋ ਇਹ ਸੰਗਤ ਦਾ ਹੀ ਅਸਰ ਹੁੰਦਾ ਆ, ਜਿਹੜੀ ਚੀਜ਼ ਆਪਾਂ ਨੂੰ ਮਿਲਦੀ ਆ। ਤੇ ਹੋਰ ਕੋਈ ਇਹਦੇ ਸੰਬੰਧ ਦੇ ਵਿੱਚ ਕੋਈ ਆਪਾਂ ਫਿਰ ਸ਼ੁਰੂ ਕਰਨੀਆਂ ਨਿਤਨੇਮ ਦੀਆਂ ਬਾਣੀਆਂ, ਤੇ ਉਸ ਤੋਂ ਫਿਰ ਪਹਿਲਾਂ ਆਪਾਂ ਕੋਈ ਚੀਜ਼ ਕੋਈ ਕਰਨ ਵਾਲੀ ਹੈਗੀ ਆ ਤੇ ਸਾਂਝੀ ਆਪਾਂ ਕਰ ਲਈਏ। ਹਾਂਜੀ, ਇਹ ਬਿੰਦੀ ਦੀ ਯੂਸੇਜ ਬਾਰੇ ਆਪ ਜੀ ਇੱਕ ਵਾਰੀ ਡਿਟੇਲ ਕਹਿ ਰਹੇ ਸੀ ਕਿ ਪਹਿਲੀ ਕਲਾਸ ਦੱਸੀ ਹੈ, ਪਤਾ ਨਹੀਂ ਕੈਂਪ ਵਿੱਚ ਹੋ ਸਕਦਾ ਦੱਸੀ ਹੋਵੇ, ਇੱਧਰ ਵੀ ਇੱਕ ਵਾਰੀ ਥੋੜਾ ਡਿਟੇਲ ਲੌਜਿਕ ਦੱਸ ਦਿਓ ਅੱਜ ਜਾਂ ਫਿਰ ਨੈਕਸਟ ਟਾਈਮ ਮੇਬੀ। ਉਹ ਆ ਕਿ ਬਿੰਦੀ ਦੀਆਂ ਉਚਾਰਨ ਆਪਾਂ ਕਰ ਚੁੱਕੇ ਹੈਗੇ ਥੋੜਾ ਜਿਹਾ, ਉਹਦੇ ਵਿੱਚ ਆਪਾਂ ਫਿਰ ਦੁਬਾਰਾ ਉਹ ਚੀਜ਼ ਕਰਾਂਗੇ ਤੇ ਅੱਗੇ ਨਹੀਂ ਤੁਰ ਹੋਣਾ। ਜਦੋਂ ਆਪਾਂ ਕਰਾਂਗੇ ਉੱਥੇ ਉਚਾਰਨ ਆਪਾਂ ਵਿਚਾਰ ਕਰ ਸਕਦੇ ਵੀ ਇੱਥੇ ਕਿਉਂ ਆਇਆ ਹੈਗਾ। ਫਿਰ ਮੇਰਾ ਖਿਆਲ ਪਿੱਛੇ ਹੋਣਾ ਕਿ ਭਾਈ ਸਾਹਿਬ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਕਲੀਅਰਲੀ ਕੋਈ ਕਾਰਨ ਕਰਕੇ। ਹਾਂਜੀ, ਹੁਣ ਹੋਈ ਹੈ ਕਲੀਅਰ, ਦੇਖਿਓ ਤਾਂ। ਹਾਂਜੀ, ਕਲੀਅਰ ਹੈ। ਹਾਂਜੀ, ਮੈਂ ਬੇਨਤੀ ਇਹ ਕਰ ਰਿਹਾ ਸੀਗਾ ਕਿ ਤੁਸੀਂ ਵੀਡੀਓ ਜਿਹੜੀਆਂ ਹੈਗੀਆਂ ਉਹ ਇੱਕ ਵਾਰੀ ਦੇਖ ਲਓ ਭਾਜੀ। ਉਸ ਤੋਂ ਬਾਅਦ ਦੇ ਵਿੱਚ ਆਪਣਾ ਕੋਈ ਸਵਾਲ ਆਉਂਦਾ ਫਿਰ ਆਪਾਂ ਨੋਟ ਕਰ ਲਵਾਂਗੇ, ਉਹ ਆਪਾਂ ਫਿਰ ਸਾਰਿਆਂ ਨੂੰ ਕਰ ਸਕਦੇ ਹੈਗੇ ਆ। ਭਾਈ ਸਾਹਿਬ ਜੀ ਵਾਪਸ ਤੁਹਾਡੀ ਆਵਾਜ਼ ਕੱਟ ਰਹੀ ਹੈ, ਆ ਨਹੀਂ ਰਹੀ। ਬਾਕੀ ਸੰਗਤਾਂ ਦੀ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਤੁਸੀਂ ਅਨਮਿਊਟਡ ਹੋ ਤੇ ਮਿਊਟ ਕਰ ਲਓ, ਕਿਉਂਕਿ ਭਾਈ ਸਾਹਿਬ ਦੀ ਆਵਾਜ਼ ਕਲੀਅਰਲੀ ਆ ਨਹੀਂ ਰਹੀ। ਵਾਹਿਗੁਰੂ ਜੀ, ਕੋਈ ਫਰਕ ਪਿਆ ਹੁਣ ਜੀ? ਵਾਹਿਗੁਰੂ। ਹਾਂਜੀ ਭਾਈ ਸਾਹਿਬ ਜੀ। ਹਾਂਜੀ, ਠੀਕ ਹੈ ਜੀ ਹੁਣ? ਹਾਂਜੀ ਠੀਕ ਹੈ ਜੀ। ਮੈਂ ਬੇਨਤੀ ਇਹ ਕਰ ਰਿਹਾ ਸੀਗਾ ਵੀ ਵੀਰ ਜੀ ਹੁਣਾਂ ਨੇ ਕੁਐਸਚਨ ਕੀਤਾ ਸੀਗਾ ਵੀ ਜਿਹੜੀਆਂ ਬਿੰਦੀ ਦੇ ਉਚਾਰਨ ਵਾਲਾ ਹੈਗਾ ਆ, ਵੀ ਜੇ ਆਪਾਂ ਦੁਬਾਰਾ, ਮੈਂ ਕਿਹਾ ਸੀ ਇੱਕ ਵਾਰੀ ਤੁਸੀਂ ਵੀਡੀਓਜ਼ ਆਪਣੀ ਆਪ ਜੀ ਨੇ ਪਾ ਦਿੱਤੀਆਂ ਆ ਸਾਰੀਆਂ, ਉਹ ਇੱਕ ਵਾਰੀ ਵੀਡੀਓਜ਼ ਤੁਸੀਂ ਜਿਹੜੀਆਂ ਹੈਗੀਆਂ ਉਹ ਇੱਕ ਵਾਰੀ ਉਹਨਾਂ ਦੇ ਥਰੂ ਗੋ ਥਰੂ ਹੋ ਜਾਓ, ਦੇਖ ਲਓ ਇੱਕ ਵਾਰੀ। ਜੇ ਫਿਰ ਕੋਈ ਕੁਐਸਚਨ ਹੋਇਆ ਆਪਾਂ ਜ਼ਰੂਰ ਸਾਂਝਾ ਕਰ ਲਾਂਗੇ। ਮੇਰੇ ਖਿਆਲ ਭਾਈ ਸਾਹਿਬ ਜੀ ਨੇ ਵੀਡੀਓਜ਼ ਵੇਖੀਆਂ ਨੇ, ਉਹਨਾਂ ਦਾ ਸਵਾਲ ਮੈਨੂੰ ਵੀ ਆਇਆ ਸੀ ਕਿ ਅਸੀਂ ਉਹ ਹੋ ਸਕਦਾ ਮਿਸ ਕੀਤਾ ਹੈ ਜਾਂ ਵੀਡੀਓ ਵਿੱਚ ਨਹੀਂ ਲੱਭਿਆ ਉਹਨਾਂ ਨੂੰ, ਤਾਂ ਉਹ ਸਵਾਲ ਪੁੱਛ ਰਹੇ ਨੇ। ਅੱਛਾ, ਆਪਾਂ ਕਿਸ ਤਰ੍ਹਾਂ ਉਹਨਾਂ ਦਾ, ਵੀਰ ਜੀ ਕੀ ਤੁਸੀਂ ਪੁੱਛ ਕੀ ਰਹੇ ਹੋ ਬਿੰਦੀ ਦੇ ਸੰਬੰਧ ਦੇ ਵਿੱਚ? ਵੀਰ ਜੀ ਮੈਨੂੰ ਐਵੇਂ ਲੱਗਿਆ ਕਿ ਜਦੋਂ ਅਸੀਂ ਸੈਕਿੰਡ ਕਲਾਸ ਕਰ ਰਹੇ ਸੀਗੇ ਤੇ ਉਹਦੀ ਸਟਾਰਟਿੰਗ ਵਿੱਚ ਆਪ ਜੀ ਬਿੰਦੀ ਵਾਲੇ ਬਾਰੇ ਦੱਸ ਰਹੇ ਸੀਗੇ ਤੇ ਆਪ ਜੀ ਨੇ ਰੈਫਰੈਂਸ ਦਿੱਤਾ ਕਿ ਇਹਦੇ ਬਾਰੇ ਡਿਟੇਲ ਲੌਜਿਕ ਰੂਲਸ ਅਸੀਂ ਪਹਿਲੇ ਕਲਾਸ ਵਿੱਚ ਡਿਸਕਸ ਕੀਤੇ ਸੀ। ਤਾਂ ਮੈਂ ਉਸ ਦੇ ਬਾਰੇ ਪੁੱਛਣ ਲੱਗਾ ਸੀ ਕਿ ਅਸੀਂ
ਮਤਲਬ ਜਿਵੇਂ ਮਲਟੀਪਲ ਕਲਾਸਿਸ ਚੱਲ ਰਹੀਆਂ ਕਿਧਰੇ ਸਾਡਾ ਮਿਸ ਤਾਂ ਨਹੀਂ ਹੋ ਗਿਆ, ਇਸ ਤਰ੍ਹਾਂ ਮੈਂ ਨਹੀਂ ਪੁੱਛਣ ਦੀ ਕੋਸ਼ਿਸ਼ ਮੇਰਾ ਨਹੀਂ ਖਿਆਲ ਪਿਛਲੇ 3 ਕਲਾਸਿਸ ਵਿੱਚ ਆਪਾਂ ਡਿਸਕਸ ਕੀਤਾ ਬਿੰਦੀ ਦਾ, ਜਦੋਂ ਤੋਂ ਇਹ ਸੀਰੀਜ਼ ਸ਼ੁਰੂ ਹੋਈ ਹੈ। ਬਿੰਦੀ ਦਾ ਪਾਰਟ ਭਾਈ ਸਾਹਿਬ ਜੀ ਤੁਸੀਂ ਕਵਰ ਕੀਤਾ ਸੀ ਕਿਸੇ ਕਲਾਸ ਵਿੱਚ? ਨਾ ਔਂਕੜ ਦੇ ਨਿਯਮ ਆ, ਜਿਸ ਤਰ੍ਹਾਂ ਸਿਹਾਰੀ ਦੇ ਨਿਯਮ ਆਪਾਂ ਕੀਤੇ ਇਸ ਤਰ੍ਹਾਂ ਨਹੀਂ ਕੀਤਾ ਹੈ। ਲੇਕਿਨ ਉੱਦਾਂ ਜਦੋਂ ਲਗਾਖਰਾਂ ਦੀ ਗੱਲ ਆਈ ਸੀਗੀ ਵੀ ਅਧਿਕ ਬਿੰਦੀ ਤੇ ਟਿੱਪੀ ਦੀ ਗੱਲ ਆਈ ਸੀਗੀ, ਉੱਥੇ ਆਪਾਂ ਕੀਤਾ ਸੀਗਾ ਵੀ ਅਧਿਕ ਵਾਲੇ ਸ਼ਬਦ ਆ ਹੈਗੇ ਆ। ਤੇ ਫਿਰ ਆਪਾਂ ਇੱਕ ਚੀਜ਼ ਹੋਰ ਸਾਂਝੀ ਕੀਤੀ ਸੀ ਕਿ ਮੇਰੇ ਕੋਲ ਗੁਰਬਾਣੀ ਪਾਠ ਦਰਪਣ ਪੁਸਤਕ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ, ਉੱਥੇ ਵੀ ਬਿੰਦੀ ਦਾ ਉਚਾਰਨ ਕੀਤਾ। ਕੁਝ ਜਿਹੜੇ ਸ਼ਬਦ ਹੈਗੇ ਉਹਨਾਂ ਦੇ ਨਾਲ ਬਿੰਦੀ ਦਾ ਉਚਾਰਨ ਹੋਣਾ ਹੀ ਹੋਣਾ ਹੈਗਾ। 1 ਮਿੰਟ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਆ। ਜਿਹੜੇ ਆਪਾਂ ਸ਼ਬਦ ਕੱਢੇ ਸੀਗੇ ਬੇਟੇ ਕਰਿਓ ਉਹ ਬਿੰਦੀ ਦੇ ਬਾਰੇ ਤੁਸੀਂ ਇੱਕ ਚੀਜ਼ ਦੱਸੀ ਸੀ ਕਿ ਕਨਫਿਊਜ਼ਨ ਤਾਂ ਵੀ ਪੈਦਾ ਹੁੰਦੀ ਕਿਉਂਕਿ ਉਦੋਂ ਜਦੋਂ ਛਪਾਈ ਹੁੰਦੀ ਸੀ ਉਹਨਾਂ ਕੋਲ ਬਿੰਦੀ ਲੱਗਦੀ ਨਹੀਂ ਸੀ ਅੱਖਰ ਦੇ ਉੱਤੇ, ਤੇ ਉਹ ਅੱਗੇ ਪਿੱਛੇ ਲੱਗੀ ਹੈ ਬਿੰਦੀ, ਥੋੜਾ ਇਸ ਤਰ੍ਹਾਂ ਦਾ ਸੀ ਕੁਛ। ਪਰ ਅਸੀਂ ਬਿੰਦੀ ਕਈ ਜਗ੍ਹਾ ਤੇ ਜਿਵੇਂ ਨਹੀਂ ਹੁੰਦੀ ਤੇ ਉੱਥੇ ਲਗਾਣੀ ਹੁੰਦੀ ਹੈ ਬਿਕੋਜ਼ ਆਫ ਬੀਇੰਗ ਪਲੂਰਲ, ਇਸ ਤਰ੍ਹਾਂ ਹੈਗਾ? 1 ਮਿੰਟ ਮੈਨੂੰ ਦੇਖਣਾ ਜ਼ਰੂਰ, 1 ਮਿੰਟ ਸਰ। ਹਾਂਜੀ ਕਰਿਓ ਓਕੇ। ਇਹ ਵਾਲਾ ਬੇਟੇ, ਹਾਂਜੀ 1 ਮਿੰਟ ਇਹ ਦੇਖਿਓ ਜੀ ਮਾੜਾ ਜਿਹਾ ਬੇਟੇ, ਫੁੱਲ ਕਰ ਸਕਰੀਨ ਫੁੱਲ ਕਰ। ਇਹਨਾਂ ਲਗਾਖਰਾਂ ਦੀ ਆਪਾਂ ਉਦੋਂ ਗੱਲ ਕਰਦੇ ਸੀਗੇ, ਇਹਨਾਂ ਵਿੱਚੋਂ ਫਿਰ ਆਪਾਂ ਅਧਿਕ ਦੀ ਗੱਲ ਕੀਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਆਪਾਂ ਜਿਹੜਾ ਸੀਗਾ ਵੀ ਅਧਿਕ ਕਿੱਥੇ ਲੱਗਣੀ ਕਿੱਥੇ ਨਹੀਂ ਲੱਗਣੀ ਹੈਗੀ, ਉਸ ਤੋਂ ਔਂਕੜ ਦੀ ਗੱਲ ਕੀਤੀ ਸੀਗੀ। ਆਹੇ ਦੀ ਬਿੰਦੀ ਦੀ ਵਰਤੋਂ ਵਾਲੀ ਆ ਗਏ ਸੀਗੇ। ਇਹ ਕੁਛ ਤੁਕਾਂ ਆਪਾਂ ਲਈਆਂ ਸੀਗੀਆਂ ਬਿੰਦੀ ਦੇ ਨਿਯਮ ਦੇ ਵਿੱਚ। ਮੈਂ ਤਾਂ ਆਪ ਜੀ ਨੇ ਇਹ ਦੱਸ ਰਿਹਾ ਸੀਗਾ ਕਿ ਜੇ ਉਹਦਾ ਕਰਤਾ ਜਿਹੜਾ ਆ ਉਹ ਫਸਟ ਪਰਸਨ ਆ, ਕਰਤਾ ਫਸਟ ਪਰਸਨ ਆ, ਤੇ ਉਹਦਾ ਜਿਹੜਾ ਵਰਬ ਹੈਗਾ ਆ ਉਹਨੂੰ ਬਿੰਦੀ ਦਾ ਉਚਾਰਨ ਆਉਂਦਾ ਆ। ਜਦੋਂ ਅਸੀਂ ਉਹਦਾ ਅਰਥ ਜਿਹੜਾ ਆ ਉਹ ਪ੍ਰੈਜ਼ੈਂਟ ਟੈਂਸ ਵਿੱਚ ਕਰਨਾ ਹੋਵੇ, ਚਾਹੇ ਪ੍ਰੈਜ਼ੈਂਟ ਇੰਡੈਫੀਨਿਟ ਮਤਲਬ ਸਿੰਪਲ ਪ੍ਰੈਜ਼ੈਂਟ ਟੈਂਸ ਆ ਚਾਹੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈਗਾ ਆ। ਫਿਊਚਰ ਦੇ ਵਿੱਚ ਜਿਹੜਾ ਆ ਉੱਥੇ ਵੀ ਫਿਊਚਰ ਸਿੰਪਲ ਫਿਊਚਰ ਜਿਹੜਾ ਹੈਗਾ ਜਾਂ ਫਿਊਚਰ ਕੰਟੀਨਿਊ ਟੈਂਸ ਹੈਗੇ ਆ, ਉਹਨਾਂ ਦੇ ਵਿੱਚ ਵੀ ਜਿਹੜਾ ਆ ਬਿੰਦੀ ਦਾ ਉਚਾਰਨ ਵਰਬ ਨੂੰ ਆਉਂਦਾ ਹੈਗਾ ਆ। ਪਰ ਜਿੱਥੇ ਜਿਹੜੀ ਹੈਗੀ ਆ, ਜਿੱਥੇ ਉਚਾਰਨ ਇਹਨਾਂ ਟੈਂਸ ਦੇ ਵਿੱਚ ਆਉਂਦਾ, ਉੱਥੇ ਜਿਹੜਾ ਕਰਤਾ ਹੈਗਾ ਆ ਅਗਰ ਉਹ ਬਹੁਵਚਨ ਹੈਗਾ ਆ, ਪਲੂਰਲ ਆ, ਤੇ ਉਹਦੇ ਜਿਹੜੇ ਆ ਹਾਹੇ ਨੂੰ ਸਿਹਾਰੀ ਲੱਗੀ ਹੋਵੇ, ਉੱਥੇ ਵੀ ਉਚਾਰਨ ਜਿਹੜਾ ਬਿੰਦੀ ਦਾ ਆਉਂਦਾ ਹੈਗਾ ਆ। ਬਿੰਦੀ ਦੇ ਲਈ ਕੋਈ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਆਪਾਂ ਔਂਕੜ ਦੇ ਨਿਯਮ ਕੱਢੇ ਸੀ, ਸਿਹਾਰੀ ਦੇ ਕੱਢੇ, ਇਸ ਤਰ੍ਹਾਂ ਮੈਂ ਬਿੰਦੀ ਦੇ ਨਹੀਂ ਕੱਢ ਸਕਿਆ ਅਜੇ ਤੱਕ, ਪਰ ਆਪਾਂ ਕਰ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਤੇ ਆਹ ਜਿਹੜੇ ਬਿੰਦੀ ਵਾਲੇ ਸੀਗੇ ਇਹਨਾਂ ਦੇ ਵਿੱਚ ਆਪਾਂ ਇਹ ਕਹਿ ਰਹੇ ਸੀਗੇ ਜੋ ਤੁਧ ਭਾਵ ਹੈ ਸਾਈ ਭਲੀਕਾਰ। ਇੱਥੇ ਸਾਈ ਨਹੀਂ ਬੋਲਣਾ ਆਪਾਂ, ਸਾਈ ਤੇ ਸਾਈ ਦਾ ਫਰਕ ਹੈਗਾ। ਸਾਈ ਨਾਮ ਅਮੋਲ ਕੀਮਨਾ ਕੋਈ ਜਾਣ ਲਓ। ਇੱਥੇ ਜਿਹੜਾ ਸਾਈ ਹੈਗਾ ਆ ਉਹ ਆਪਾਂ ਵਾਹਿਗੁਰੂ ਜੀ ਲਈ ਵਰਤਿਆ ਹੋਇਆ, ਸਿਰ ਦਾ ਮਾਲਕ ਸਾਈ ਵਾਹਿਗੁਰੂ। ਸਾਈ ਦਾ ਮਤਲਬ ਹੁੰਦਾ ਉਹੀ। ਸੋ ਇਹ ਜਿਹੜੀਆਂ ਤੁਕਾਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ, ਜਿਹੜੀਆਂ ਪਹਿਲੀਆਂ ਪ੍ਰੈਜੈਂਟੇਸ਼ਨਸ ਹੈਗੀਆਂ ਆ, ਉਹਨਾਂ ਦੇ ਵਿੱਚ ਆਹ ਸਾਰੀਆਂ ਤੁਕਾਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ। ਤੇ ਇਹਦੇ ਸੰਬੰਧ ਦੇ ਵਿੱਚ ਕੋਈ ਕੁਐਸਚਨ ਹੈਗਾ ਤਾਂ ਆਪਾਂ ਕਰ ਲੈਨੇ ਆ, ਤੇ ਫਿਰ ਦੱਸੋ ਕੋਈ ਇਹਦੇ ਵਿੱਚ ਕੋਈ ਹੈਗਾ ਕੋਈ? ਇੱਕ ਇਹਦਾ ਐਗਜ਼ਾਮਪਲ ਇਸ ਤਰ੍ਹਾਂ ਕਿ ਅਸੀਂ ਆਮ ਤੌਰ ਤੇ ਸੋਹਲਾ ਸਾਹਿਬ ਵਿੱਚ ਪੜ੍ਹਦੇ ਹਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਇੱਥੇ ਅਸੀਂ ਕਰੋ ਉਚਾਰਨ ਕਰਨਾ, ਨਾ ਕਿ ਕਰੋ, ਕਿਉਂਕਿ ਇਹ ਹੈ ਇੱਕ ਤੇ ਵਰਬ ਹੈ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਿਹਾ, ਫਿਰ ਫਰਸਟ ਪਰਸਨ ਦਾ ਵਰਬ ਹੈ ਕਿ ਅਸੀਂ ਮਤਲਬ ਮੈਂ ਕਰ ਰਿਹਾ, ਕਰੋ ਬੇਨੰਤੀ। ਸੁਣੋ ਜੋ ਹੈ ਸੈਕੰਡ ਪਰਸਨ ਹੈ, ਇਸ ਕਰਕੇ ਸੁਣੋ ਦੇ ਉੱਥੇ ਹਾਹਾ ਲੱਗਿਆ ਨਾ ਕਿ ਔਂਕੜ, ਤੇ ਉੱਥੇ ਹਾਹੇ ਦੇ ਨਾਲ ਔਂਕੜ ਹੈ, ਇਸ ਕਰਕੇ ਉਹ ਸੁਣੋ ਹੋਏਗਾ, ਪਰ ਉੱਥੇ ਬਿੰਦੀ ਦਾ ਉਚਾਰਨ ਨਹੀਂ ਹੋਏਗਾ ਕਿਉਂਕਿ ਉਹ ਸੈਕੰਡ ਪਰਸਨ ਹੈ ਔਰ ਉਹ ਸਿੰਗੂਲਰ ਹੈ, ਪਲੂਰਲ ਨਹੀਂ ਹੈ। ਕਰੋ ਨਹੀਂ, ਸੁਣੋ, ਕਰੋ। ਇੱਕ ਮਿੰਟ ਸੁਣੋ ਤੇ ਸੁਣੋ। ਗਾਵੋ ਗਾਵੋ। ਹਾਂਜੀ, ਗਾਵੋ।
ਗਾਵੋ ਹਾਹੇ ਨੌਕਰ। ਜਿਹੜੇ ਆਹ ਵਾਲੇ ਹੈਗੇ ਆ, ਇਹ ਹੈਗੇ ਆ ਜਿਹੜਾ ਫਸਟ ਪਰਸਨ ਹੈਗਾ ਆ, ਉਸ ਦੇ ਇਹ ਵਰਬ ਹੈਗੇ ਆ। ਤੇ ਆਹ ਵਾਲੇ ਜਿਹੜੇ ਹੈਗੇ ਆ, ਇਹ ਸੈਕੰਡ ਪਰਸਨ ਦੇ ਵਰਬ ਹੈਗੇ ਆ। ਜਿਹੜੇ ਫਸਟ ਪਰਸਨ ਦੇ ਵਰਬ ਆ, ਉਹਨਾਂ ਦੇ ਨਾਲ ਬਿੰਦੀ ਦਾ ਉਚਾਰਨ ਹੋਣਾ ਹੀ ਹੋਣਾ। ਜਿਹੜੇ ਫਸਟ ਪਰਸਨ ਦੇ ਵਰਬ ਆ, ਜਿਹੜਾ ਸਿੰਗੂਲਰ ਹੈਗਾ ਉਹਦਾ ਉਚਾਰਨ ਊੜੇ ਨਾਲ ਮੋਸਟਲੀ ਆਉਂਦਾ, ਪਰ ਇਹ ਨਿਯਮ ਬਿਲਕੁਲ ਲਾਗੂ ਨਹੀਂ ਹੈਗਾ ਕਈਆਂ ਥਾਵਾਂ ਤੇ। ਜਿਹੀਆਂ ਥਾਵਾਂ ਤੇ ਸੈਕੰਡ ਪਰਸਨ ਦੇ ਨਾਲ ਵੀ ਗਾਓ ਆਇਆ ਹੋਇਆ ਹੈ, ਗਾਵੋ ਸੌਰੀ ਆ ਵਾਲਾ ਸ਼ਬਦ ਆਇਆ ਹੋਇਆ। ਜਿੱਦਾਂ ਸਾਧੋ ਗੋਬਿੰਦ ਕੇ ਗੁਣ ਗਾਵੋ, ਉੱਥੇ ਬਿੰਦੀ ਦਾ ਉਚਾਰਨ ਨਹੀਂ ਹੋਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਬਦ ਹੈਗਾ। ਸੋ ਮੇਰਾ ਕਹਿਣ ਦਾ ਮਤਲਬ, ਜਦੋਂ ਆਪਾਂ ਗੁਰਬਾਣੀ ਦੇ ਵਿੱਚ ਜਾਵਾਂਗੇ ਪੜ੍ਹੇ, ਜਿਹੜੇ ਪਲੂਰਲ ਹੈਗਾ ਫਸਟ ਪਰਸਨ, ਉਹਦੀ ਜਿਹੜੀ ਕਿਰਿਆ ਹੈਗੀ ਆ, ਉਹ ਇਸ ਤਰ੍ਹਾਂ ਹਾਹੇ ਨੂੰ ਸਿਹਾਰੀ ਦੇ ਨਾਲ ਆਊਗੀ। ਕਰਹਿ, ਸੁਣਹਿ, ਗਾਵਹਿ, ਇੱਦਾਂ ਉਹਦੀ ਆਊਗੀ ਕਿਰਿਆ ਜਿਹੜੀ ਹੈਗੀ ਆ। ਸੋ ਜੇ ਇਹ ਆਪਾਂ ਜਦੋਂ ਹੁਣ ਆਪਾਂ ਇਹਨਾਂ ਦਾ ਜਦੋਂ ਆਪਾਂ ਅੱਗੇ ਚੱਲਣਾ, ਸ਼ਬਦਾਂ ਚੱਲਾਂਗੇ, ਉਹਦੇ ਵਿੱਚ ਜਿੰਨੀ ਵੀ ਸੰਗਤ ਆਪਣੇ ਨਾਲ ਜੁੜੀ ਹੋਈ ਆ, ਇਹਨਾਂ ਸੰਗਤ ਦੇ ਵਿੱਚੋਂ ਬਹੁਤ ਕੁਛ ਆਪਾਂ ਨੂੰ ਮਿਲ ਜਾਣਾ। ਕਿਉਂਕਿ ਆਪਾਂ ਵੀ ਸਿੱਖਣ ਲਈ ਆ, ਮੈਂ ਵੀ ਸਿੱਖਣ ਲਈ ਆਇਆ ਹੋਇਆ। ਆਪਾਂ ਸਾਰੇ ਸਿੱਖਣ ਲਈ ਆਏ, ਸਿਖਾਲਣ ਲਈ ਨਹੀਂ ਆਏ ਹੈਗੇ। ਆਪਾਂ ਸਿੱਖਣ ਲਈ ਆਏ ਹੈਗੇ ਆ, ਸਿੱਖਣ ਲਈ ਸੰਗਤ ਕਰਨੀ ਹੈਗੀ ਆ। ਤੇ ਬਹੁਤ ਕੁਛ ਆਪਾਂ ਨੂੰ ਜਿਹੜਾ ਆ ਉਹ ਮਿਲ ਜਾਣਾ। ਹਰੇਕ ਵਾਰੀ, ਜਿੰਨੀ ਵਾਰੀ ਵੀ ਅਸੀਂ ਸੰਥਿਆ ਕੀਤੀ ਆ, ਜਿੰਨੀ ਵਾਰੀ ਅਸੀਂ ਕੀਤੀ ਆ, ਕੁਛ ਨਾ ਕੁਛ ਮੇਰਾ ਚੇਂਜ ਹੋਇਆ ਆ, ਕੁਛ ਨਾ ਕੁਛ ਮੈਂ ਬਦਲਿਆ ਆ। ਜਿਹੜੀ ਮੇਰੀ ਪਹਿਲੀ ਧਾਰਨਾ ਸੀ ਉਹ ਟੁੱਟੀ ਆ, ਨਹੀਂ ਇਹ ਚੀਜ਼ ਏਦਾਂ ਹੋਣੀ ਹੈ, ਇਹ ਚੀਜ਼ ਏਦਾਂ ਹੋਣੀ ਆ। ਤੇ ਮੈਨੂੰ ਲੱਗਦਾ ਕਿ ਆਪ ਜੀ ਦੀ ਸਾਰਿਆਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਹੋਊਗਾ। ਕਿਉਂਕਿ ਜਦੋਂ ਅਸੀਂ ਸੰਗਤ ਕਰਦੇ ਹਾਂ, ਸੰਗਤ ਦੇ ਵਿੱਚ ਸਾਡੀ ਕੁਛ ਧਾਰਨਾ ਜਿਹੜੀਆਂ ਹੁੰਦੀਆਂ, ਜਦੋਂ ਸਾਡੇ ਕੋਲ ਜ਼ਿਆਦਾ ਵਿਚਾਰ ਆ ਜਾਂਦੇ ਆ, ਤੇ ਸਾਨੂੰ ਉਹ ਚੋਂ ਮਤਲਬ ਚੋਣ ਕਰਨੀ ਸੌਖੀ ਹੁੰਦੀ ਆ। ਵੀ ਜੇ ਸਾਡੇ ਕੋਲ 3-4 ਆਪਸ਼ਨਸ ਪਈਆਂ ਆ, ਤਾਂ ਅਸੀਂ ਉਹ ਤੋਂ ਚੋਣ ਕਰ ਸਕਦੇ ਹੈਗੇ। ਜਿਸ ਤਰ੍ਹਾਂ ਮੈਂ ਆਪ ਜੀ ਨਾਲ ਸਾਂਝਾ ਕੀਤਾ ਸੀਗਾ ਕਿ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜਿਹੜੀ ਇਹ ਤੁਕ ਸੀਗੀ, ਤੇ ਮੈਂ ਮੈਨੂੰ ਇਹੀ ਦੱਸਿਆ ਹੋਇਆ ਸੀ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ, ਇੱਥੇ ਜਾ ਕੇ ਵਿਸ਼ਰਾਮ ਦੇਣਾ, ਪਾਰਬਤੀ ਮਾਈ ਅਲੱਗ ਕਹਿਣਾ ਹੈਗਾ। ਪਰ ਜਦੋਂ ਇਹ ਸੰਗਤ ਕੀਤੀ, ਮੈਂ ਇੱਦਾਂ ਹੀ ਪਾਠ ਕਰਦਾ ਹੁੰਦਾ ਸੀ ਜਦੋਂ ਪਹਿਲਾਂ ਕਰਦਾ ਸੀ। ਜਦੋਂ ਸੰਗਤ ਕੀਤੀ ਆ, ਸੰਗਤ ਕਰਕੇ ਜਦੋਂ ਆਪਾਂ ਕਿਤਾਬਾਂ ਦੀ ਸੰਗਤ ਕੀਤੀ ਆ, ਪੁਰਾਣੇ ਗੁਰਸਿੱਖਾਂ ਦੀ ਲਿਖਤ ਦੀ ਸੰਗਤ ਕੀਤੀ ਆ, ਜਾਂ ਉੱਦਾਂ ਸੰਗਤ ਕੀਤੀ ਆ, ਤੇ ਫਿਰ ਉਹ 'ਚ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਰਾਹ ਦੱਸਿਆ ਵੀ ਨਹੀਂ, ਇਹਦੀਆਂ ਮਾਤਰਾ ਹੀ ਗਿਣ ਕੇ ਦੇਖ ਲਈਏ, ਸ਼ਬਦ ਅੱਖਰ ਤੇ ਮਾਤਰਾ ਗਿਣੇ ਤਾਂ ਆਪਾਂ ਦੇਖਿਆ ਸੀ ਕਿਸ ਤਰ੍ਹਾਂ ਉਹ 16 ਤੇ 12 ਆ ਰਹੇ ਸੀਗੇ। ਤੇ ਉੱਥੋਂ ਫਿਰ ਪੱਕਾ ਯਕੀਨ ਹੋ ਗਿਆ, ਨਹੀਂ ਇਹ ਤਾਂ ਜਿਹੜਾ ਵਿਸ਼ਰਾਮ ਆ ਉਹ ਆਊਗਾ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਇਸ ਤਰ੍ਹਾਂ ਆਉਣਾ। ਸੋ ਇਸੇ ਤਰ੍ਹਾਂ ਹੀ ਜਦੋਂ ਆਪਾਂ ਇਹ ਚੀਜ਼ਾਂ ਕਰਾਂਗੇ, ਤੇ ਜਦੋਂ ਆਪਾਂ ਬਾਣੀ ਪੜ੍ਹਾਂਗੇ, ਬਾਣੀ ਦੇ ਵਿੱਚ ਜਾਂਦਿਆਂ ਹੋਇਆਂ, ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਕਿਰਪਾ ਕਰਨੀ, ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਨੀ ਨਾ ਸਾਡੇ ਤੇ ਸਾਡੀਆਂ ਕਈ ਚੀਜ਼ਾਂ ਜਿਹੜੀਆਂ ਉਹ ਦੂਰ ਹੋਣਗੀਆਂ। ਹੋ ਸਕਦਾ ਕਿਸੇ ਨੁਕਤੇ ਤੇ ਆਣ ਕੇ ਸਾਡੀ ਵਿਚਾਰ ਜਿਹੜੀ ਆ ਉਹ ਨਾ ਮਿਲੇ, ਤੇ ਆਪਾਂ ਉਹਨੂੰ ਉੱਦਾਂ ਹੀ ਛੱਡ ਦਿੰਦੇ ਹੁੰਦੇ ਵੀ ਕੋਈ ਗੱਲ ਨਹੀਂ ਮਿਲਦੀ, ਮੇਰਾ ਵਿਚਾਰ ਆ, ਤੁਹਾਡਾ ਵਿਚਾਰ ਆ, ਆਪਾਂ ਉਹਨੂੰ ਛੱਡ ਕੇ ਅੱਗੇ ਚਲੀਏ। ਆਪਣਾ ਹੈਗਾ ਆ, ਮੇਨ ਚੀਜ਼ ਹੈਗੀ ਆ ਵੀ ਸਮਾਂ ਸੰਗਤ ਦੇ ਨਾਲ, ਸਮਾਂ ਗੁਰੂ ਸਾਹਿਬ ਜੀ ਦੇ ਨਾਲ ਬਤੀਤ ਕਰਨਾ। ਜੇ ਫਿਰ ਵੀ ਕੋਈ ਆਪਾਂ ਨੂੰ ਜੇ ਇਹਦੇ ਵਿੱਚ ਆਇਆ, ਆਪਾਂ ਦੂਸਰੇ ਗੁਰਸਿੱਖਾਂ ਦੀ, ਮੈਂ ਤਾਂ ਹਰ ਇੱਕ ਹੋਰ ਗੁਰਸਿੱਖਾਂ ਨੂੰ ਪੁੱਛਦਾ ਹੀ ਰਹਿੰਦਾ, ਆਹ ਦੱਸਿਓ ਜੀ ਇਹਦਾ ਉਚਾਰਨ ਕਿੱਦਾਂ ਹੋਣਾ, ਇਹਦਾ ਉਚਾਰਨ ਕਿੱਦਾਂ ਹੋਣਾ, ਅਜੇ ਤੱਕ ਪੁੱਛੀ ਜਾਈਦਾ ਆ। ਮਤਲਬ ਗਾਂ ਮਤਲਬ ਤੁਰੇ ਹੈਰਾਨ ਹੋ ਜਾਵਾਂਗੇ ਆਪਾਂ ਵੀ ਆਪਾਂ ਜਦੋਂ ਕਰਨ ਲੱਗਦੇ ਹਾਂ ਤਾਂ ਆਪਾਂ ਸੋਚਦੇ ਹਾਂ ਵੀ ਅਸੀਂ ਤੇ ਇਸ ਪਾਸੇ ਨੂੰ ਤੁਰੇ ਹੀ ਨਹੀਂ ਹੈ, ਹਾਲੇ ਅਜੇ ਇੱਧਰ ਨੂੰ ਗਏ ਹੀ ਨਹੀਂ। ਦੇਖੋ ਹਾਲੇ ਆਪਣੇ ਕੋਲ ਪੂਰੀ ਤਰ੍ਹਾਂ ਸਿਹਾਰੀ ਦੇ ਨਹੀਂ ਕੱਢ ਹੋਏ ਨਿਯਮ, ਤੇ ਪੂਰੀ ਤਰ੍ਹਾਂ ਔਂਕੜ ਦੇ ਨਹੀਂ ਕੱਢ ਹੋਏ ਨਿਯਮ, ਆਪਾਂ ਨਾਲੇ ਥੋੜਾ ਟੱਚ ਕੀਤਾ ਆ। ਫਿਰ ਆਪਣੇ ਕੋਲ ਜਿਹੜੇ ਕਾਰਕ ਹੈਗੇ ਆ ਉਹ ਨਹੀਂ ਦੇਖ ਹੋਏ ਹਾਲੇ। ਫਿਰ ਆਪਣੇ ਕੋਲ ਜਿਹੜੇ ਆ ਵਿਸ਼ੇਸ਼ਣ ਕਿੱਥੇ ਆ, ਉਹਨਾਂ ਦੇ ਕੀ, ਫਿਰ ਸਿਹਾਰੀ ਵਾਲੇ ਨਿਯਮ ਨਹੀਂ ਕੱਢ ਹੋਏ, ਆਪਣੇ ਲਾਮ ਤੇ ਦਲਾਵਾਂ ਵਾਲੇ ਨਿਯਮ ਨਹੀਂ ਆਪਾਂ ਕੱਢੇ, ਬਿੰਦੀ ਵਾਲੇ ਨਿਯਮ ਨਹੀਂ ਹਾਲੇ ਆਪਾਂ ਕੱਢੇ। ਬਹੁਤ ਸਾਰੀਆਂ ਚੀਜ਼ਾਂ ਆਪਣੇ ਕਰਨ ਵਾਲੀਆਂ ਰਹਿੰਦੀਆਂ ਹੈਗੀਆਂ, ਜਿਨ੍ਹਾਂ ਦੀ ਖੋਜ ਵੀ ਆਪਾਂ ਨੂੰ ਲੋੜ ਹੈਗੀ ਆ। ਉਹ ਆਪਾਂ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ। ਮੈਂ ਹੁਣੇ ਆਪ ਜੀ ਨੂੰ ਸਾਰਿਆਂ ਨੂੰ ਜਿੰਨੇ ਇਸ ਗਰੁੱਪ ਵਿੱਚ ਸ਼ਾਮਲ ਆ, ਮੈਂ ਇੱਕ ਬੁੱਕ ਭੇਜਣ ਲੱਗੀ ਹਾਂ, ਬੁੱਕ ਕਾਫੀ ਲਾਹੇਵੰਦ ਹੈਗੀ ਆ, ਤੇ ਇਹ ਆਪ ਜੀ ਨੇ ਜ਼ਰੂਰ ਇਹ ਬੁੱਕ ਦੇਖ ਲੈਣੀ। ਮੈਨੂੰ ਵੀ ਭੈਣ ਜੀ ਉਹਨਾਂ ਨੇ ਭੇਜੀ ਸੀ, ਤੇ ਮੈਂ ਤੁਹਾਡੇ ਨਾਲ ਸਾਂਝੀ ਕਰ ਦਿੰਦਾ ਹੈਗਾ। ਤੇ ਉਹ ਇਸ ਤਰ੍ਹਾਂ ਦੀਆਂ ਕਿਤਾਬ, ਜਿਹੜਾ ਭਾਈ ਸਾਹਿਬ ਉਹਨਾਂ ਦੀ ਪੁਸਤਕ ਹੈਗੀ ਆ ਗੁਰਬਾਣੀ 'ਚ ਲਗਾ ਮਾਤਰਾ ਦੀ ਵਿਲੱਖਣਤਾ ਵਾਲੀ ਆ, ਹੋਰ ਬਹੁਤ ਸਾਰੀਆਂ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਦੀਆਂ ਪੁਸਤਕਾਂ ਹੈਗੀਆਂ, ਤਲਵਾੜਾ ਜੀ ਦੀਆਂ ਪੁਸਤਕਾਂ ਜਿਹੜੀਆਂ ਹੈਗੀਆਂ, ਗਿਆਨੀ ਹਰਬੰਸ ਸਿੰਘ ਉਹਨਾਂ ਨੇ ਵੀ ਟੀਕਾ ਕੀਤਾ ਹੈ, ਪੁਸਤਕ ਵੀ ਲਿਖੀ ਆ ਗੁਰਬਾਣੀ ਵਿਆਕਰਣ ਤੇ। ਸੋ ਇਹ ਜਿਹੜੀਆਂ ਪੁਸਤਕਾਂ ਹੈਗੀਆਂ ਇਹ ਆਪਣੇ ਲਈ ਲਾਹੇਵੰਦ ਹੈਗੀਆਂ। ਆਪਾਂ ਇਹਨਾਂ ਦੇ ਨਾਲ ਪੁਸਤਕਾਂ ਤੋਂ ਆਪਾਂ ਕੋਈ ਨਾ ਕੋਈ ਲਾਭ ਜ਼ਰੂਰ ਲੈਣਾ ਹੈਗਾ ਆ। ਤੇ ਮੈਂ ਆਪਣੇ ਗਰੁੱਪ ਦੇ ਵਿੱਚ ਹੁਣੇ ਹੀ ਸਾਂਝੀ ਕੀਤੀ ਹੈਗੀ ਆ, ਤੇ ਤੁਸੀਂ ਆਪ ਜੀ ਨੇ ਜ਼ਰੂਰ ਇਹ ਦੇਖ ਲੈਣੀ ਹੈਗੀ।
ਤੇ ਬਾਕੀ ਕੋਈ ਨਹੀਂ, ਆਪਾਂ ਸਮੇਂ ਸਿਰ ਜਿਹੜੀ ਹੈਗੀ ਉਹ ਚੀਜ਼ ਕਰਦੇ ਰਵਾਂਗੇ। ਫਿਰ ਆਪਾਂ ਥੋੜਾ ਜਿਹਾ ਮੈਂ ਨਿਤਨੇਮ ਤੇ ਆਪਾਂ ਭੂਮਿਕਾ ਜੀ ਮੰਨ ਲਈਏ, 2 ਮਿੰਟ ਹੈਗੇ ਆਪਣੇ ਕੋਲ। ਫਿਰ ਆਪਾਂ ਜਿਹੜਾ ਹੈਗਾ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਨੈਕਸਟ ਕਲਾਸ ਹੋਣੀ ਆ, ਉੱਥੋਂ ਆਪਾਂ ਸਿੱਧਾ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਤੋਂ ਸ਼ੁਰੂ ਕਰਾਂਗੇ ਆਪਾਂ। ਤੇ ਮੇਰਾ ਸਿਰਫ ਇਹ ਸੀਗਾ ਕਿ ਨਿਤਨੇਮ ਦੀਆਂ ਜਿਹੜੀਆਂ ਆਪਾਂ ਬਾਣੀਆਂ ਦੇ ਸੰਬੰਧ ਦੇ ਵਿੱਚ ਹੈਗਾ ਆ, ਸਾਡੇ ਕੋਲ ਕੋਡ ਆਫ ਕੰਡਕਟ, ਸਿੱਖੀ ਕੋਡ ਆਫ ਕੰਡਕਟ, ਰਹਿਤ ਮਰਜ਼ਾਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛਪੀ ਹੋਈ ਆ, ਉਹਨੂੰ ਆਪਾਂ ਸਾਰੇ ਫੋਲੋ ਕਰਦੇ ਹਾਂ। ਜਿੰਨਾ ਵੀ ਪੰਥ ਹੈਗਾ ਉਹਨੂੰ ਕਰਦਾ। ਉਹਦੇ ਵਿੱਚ ਕੁਝ ਚੀਜ਼ਾਂ ਥੋੜ੍ਹੀਆਂ ਬਹੁਤੀਆਂ ਜਿਹੜੀਆਂ ਹੈਗੀਆਂ ਆਉਂਦੀਆਂ ਆ, ਜਿਵੇਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਜਪ ਜਾਪ ਤਾਂ ਪ੍ਰਸਾਦ ਸੂਈਏ ਲਿਖਿਆ ਹੋਇਆ ਹੈ, ਉਹਦੇ ਵਿੱਚ ਚੌਪਈ ਤੇ ਆਨੰਦ ਸਾਹਿਬ ਨਹੀਂ ਦਰਜ ਕੀਤਾ। ਪਰ ਜਦੋਂ ਅਸੀਂ ਉਹ ਉਸੇ ਰਹਿਤ ਮਰਜ਼ਾਦਾ ਦੇ ਆਪਾਂ ਜਾਂਦੇ ਹੈਗੇ ਆ, ਅੰਮ੍ਰਿਤ ਸੰਚਾਰ ਜਿੱਥੇ ਅੰਮ੍ਰਿਤ ਸੰਸਕਾਰ ਹੈਗਾ, ਜਿੱਥੇ ਉਹਦੇ ਵਿੱਚ ਦਿੱਤਾ ਕਿ 5 ਪਿਆਰੇ ਇਹ 5 ਬਾਣੀਆਂ ਪੜ੍ਹ ਕੇ ਜਿਹੜਾ ਅੰਮ੍ਰਿਤ ਤਿਆਰ ਕਰਦੇ ਹੈਗੇ। ਸੋ ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਹੈਗੇ ਉਹਨਾਂ ਨੂੰ ਇਹ ਹੁਕਮ ਵੀ 5 ਬਾਣੀਆਂ ਜਿਹੜੇ ਤੁਸੀਂ ਨਿਤਨੇਮ ਕਰਨਾ ਆ, 2 ਬਾਣੀਆਂ ਸੋਦਰ ਦਾ ਸਵੇਲੇ ਦਾ ਸ਼ਾਮ ਨੂੰ ਪਾਠ ਕਰਨਾ। ਪਰ ਆਪਾਂ ਕਈ ਵਾਰੀ ਉੱਥੋਂ ਤੱਕ ਹੀ ਸੀਮਤ ਰਹਿ ਜਾਂਦੇ ਹਾਂ। ਜਦੋਂ ਵੀ ਸਾਡੀ ਕੋਈ ਸਰਜਰੀ ਹੋਈ, ਕੋਈ ਆਪਰੇਸ਼ਨ ਹੋਇਆ, ਤੇ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਆ ਉਹ ਇਹ ਕੀਤਾ ਜਾਂਦਾ ਆ 5 ਪਿਆਰੇ ਸਾਹਿਬਾਨ ਵੱਲੋਂ ਕਿ ਤੁਸੀਂ ਨਿਤਨੇਮ ਕਰਦੇ ਹੋ, ਨਿਤਨੇਮ ਤੇ ਨਹੀਂ ਭੰਗ ਕੀਤਾ, ਨਿਤਨੇਮ ਤੇ ਨਹੀਂ ਛੱਡਿਆ ਹੈ। ਜੇ ਕਿਸੇ ਦਾ ਨਿਤਨੇਮ ਭੰਗ ਹੋਇਆ ਹੋਵੇ ਤੇ ਉਹਨੂੰ ਤਨਖਾਹ ਲੱਗਦੀ ਹੈ, ਫਿਰ ਉਹਨੂੰ ਨਿਤਨੇਮ ਕਰਨ ਲਈ ਦਿੱਤੇ ਜਾਂਦੇ ਹੈਗੇ ਆ, ਚਾਹੇ ਅਸੀਂ ਅੰਮ੍ਰਿਤ ਛਕਿਆ ਹੋਇਆ, ਚਾਹੇ ਅੰਮ੍ਰਿਤ ਨਹੀਂ ਛਕਿਆ। ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਆ, ਉਹਨਾਂ ਦੇ ਲਈ ਨਿਤਨੇਮ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਆ, ਨਿਤਨੇਮ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਹ ਬਾਣੀਆਂ ਜਿਹੜੀਆਂ ਆਪਾਂ ਨਿਤਨੇਮ ਦੀਆਂ ਆ, ਇਹਨਾਂ ਦੀ ਪਹਿਲਾਂ ਆਪਾਂ ਸੰਥਿਆ ਕਰ ਲਾਂਗੇ। ਇਹਦੇ ਨਾਲ 40-50% ਜਿਹੜੀ ਆ ਸੰਥਿਆ ਉਹ ਕਵਰ ਹੋ ਜਾਂਦੀ ਆ। ਬਾਕੀ ਥੋੜ੍ਹੀ ਬਹੁਤੀ ਜਿਹੜੀ ਆ ਉਹ ਬਾਕੀ ਬਾਣੀਆਂ ਪੜ੍ਹ ਕੇ ਆਪਾਂ ਜਿਹੜੀਆਂ ਨਾਲ ਕਰ ਲੈਣੀਆਂ ਹੈਗੀਆਂ। ਸੋ ਇਹ ਬੇਨਤੀ ਸੀਗੀ। ਤੇ ਆਪਣੇ ਕੋਲ ਜਿਹੜਾ ਨਿਤਨੇਮ ਦਾ ਹੈਗਾ ਆ, ਨਿਤਨੇਮ ਦੀਆਂ ਮੈਂ 2 ਚੀਜ਼ਾਂ ਦੱਸਦੇ ਆਪ ਜੀ ਨੂੰ ਕਿ ਇੱਕ ਤਾਂ ਇਹ ਹੈਗਾ ਕਿ ਆਪਾਂ ਚਾਹੇ ਅੰਮ੍ਰਿਤ ਛਕਿਆ ਚਾਹੇ ਨਹੀਂ ਛਕਿਆ, ਹਾਲੇ ਗੁਰੂ ਵਾਲੇ ਨਹੀਂ ਬਣੇ ਹੈਗੇ, ਫਿਰ ਵੀ ਆਪਾਂ ਨੂੰ ਨਿਤਨੇਮ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਿਤਨੇਮ ਤਾਂ ਆਪਾਂ ਕਰਨਾ ਹੀ ਕਰਨਾ ਹੈਗਾ। ਐਡੀ ਮਹਾਨਤਾ ਹੈ ਨਿਤਨੇਮ ਦੀ ਕਿ 10ਵੇਂ ਪਾਤਸ਼ਾਹ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਆ ਗੁਰੂ ਸਾਹਿਬ ਜੀ ਨੇ, ਤੇ ਉਸ ਵੇਲੇ ਅੰਮ੍ਰਿਤ ਵੇਲਾ ਹੋ ਗਿਆ ਆ। ਅੰਮ੍ਰਿਤ ਵੇਲੇ ਦੀ ਐਡੀ ਮਹਾਨਤਾ ਦੱਸੀ ਹੋਈ ਹੈ। ਗੁਰੂ ਸਾਹਿਬ ਕਹਿੰਦੇ ਕਿ ਅੰਮ੍ਰਿਤ ਵੇਲਾ ਹੋ ਗਿਆ। ਭਾਈ ਉਦੇ ਸਿੰਘ ਜੀ ਨੂੰ ਤੇ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਤੁਸੀਂ ਇੱਥੇ ਪਹਿਰਾ ਦਿਓ, ਤੇ ਜਿਹੜੀ ਫੌਜ ਮੁਗਲ ਦੀ ਆ ਰਹੀ ਆ ਉਹਨੂੰ ਰੋਕਣਾ ਆ, ਤੇ ਅਸੀਂ ਨਿਤਨੇਮ ਕਰ ਲਈਏ। ਜਿੰਨੇ ਵੀ ਸਿੰਘ ਸੀਗੇ ਗੁਰੂ ਸਾਹਿਬ ਜੀ ਦੇ ਨਾਲ, ਸੰਗਤ ਜਿੰਨੀ ਵੀ ਸੀਗੀ, ਉਹ ਸਾਰੇ ਉੱਥੇ ਬੈਠੇ ਆ ਤੇ ਉਹਨਾਂ ਨੇ ਨਿਤਨੇਮ ਕੀਤਾ। ਇਹ ਇਤਿਹਾਸਕ ਮਤਲਬ ਤੱਥ ਆ ਇੱਕ, ਜਿਹੜਾ ਸਾਨੂੰ ਇਹ ਦਰਸਾ ਰਿਹਾ ਕਿ ਜਿੰਨੀ ਮਰਜ਼ੀ ਮੁਸ਼ਕਲ ਬਣੀ ਹੋਵੇ, ਕੋਈ ਵੀ ਭੀੜ ਪਈ ਹੋਵੇ, ਨਿਤਨੇਮ ਨਹੀਂ ਅਸੀਂ ਛੱਡਣਾ ਹੈਗਾ। ਤੇ ਗੁਰੂ ਸਾਹਿਬ ਜੀ ਨੇ ਸਾਡੇ ਲਈ ਉਦਾਹਰਣ ਜਿਹੜੀ ਆ ਉਹ ਸਥਾਪਿਤ ਕੀਤੀ ਵੀ ਅਸੀਂ ਨਿਤਨੇਮ ਜ਼ਰੂਰ ਕਰਨਾ ਹੈਗਾ। ਸੋ ਆਪਾਂ ਕਦੇ ਵੀ ਨਿਤਨੇਮ ਨਹੀਂ ਛੱਡਣਾ ਹੈਗਾ। ਜੇ ਅਸੀਂ ਨਿਤਨੇਮ ਛੱਡਾਂਗੇ ਤੇ ਫਿਰ ਆਪਾਂ ਤਨਖਾਹੀਏ ਬਣਾਂਗੇ, ਤੇ ਜਿਹੜਾ ਤਨਖਾਹੀਆ ਹੁੰਦਾ ਉਹਦੀ ਅਰਦਾਸ ਕਦੇ ਵੀ ਕਬੂਲ ਨਹੀਂ ਹੁੰਦੀ, ਉਹਦੀ ਅਰਦਾਸ ਨਹੀਂ ਮੰਨੀ ਜਾਂਦੀ। ਅਕਾਲ ਤਖਤ ਸਾਹਿਬ ਦੇ ਪਹਿਲੇ ਜਿਹੜੇ ਪੁਰਾਣੀ ਲਿਖਤ ਹੁੰਦੀ ਸੀ, ਉਹ ਅਕਾਲ ਤਖਤ ਸਾਹਿਬ ਦੀ ਕੰਧ ਤੇ ਲਿਖਿਆ ਹੁੰਦਾ ਸੀਗਾ ਕਿ ਇੱਥੇ ਜਿਹੜੇ ਪੁਰਾਣੇ ਗੁਰਸਿੱਖ ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਇੱਥੇ ਹਰ ਇੱਕ ਮਜ਼ਹਬ ਦੇ ਬੰਦੇ ਦੀ, ਹਰ ਇੱਕ ਧਰਮ ਦੇ ਬੰਦੇ ਦੀ ਅਰਦਾਸ ਜਿਹੜੀ ਆ ਉਹ ਪ੍ਰਵਾਨ ਹੋਵੇਗੀ, ਪਰ ਪੱਤਤ ਅਤੇ ਤਨਖਾਹੀਏ ਦੀ ਅਰਦਾਸ ਪ੍ਰਵਾਨ ਨਹੀਂ ਹੋਵੇਗੀ। ਸੋ ਇਹ ਤਨਖਾਹਾਂ ਹੋਰ ਵੀ ਕਈਆਂ ਤਰ੍ਹਾਂ ਨਾਲ ਤਨਖਾਹ ਲੱਗਦੀ ਆ, ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ। ਤਨਖਾਹੀਏ ਅਸੀਂ ਬਣ ਜਾਂਦੇ ਹਾਂ ਹੋਰ ਵੀ ਕਈ ਚੀਜ਼ਾਂ ਕਰਕੇ। ਗੁਰਸਿੱਖ ਨੂੰ ਮੰਦਾ ਬੋਲ ਕੇ ਵੀ ਤਨਖਾਹੀਆ ਬਣ ਜਾਂਦਾ, ਗੁਰਸਿੱਖ ਤੇ ਹੱਥ ਚੱਕ ਕੇ ਵੀ ਤਨਖਾਹੀਆ ਬਣ ਜਾਂਦਾ ਹੈਗਾ। ਸੋ ਜਿਹੜੀ ਆਪਣਾ ਸਾਰਾ ਮੁੱਢ ਹੈਗਾ ਆ, ਜਿਹੜਾ ਸਾਡਾ ਮੂਲ ਹੈਗਾ, ਜਿਹੜਾ ਸਾਡਾ ਬੇਸ ਹੈਗਾ ਆ, ਉਹ ਸਾਡਾ ਨਿਤਨੇਮ ਆ। ਸੋ ਆਪਾਂ ਨਿਤਨੇਮ ਜਿਹੜਾ 2 ਟਾਈਮ ਜ਼ਰੂਰ ਕਰਨਾ ਹੈਗਾ। ਨੌਜਵਾਨ ਬੱਚੇ ਆ, ਪੜ੍ਹਦੇ ਆ, ਪੜ੍ਹਾਈਆਂ ਦਾ ਬੋਝ ਹੈ ਇਹਨਾਂ ਨੂੰ, ਇਹ ਸਾਰੇ ਬਹਾਨੇ ਬਹੂਨੇ ਹੁੰਦੇ ਆ ਇਹਨਾਂ ਦੇ ਕੋਲ। ਬਾਕੀ ਸਾਰਾ ਟਾਈਮ ਹੁੰਦਾ ਆ ਫੇਸਬੁੱਕ ਦਾ ਟਾਈਮ ਹੁੰਦਾ, ਇੰਸਟਾਗ੍ਰਾਮ ਤੇ, ਸਨੈਪਚੈਟ ਤੇ, ਸਾਰਿਆਂ ਤੇ ਜਾਣ ਦਾ ਟਾਈਮ ਹੈਗਾ। ਤੇ ਜੇ ਅਸੀਂ ਨਿਤਨੇਮ ਦਾ ਮਿਸ ਕਰਾਂਗੇ ਤੇ ਜਿਹੜਾ ਨਿਤਨੇਮ ਕਰਦਾ ਆ, ਛੱਡਦਾ ਨਹੀਂ ਹੈ, ਉਹ ਗੁਰੂ ਜੀ ਦਾ ਪਿਆਰਾ ਬੱਚਾ ਬੱਚੀ ਬਣਦਾ ਹੈਗਾ। ਸੋ ਆਪਾਂ ਇਹ ਨਿਤਨੇਮ ਦੀਆਂ ਜਿਹੜੀਆਂ ਆ ਉਹ ਆਪਾਂ ਸ਼ੁਰੂ ਕਰਾਂਗੇ ਤੇ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਹੁਣ। ਤੇ ਬਾਕੀ ਜਿਹੜੀਆਂ ਕੁਛ ਆਪਾਂ ਪ੍ਰੈਜੈਂਟੇਸ਼ਨ ਦੇ ਵਿੱਚ ਕੁਛ ਹੈਗੀਆਂ ਸਕਦਾ ਆ, ਕੁਛ
ਕੁਛ ਵੀ ਦੇ ਵਿਚਾਰ ਆ ਉਹ ਆਪ ਜੀ ਨੂੰ ਨਾ ਠੀਕ ਲੱਗੇ, ਹੁਣ ਉਹਦੇ ਲਈ ਮੈਂ ਮਾਫੀ ਚਾਹੁੰਦਾ ਆ, ਕਿਉਂਕਿ ਆਪਾਂ ਜਦੋਂ ਸੇਵਾ ਕਰਦੇ ਆ ਤੇ ਇਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਤੇ ਤੁਸੀਂ ਕਿਰਪਾ ਕਰਕੇ ਜਿਹੜੀ ਫੀਡਬੈਕ ਜ਼ਰੂਰ ਦੇ ਦੇਣੀ ਹੁੰਦੀ ਆ ਵੀ ਆਹ ਚੀਜ਼ਾਂ ਠੀਕ ਕਰ ਲਈ। ਇਸ ਕਰਕੇ ਇਹ ਨਹੀਂ ਵੀ ਚਲੋ ਵਧੀਆ 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 ਹੋਇਆ, ਨਹੀਂ, ਜਿਹੜੀਆਂ ਚੀਜ਼ਾਂ ਊਣਤਾਈਆਂ ਹੁੰਦੀਆਂ ਉਹ ਆਪਾਂ ਜ਼ਰੂਰ ਦੇਖਣੀਆਂ ਹੁੰਦੀਆਂ, ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕਿਸੇ ਹੋਰ ਦੇ ਨਾਲ ਆਪਾਂ ਵਿਚਾਰ ਸਾਂਝੇ ਕਰਦੇ ਆ ਤੇ ਉੱਥੇ ਉਹਨਾਂ ਚੀਜ਼ਾਂ ਨੂੰ ਕਰ ਲਈਏ। ਤੇ ਠੀਕ ਹੈ ਜੀ, ਫਿਰ ਸ਼ਬਦ ਪੜ੍ਹ ਕੇ ਸਮਾਪਤੀ ਕਰਦੇ ਹਾਂ, ਬਾਕੀ ਫਿਰ ਆਪਾਂ ਨੈਕਸਟ ਟਾਈਮ ਜਿਹੜਾ ਕਰ ਲਾਂਗੇ। ਠੀਕ ਹੈ ਜੀ, ਠੀਕ ਹੈ ਜੀ ਹਰਵੀਰ ਸਿੰਘ ਜੀ, ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ। ਸਾਰੇ ਜਾਣੇ ਭਗਵਾਨ ਕਰ ਲਿਆ ਕਰ ਦੇਣਾ ਵਾਹਿਗੁਰੂ ਜੀ ਨੂੰ ਹੁਣ ਯਾਦ ਕਰਕੇ ਦੁੱਧ ਦਾ ਇੱਕ ਯਤਨਾ ਕੰਮ ਨੀਨੋ ਗੁਰ ਸੰਗਤ ਇਹ ਗਲੰਤ ਤੋਂ ਪਾਸ ਨਿਕਾਲੀ ਇੱਕ ਅਰਦਾਸ ਪਾਠ ਦੀ ਗੁਰੂ ਰਾਮਦਾਸ ਇੱਕ ਅਰਦਾਸ ਪਾਠ ਦੀ ਗੁਰੂ ਰਾਮਦਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ